ਦੇ ਵਿੱਚ ਅਸੀਂ ਫਿਰ ਤੋਂ ਦਾਊਦ ਦੇ ਜ਼ਬੂਰਾਂ ਵਿੱਚ ਜਾਵਾਂਗੇ ਤਾਂ ਅੱਜ ਦੇ ਇਸ ਐਪੀਸੋਡ ਵਿੱਚ ਅਸੀਂ ਜ਼ਬੂਰ 32 ਤੇ ਗੌਰ ਕਰਾਂਗੇ। ਸਾਡੇ ਵਿੱਚ ਅੱਜ ਆਂਟੀ ਜੋਤੀ ਤੇ ਅੰਕਲ ਜੋਸ਼ੂਆ ਬਚਨ ਵਿੱਚੋਂ ਪੜ੍ਹਨਗੇ ਤੇ ਪਾਸਟਰ ਐਰਿਕ ਇਹਨਾਂ ਤੇ ਰਿਫਲੈਕਸ਼ਨ ਦੇਣਗੇ। ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦੀ ਰੀਡਿੰਗ ਵਿੱਚ ਜਾਈਏ, ਮੈਂ ਦਰਖਾਸਤ ਕਰਾਂਗੀ ਕਿ ਅੰਕਲ ਜੋਸ਼ੂਆ ਸਾਨੂੰ ਸਾਰਿਆਂ ਨੂੰ ਦੁਆ ਵਿੱਚ ਲੈ ਕੇ ਜਾਣ। ਆਓ ਅਸੀਂ ਖੁਦਾ ਦੀ ਹਜ਼ੂਰੀ ਦੇ ਵਿੱਚ ਚਲੀਏ ਤੇ ਆਪਣੇ ਆਪ ਨੂੰ ਉਸ ਦੇ ਹੱਥਾਂ ਦੇ ਵਿੱਚ ਦਈਏ। ਖੁਦਾਵੰਦ ਤੇਰਾ ਸ਼ੁਕਰ ਕਰਦੇ ਹਾਂ ਤੇਰੇ ਪਰ ਦੀ ਹਿਫਾਜ਼ਤ ਨੇ ਨਿਗਰਾਨੀ ਲਈ, ਸਾਨੂੰ ਸਭ ਨੂੰ ਹਰ ਤਰ੍ਹਾਂ ਬਚਾ ਕੇ ਆਪਣੀ ਪਨਾਹ ਵਿੱਚ ਰੱਖਿਆ। ਇਸ ਸਮੇਂ ਦੇ ਲਈ ਖੁਦਾਵੰਦ ਤੇਰਾ ਸ਼ੁਕਰ ਕਰਦੇ ਹਾਂ ਜੋ ਸਾਡੀ ਜ਼ਿੰਦਗੀ ਸਾਨੂੰ ਦਿੱਤਾ ਕਿ ਅਸੀਂ ਤੇਰੇ ਖਾਦਮ ਤੋਂ ਖੁਦਾਵੰਦ ਤੇਰੇ ਕਲਾਮ ਦੇ ਵਿੱਚੋਂ ਸਿੱਖ ਸਕੀਏ, ਜਦ ਕਿ ਅੱਜ ਉਹ ਸਾਨੂੰ 32 ਜ਼ਬੂਰ ਦੇ ਵਿੱਚੋਂ ਸਿਖਾਉਣਗੇ। ਖੁਦਾਵੰਦ ਤੂੰ ਹੋਣ ਦੇ ਕੇ ਅਸੀਂ ਉਸ ਨੂੰ ਆਪਣੇ ਦਿਲਾਂ ਤੇ ਨਕਸ਼ ਕਰੀਏ ਤੇ ਉਸ ਨੂੰ ਆਪਣੀ ਜ਼ਿੰਦਗੀ 'ਚ ਇਸਤੇਮਾਲ ਕਰਨ ਵਾਲੇ ਹੋਈਏ। ਤਮਾਮ ਸੁਣਨ ਵਾਲਿਆਂ ਦੇ ਲਈ ਵੀ ਦੁਆ ਕਰਦੇ ਖੁਦਾਵੰਦ ਤੂੰ ਉਹਨਾਂ ਦੇ ਵੀ ਨਾਲ ਹੋ, ਤਾਂ ਜੋ ਵੀ ਖੁਦਾਵੰਦ ਤੇਰੇ ਕਲਾਮ ਨੂੰ ਸੁਣਨ ਤੇ ਤੇਰੇ ਉਹਨਾਂ ਲੋਕਾਂ ਦੇ ਵਿੱਚ ਖੁਦਾਵੰਦ ਸੁਣਾਉਣ ਜਿੱਥੇ ਤੇਰੇ ਕਲਾਮ ਅਜੇ ਤੱਕ ਨਹੀਂ ਪਹੁੰਚ ਸਕਿਆ। ਇਹ ਸਭ ਕੁਝ ਮੰਗਦੇ ਤੇਰੇ ਬੇਟੇ ਆਪਣੇ ਨਜਾਤ ਦਹਿੰਦਾ ਯਿਸੂ ਨਾਸਰੀ ਦੇ ਜਲਾਲੀ ਤੇ ਪੁੱਤਰ ਨਾਮ 'ਚ ਸੁਣ ਤੇ ਕਬੂਲ ਕਰ ਲੈ, ਆਮੀਨ। ਆਮੀਨ। ਥੈਂਕ ਯੂ ਅੰਕਲ ਜੋਸ਼ੂਆ। ਸਾਡੇ ਵਿੱਚ ਸਾਡੇ ਮਿਊਜ਼ੀਸ਼ੀਅਨ ਅੰਕਲ ਕਾਸ਼ਿਫ ਅੱਜ ਸਾਡੇ ਨਾਲ ਆ। ਇਹ ਜ਼ਬੂਰ 32 ਦਾ ਪਹਿਲਾ ਹਿੱਸਾ ਸੀ ਇਹਨਾਂ ਤੋਂ ਸੁਣਾਂਗੇ। ਥੈਂਕ ਯੂ ਐਂਜਲ। ਜੈ ਮਸੀਹ ਦੀ ਸਾਰਿਆਂ ਨੂੰ। ਜ਼ਬੂਰ 32 ਦਾ ਅੱਜ ਅਸੀਂ ਤਬਸਰਾ ਕਰਾਂਗੇ ਇਹਦੇ ਤੇ ਇਹਦੇ ਦੋ ਹਿੱਸੇ ਨੇ। ਪਹਿਲਾ ਹਿੱਸਾ ਅਸੀਂ ਚਰਚਾਂ 'ਚ ਜਿਹੜੀਆਂ ਮਤਲਬ ਗਿਰਜਿਆਂ 'ਚ ਗਾਉਂਦੇ ਆ ਰਹੇ ਹਾਂ ਉਹੀ ਧੁਨ ਮੈਂ ਤੁਹਾਨੂੰ ਗਾ ਕੇ ਸੁਣਾਵਾਂਗਾ। ਇਹਦੇ ਅੰਦਰ ਧੁਨ ਜਿਹੜੀ ਪੰਜਾਬੀ ਜ਼ਬੂਰ ਦੇ ਸਿਰਾਗਾਂ ਵਿੱਚ ਉਸ ਕਿਤਾਬ ਦੇ ਅੰਦਰ ਜਿਹੜੀ 1960 'ਚ ਛਪੀ ਹੈ ਉਹਦੀ ਤਿਆਰੀ ਮੈਂ ਕਰਕੇ ਕਿਸੇ ਹੋਰ ਟਾਈਮ ਤੇ ਪੋਸਟ ਕਰਾਂਗਾ, ਕਿਉਂਕਿ ਧੁਨ ਕਾਫੀ ਮੁਸ਼ਕਿਲ ਜਿਹੀ ਹੈ ਜਿਹੜੀ ਇਹਦੇ 'ਚ ਹੈ ਤੇ ਜਿਹੜੀ ਅਸੀਂ ਤਕਰੀਬਨ 70-80 ਸਾਲ ਤੋਂ ਗਾਉਂਦੇ ਆ ਰਹੇ ਹਾਂ ਗਿਰਜਿਆਂ 'ਚ, ਉਹ ਬੜੀ ਖੂਬਸੂਰਤ ਧੁਨ ਹੈ ਤੇ ਐਡੀ ਆਸਾਨੀ ਨਾਲ ਨਹੀਂ ਤਬਦੀਲ ਕੀਤੀ ਜਾ ਸਕਦੀ ਧੁਨ। ਇਸ ਲਈ ਉਸੇ ਧੁਨ ਨੂੰ ਜਿਹੜੀ ਮੇਰੇ ਅਸਲ 'ਚ ਮੈਨੂੰ ਪਸੰਦ ਵੀ ਬੜੀ ਹੈ, ਇਸ ਲਈ ਉਸੇ ਧੁਨ ਨੂੰ ਮੈਂ ਸੁਣਾਵਾਂਗਾ। ਉਹ ਧਨ ਜਿਸ ਦੇ ਬਖਸ਼ੇ ਗਏ ਸਭ ਗੁਨਾਹ ਤੇ ਢਕੇ ਗਏ ਸਾਰੇ ਆਗਨ ਸਦਾ। ਉਹ ਧਨ ਜਿਸ ਦੇ ਬਖਸ਼ੇ ਗਏ ਸਭ ਗੁਨਾਹ ਤੇ ਢਕੇ ਗਏ ਸਾਰੇ ਆਗਨ ਸਦਾ। ਨਾ ਰੱਬ ਜਿਸ ਦੇ ਪਾਪਾਂ ਦਾ ਕਰਦਾ ਹਿਸਾਬ। ਉਹ ਧਨ ਹੈ ਤੇ ਦਿਲ ਉਸ ਦਾ ਨਹੀਂ ਖਰਾਬ। ਉਹ ਧਨ ਹੈ ਤੇ ਦਿਲ ਉਸ ਦਾ ਨਹੀਂ ਖਰਾਬ। ਉਹ ਧਨ ਜਿਸ ਦੇ ਬਖਸ਼ੇ ਗਏ ਸਭ ਗੁਨਾਹ ਤੇ ਢਕੇ ਗਏ ਸਾਰੇ ਆਗਨ ਸਦਾ। ਮੈਂ ਜਦ ਚੁੱਪ ਰਿਹਾ ਤਦ ਮੇਰੀ ਹੱਡੀਆਂ ਕਰਾਂਦੇ ਹੋਏ ਸਾਰਾ ਦਿਨ ਗਲ ਗਈਆਂ। ਉਹ ਧਨ ਜਿਸ ਦੇ ਬਖਸ਼ੇ ਗਏ ਸਭ ਗੁਨਾਹ ਤੇ ਢਕੇ ਗਏ ਸਾਰੇ ਆਗਨ ਸਦਾ। ਆਮੀਨ। ਆਮੀਨ। ਥੈਂਕ ਯੂ ਅੰਕਲ ਕਾਸ਼ਿਫ। ਆਓ ਹੁਣ ਅਸੀਂ ਅੱਜ ਦੀ ਸਕ੍ਰਿਪਚਰ ਰੀਡਿੰਗ ਵਿੱਚ ਚੱਲਾਂਗੇ ਆਂਟੀ ਜੋਤੀ ਤੇ ਅੰਕਲ ਜੋਸ਼ੂਆ ਦੇ ਨਾਲ। ਸਾਰਿਆਂ ਨੂੰ ਜੈ ਮਸੀਹ ਦੀ। ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਤੇ ਬਰਕਤ ਦੇਵੇ। ਅੱਜ ਅਸੀਂ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਜ਼ਬੂਰ 32 ਲੈ ਕੇ ਆਏ ਹਾਂ। ਮੈਂ ਇਸ ਦਾ ਮੇਨ ਟਾਈਟਲ ਪੜਾਂਗੀ। ਇਸ ਦਾ ਮੇਨ ਟਾਈਟਲ ਹੈ ਮਾਫੀ ਲਈ ਖੁਸ਼ੀ, ਦਾਊਦ ਦੀ ਮਸ਼ਕੀਨ। ਮੈਂ ਇਸ ਦੀ ਪਹਿਲੀ ਆਇਤ ਪੜਾਂਗੀ। ਉਹ ਮਨੁੱਖ ਧਨ ਹੈ ਜਿਸ ਦੇ ਅਪਰਾਧ ਮਾਫ ਹੋ ਚੁੱਕੇ ਹਨ, ਜਿਸ ਦਾ ਪਾਪ ਢਕਿਆ ਜਾ ਚੁੱਕਾ ਹੈ। ਆਇਤ ਨੰਬਰ 2। ਧਨ ਹੈ ਉਹ ਆਦਮੀ ਜਿਹਦੀ ਬਦੀ ਯਹੋਵਾ ਉਹਦੇ ਲੇਖੇ ਨਹੀਂ ਲਾਉਂਦਾ ਅਤੇ ਜਿਹਦੇ ਆਤਮਾ ਵਿੱਚ ਕਪਟ ਨਹੀਂ ਹੈ। ਆਇਤ ਨੰਬਰ 3। ਜਿਸ ਦਿਨ ਵੀ ਮੈਂ ਆਪਣਾ ਪਾਪ ਸਵੀਕਾਰ ਨਾ ਕੀਤਾ ਉਸ ਦਿਨ ਹੀ ਮੇਰਾ ਸਰੀਰ ਮੇਰੇ ਕਰਾਉਣ ਨਾਲ ਬੇਜਾਨ ਹੋ ਗਿਆ। ਆਇਤ ਨੰਬਰ 4। ਕਿਉਂ ਜੋ ਤੇਰਾ ਹੱਥ ਦਿਨੇ ਰਾਤ ਮੇਰੇ ਉੱਤੇ ਭਾਰਾ ਸੀ, ਮੇਰੀ ਤਰੀ ਗਰਮੀ ਦੀ ਔੜ ਵਿੱਚ ਬਦਲ ਗਈ। ਸਲਾਹ। ਆਇਤ ਨੰਬਰ 5। ਤਦ ਮੈਂ ਆਪਣਾ ਪਾਪ ਤੇਰੇ ਸਾਹਮਣੇ ਸਵੀਕਾਰ ਕੀਤਾ, ਮੈਂ ਆਪਣਾ ਕੋਈ ਅਪਰਾਧ ਨਾ ਛੁਪਾਇਆ। ਮੈਂ ਆਪਣੇ ਦਿਲ ਨਾਲ ਇਹ ਫੈਸਲਾ ਕੀਤਾ,
मैं अपने अपराध प्रभु दे सामने मन्नांगा ਅਤੇ ਤੂੰ ਮੇਰਾ ਪਾਪ ਮਾਫ ਕਰ ਦਿੱਤਾ। ਸਲਾ। ਆਇਤ ਨੰਬਰ 6, ਇਸ ਕਰਕੇ ਹਰ ਇੱਕ ਸੰਤ ਤੇਰੇ ਲੱਭ ਪੈਣ ਦੇ ਵੇਲੇ ਤੇਰੇ ਅੱਗੇ ਸੱਚਮੁੱਚ ਜਦ ਵੱਡੇ ਪਾਣੀਆਂ ਦੇ ਹੜ੍ਹ ਆਉਣ ਤਾਂ ਉਹ ਉਸ ਤੋੜੀ ਕਦੇ ਨਹੀਂ ਅਪੜਨਗੇ। ਆਇਤ ਨੰਬਰ 7, ਤੂੰ ਮੇਰੇ ਲੁਕਣ ਦੀ ਥਾਂ ਹੈ, ਤੂੰ ਮੇਰਾ ਦੁੱਖ ਤੋਂ ਬਚਾ ਕਰਦਾ ਹੈ, ਤੂੰ ਮੁਕਤੀ ਦੇ ਆਨੰਦ ਨਾਲ ਮੈਨੂੰ ਭਰ ਦੇਵੇਂਗਾ। ਸਲਾ। ਆਇਤ ਨੰਬਰ 8, ਮੈਂ ਤੈਨੂੰ ਸਮਝ ਦੇਵਾਂਗਾ ਅਤੇ ਜਿਸ ਰਾਹ ਉੱਤੇ ਤੈਂ ਚੱਲਣਾ ਹੈ ਤੈਨੂੰ ਸਿਖਾਵਾਂਗਾ, ਤੇਰੇ ਉੱਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਦਿਆਂਗਾ। ਆਇਤ ਨੰਬਰ 9, ਤੁਸੀਂ ਘੋੜੇ ਜਾਂ ਖੱਚਰ ਦੀ ਤਰ੍ਹਾਂ ਨਾ ਸਮਝ ਨਾ ਬਣੋ, ਉਹ ਲਗਾਮ ਅਤੇ ਬਾਂਗ ਨਾਲ ਹੀ ਕਾਬੂ ਵਿੱਚ ਰਹਿੰਦੇ ਹਨ। ਆਇਤ ਨੰਬਰ 10, ਦੁਸ਼ਟ ਉੱਤੇ ਬਹੁਤ ਸਾਰੀਆਂ ਬਿਪਤਾ ਹਨ ਪਰ ਯਹੋਵਾ ਦੇ ਵਿਸ਼ਵਾਸੀ ਨੂੰ ਦਇਆ ਘੇਰੀ ਰੱਖੇਗੀ। ਆਇਤ ਨੰਬਰ 11, ਹੇ ਧਰਮੀਓ ਪ੍ਰਭੂ ਦੀ ਸੰਗਤ ਵਿੱਚ ਆਨੰਦਿਤ ਹੋਵੋ, ਹੇ ਸਾਫ਼ ਦਿਲੋਂ ਖੁਸ਼ੀ ਦੇ ਨਾਰੇ ਮਾਰੋ। ਪ੍ਰਭੂ ਦੇ ਵਚਨ ਪੜ੍ਹੇ ਔਰ ਸੁਣੇ ਜਾਣ ਵਿੱਚ ਆਸ਼ੀਸ਼ ਤੇ ਬਰਕਤ ਮਿਲੇ। ਆਮੀਨ। Amin. Thank you ਇਸ reading ਲਈ। ਆਓ ਹੁਣ ਅਸੀਂ ਪਾਸਟਰ ਐਰਿਕ ਸਰਵਰ ਦੇ ਨਾਲ ਕਲਾਮ ਦੇ ਰਿਫਲੈਕਸ਼ਨ ਤੇ ਇੰਟਰਪ੍ਰੀਟੇਸ਼ਨ ਵਿੱਚ ਹੁਣ ਜਾਵਾਂਗੇ। बहुत बहुत शुक्रिया अंकल जोशुआ, सिस्टर ज्योति, एंजल और भाई चौहान साहब और साढ़े जिन्ने भैन भरा सज्जन मित्र यार दोस्त फ्रेंड जोन फैमिली सारे जिथे भी दुनिया 'ਚ बैठे ने ਤੁਹਾਨੂੰ ਸਾਰਿਆਂ ਨੂੰ ਮਸੀਹ ਯਸੂ ਦੀ ਸਲਾਮਤੀ ਹਾਸਲ ਹੋਵੇ। ਤੇ ਇਹਦੇ ਨਾਲ ਅੱਜ ਅਸੀਂ ਤੁਹਾਡੇ ਕੋਲ ਨਾਲ ਸ਼ੇਅਰ ਕਰਾਂਗੇ ਜ਼ਬੂਰ ਨੰਬਰ 32 ਔਰ ਜ਼ਬੂਰ ਨੰਬਰ 32 ਬੜਾ ਮਸ਼ਹੂਰ ਗੀਤ ਹੈ। ਜ਼ਬੂਰ ਅਸੀਂ ਗਾਉਂਦੇ ਹਾਂ ਜੈਸੇ ਜਿਵੇਂ ਚੌਹਾਨ ਸਾਹਿਬ ਨੇ ਵੀ ਕਿਹਾ ਵੇ ਕਿ ਮੋਸਟਲੀ ਜਦੋਂ ਅਸੀਂ ਕਨਫੈਸ਼ਨ ਜਾਂ ਜਦੋਂ ਅਸੀਂ ਅਸ਼ਾਇਰਬਾਨੀ ਜਦੋਂ ਅਸੀਂ ਲੈਂਦੇ ਹਾਂ ਖੁਦਾਵੰਦ ਦੀ ਮੇਜ਼ 'ਤੇ ਜਦੋਂ ਜਾਂਦੇ ਹਾਂ ਔਰ ਇਹ ਜਿਹੜੀ ਸਾਡੀ ਇਬਾਦਤ ਹੈ ਉਹਦਾ ਜਿਹੜਾ ਬੜਾ ਅਹਿਮ ਬੜਾ ਇੰਪੋਰਟੈਂਟ ਜਿਹੜਾ ਆਸਪੈਕਟ ਹੈ ਐਲੀਮੈਂਟ ਹੈ ਆਪਣੇ ਗੁਨਾਹਾਂ ਦਾ ਇਕਰਾਰ ਕਰਨਾ, ਉਹਦੇ ਲਈ ਸਾਨੂੰ ਲੈਂਗੁਏਜ ਫਰਾਹਮ ਕਰਦਾ ਵੇ। ਲੇਕਿਨ ਇਹ ਤੋਂ ਪਹਿਲਾਂ ਕਿ ਅਸੀਂ ਇਹਦੇ ਪ੍ਰੋਪਰ ਰਿਫਲੈਕਸ਼ਨ 'ਤੇ ਜਾਈਏ, ਜਿੰਨੇ ਲੋਕ ਵੇਖਣ ਡਏ ਨੇ ਸੁਣਨ ਡਏ ਨੇ ਸਾਡੇ ਨਾਲ ਰਲ ਕੇ ਆਓ ਅਸੀਂ ਖੁਦਾ ਦੇ ਕਲਾਮ ਨੂੰ ਫੈਲਾਈਏ ਤੁਹਾਡੇ ਆਪਣੇ ਪੇਜ 'ਤੇ ਆਪਣੇ ਫਰੈਂਡ ਦੇ ਨਾਲ ਔਰ ਆਪਣੇ ਜਿੱਥੇ ਤੁਹਾਡਾ ਸਰਕਲ ਹੈ ਨੈਟਵਰਕ ਹੈ ਜਿੱਥੇ ਲੋਕੀ ਡਿਜੀਟਲ ਸਪੇਸ 'ਤੇ ਬੈਠੇ ਹੋਏ ਨੇ ਉੱਥੇ ਅਸੀਂ ਖੁਦਾ ਦੇ ਕਲਾਮ ਦੀ ਆਵਾਜ਼ ਨੂੰ ਔਰ ਖੁਦਾ ਦੇ ਪੈਗਾਮ ਨੂੰ ਅਸੀਂ ਪਹੁੰਚਾਈਏ ਆਪਣੇ ਔਰੋਂ ਤਾਂ ਕਿ ਜ਼ਿਆਦਾ ਲੋਕਾਂ ਤੱਕ ਖੁਦਾ ਦਾ ਕਲਾਮ ਜਿਹੜਾ ਵੇ ਉਹ ਪਹੁੰਚ ਸਕੇ। ਸੋ ਆਈਏ ਅਸੀਂ ਜ਼ਬੂਰ 32 ਤੇ ਜਾਂਦੇ ਹਾਂ ਜੀ। ਔਰ ਮੇਰਾ ਸਵਾਲ ਮੇਰੇ ਪੈਨਲਿਸਟ ਨੂੰ ਵੀ ਤੁਹਾਨੂੰ ਸਾਰੇ ਜਿਹੜੇ ਸੁਣਨ ਦੇ ਉਹਨਾਂ ਨੂੰ ਇਹ ਆਵੇ ਜੀ, ਸਾਰਿਆਂ ਨਾਲੋਂ ਪਹਿਲਾਂ ਤੁਹਾਡੀ ਮੈਮਰੀ ਦੇ ਵਿੱਚ ਕਿਹੜੀ ਆਇਤ ਹੈ ਜਾਂ ਕਲਾਮ ਦਾ ਹਿੱਸਾ ਵਾ ਜਿਹੜਾ ਤੁਹਾਨੂੰ ਜ਼ੁਬਾਨੀ ਯਾਦ ਕਰਾਇਆ ਗਿਆ? ਕੀ ਖਿਆਲ ਹੈ? खुदावंद मेरा चौपान है। ਜ਼ਬੂਰ 23। ਓਕੇ ਜੀ। ਹਾਂਜੀ ਅੰਕਲ ਜੀ। I will lift up mine eyes unto the hills, from where comes my help. 121 ਜ਼ਬੂਰ, ਠੀਕ ਹੈ। ਸਰ ज्योति। ਜ਼ਬੂਰ ਨੰਬਰ 91। ਉਹ ਸਾਰੇ ਜ਼ਬੂਰ ਬਹੁਤ ਵਧੀਆ ਪਰ ਖੁਦਾ ਦਾ ਪ੍ਰਭੂ ਦਾ ਧੰਨਵਾਦ ਉਹਦੇ ਵਿੱਚ ਬਹੁਤ ਹੈ। ਮੈਂ ਹਮੇਸ਼ਾ ਜ਼ਬੂਰ ਨੰਬਰ 91 ਹੀ ਪੜ੍ਹਦੀ ਹਾਂ ਜਦੋਂ ਪ੍ਰਭੂ ਦਾ ਧੰਨਵਾਦ, ਪ੍ਰਭੂ ਦੀ ਜੈਕਾਰ ਔਰ ਪ੍ਰਭੂ ਦੀ ਮਹਿਮਾ। ਜ਼ੁਬਾਨੀ ਕਿਹੜੀ ਕੀ ਯਾਦ ਹੈ? ਜ਼ੁਬਾਨੀ ਕਿਹੜੀ ਆਇਤ? ਜ਼ੁਬਾਨੀ ਜਿਸ ਤਰ੍ਹਾਂ ਪਾਸ ਬ੍ਰਦਰ ਜੀ ਨੇ ਦੱਸਿਆ, ਅੱਖੀਆਂ ਚੁੱਕਦਾ ਹਮੇ ਬਲ ਪਾਣਾ। ਓਕੇ ਐਂਜਲ। ਮਦਦ ਲਈ ਮੈਂ ਕਿਸ ਨੂੰ ਪੁਕਾਰਾਂ, ਉਹ ਆਇਤ ਕਾਫੀ ਮਸ਼ਹੂਰ ਹੈ। ਬਚਪਨ ਤੋਂ John 3:16 for God so loved the world. That what I was waiting ਕਿ ਇਹ ਕੌਣ ਕਹੇਗਾ। This is a typical verse. यूहन्ना 3:16 कि जी खुदा ने जहान से ऐसी मोहब्बत रखी कि उसने अपना इकलौता बेटा बख्श दिया कि जो कोई उस पर ईमान लाए हलाक ना हो बल्कि हमेशा की ਜ਼ਿੰਦਗੀ ਪਾਏ। ਓਕੇ ਦੈਟਸ ਪਾਵਰਫੁਲ ਕਿਉਂਕਿ ਬਿਲੀ ਗ੍ਰੈਮ ਦੌਰ ਤੋਂ ਲੈ ਕੇ ਜਦੋਂ ਦਾ ਅਸੀਂ 50th ਸੈਂਚੁਰੀ ਜਿਹੜੀ ਐਂਜਲ ਦੀ ਜਨਰੇਸ਼ਨ ਹੈ ਜਾਂ ਇਹਦੇ ਪਿੱਛੇ ਜਿਹੜੀ ਸਾਡੀ ਜਨਰੇਸ਼ਨ ਹੈ, ਐਕਚੁਅਲੀ ਦੈਟ ਵਾਜ਼ ਦ ਕੀ ਵਰਡਸ ਅਰਾਊਂਡ ਦ ਵਰਲਡ ਕੰਸਰਨਿੰਗ ਵਿਦ ਬਿਲੀ ਗ੍ਰੈਮ ਇਵੈਂਜਲਿਸਟਿਕ ਕੈਂਪੇਨ ਔਰ ਗ੍ਰੇਟ ਕਮਿਸ਼ਨ ਜਿਹੜਾ ਵੇ ਨਾ ਉਹ ਯਾਦ ਕਰਾਇਆ ਜਾਂਦਾ ਸੀ। ਲੇਕਿਨ ਤੁਹਾਨੂੰ ਪਤਾ ਹੈ ਕ੍ਰਿਸਚਨ ਐਜੂਕੇਸ਼ਨ ਦੇ ਵਿੱਚ ਜਿਹੜਾ ਸਾਰਿਆਂ ਨਾਲੋਂ ਪਹਿਲਾ ਇੱਕ ਬੜੀ ਹੋਰ ਇੰਪੋਰਟੈਂਟ ਚੀਜ਼ ਯਾਦ ਕਰਾਈ ਜਾਂਦੀ ਹੈ, ਪੁਰਾਣੇ ਏਹਦਨਾਮੇ ਦੇ ਵਿੱਚੋਂ 10 ਹੁਕਮ ਬੱਚਿਆਂ ਨੂੰ ਯਾਦ ਕਰਾਏ ਜਾਂਦੇ ਹਨ ਤੇ ਨਵੇਂ ਏਹਦਨਾਮੇ ਦੇ ਵਿੱਚੋਂ ਦੁਆਏ ਰਬਾਨੀ, ਐ ਹਮਾਰੇ ਬਾਪ ਤੂੰ ਜੋ ਆਸਮਾਨ। ਅੱਛਾ ਦਿਲਚਸਪ ਗੱਲ ਹੈ ਵੀ ਮੈਨੂੰ ਨਹੀਂ ਪਤਾ ਤਰਜਮਾ ਕਰਨ ਵਾਲਾ ਕਿਉਂ ਗਲਤੀਆਂ ਕੀਤੀਆਂ ਨੇ, ਲੇਕਿन इसके बावजूद हो कि दैट्स एवरी जनरेशन वर्क। एक्चुअली दैट्स नॉट तू जो आसमान पर है, तू जो आसमानों में है। एक्चुअली इट्स हेवंस। सो ग्रीक वर्ड होते हेवंस है, प्लूरल है, वो तो सिंगुलर नहीं है। सो
ਉਹਦੇ ਵਿੱਚ ਜਿਹੜਾ ਜ਼ਬੂਰ ਅਸੀਂ ਜਿਹੜੀ ਦੁਆਏ ਰਬਾਨੀ ਜਦੋਂ ਅਸੀਂ ਪੜ੍ਹਦੇ ਹਾਂ ਔਰ ਬਚਪਨ ਤੋਂ ਤੁਹਾਨੂੰ ਪਤਾ ਹੈ ਇੱਧਰ ਸ਼ੁਰੂ ਕਰੋ ਪੰਜਾਬ ਹੈ ਜਾਂ ਸਾਡਾ ਇੰਡੀਆ ਹੈ ਜਾਂ ਪਾਕਿਸਤਾਨ ਹੈ ਸਾਡੇ ਇੱਥੇ ਭਾਵੇਂ ਡਿਆਸਪੋਰਾ ਚਰਚ ਅਸੀਂ ਦੁਨੀਆ 'ਚ ਕਿਤਲੇ ਵੀ ਬੈਠੇ ਆ ਨਾ ਜਿੱਥੇ ਤੁਸੀਂ ਸ਼ੁਰੂ ਕਰਨਾ ਆ ਹਮਾਰੇ ਬਾਪ ਹੈ ਜਿੱਦਾਂ ਜੇ ਬੱਚਿਆਂ ਨਾਲ ਬਟਨ ਦਬਕਦਾ ਡਰ ਨੱਠ ਕੇ ਜਨਾਬ ਫਰ ਹੋਣੇ ਨਾ ਫਰ ਕਰਕੇ ਉਹ ਜਨਾਬ ਦੁਆਏ ਰਬਾਨੀ ਜਿਹੜੀ ਨਾ ਜ਼ਬਾਨੀ ਫਟਾਫਟ ਰੇਸ ਲੱਗ ਜਾਂਦੀ ਹੈ ਕਿਹੜਾ ਛੇਤੀ ਪੜ੍ਹਦਾ ਉਹ ਸਾਨੂੰ ਯਾਦ ਹੁੰਦੀ ਹੈ ਬਚਪਨ ਤੋਂ ਲੇਕਿਨ ਅਸੀਂ ਬੁੱਢੇ ਹੋਣ ਤੱਕ ਵੀ ਜਿਹੜਾ ਉਹਦਾ ਇੱਕ ਐਸਪੈਕਟ ਹੈ ਨਾ ਉਹ ਜ਼ਬੂਰ ਉਸ ਦੁਆ ਦੇ ਵਿੱਚ ਜਿਹਨੂੰ ਮੈਂ ਹੁਣ ਰਿਲੇਟ ਕਰਾਂਗਾ ਦਾਊਦ ਦੇ ਇਸ ਜ਼ਬੂਰ ਦੇ ਨਾਲ ਉਹ ਵੇਖ ਕੇ ਜਿਵੇਂ ਖੁਦਾਵੰਦ ਜਿਵੇਂ ਅਸੀਂ ਆਪਣੇ ਖਿਲਾਫ ਗੁਨਾਹ ਕਰਨ ਵਾਲਿਆਂ ਨੂੰ ਮਾਫ ਕਰਨੇ ਆ ਉਂਝ ਹੀ ਤੂੰ ਕੀ ਕਰ ਸਾਨੂੰ ਵੀ ਮਾਫ ਓਕੇ ਜੀ ਨਾ ਅਸੀਂ ਹਰ ਸੰਡੇ ਹਰ ਇਤਵਾਰ ਘਰ 'ਚ ਇਕੱਲੇ ਹਾਂ ਉੱਠਦੇ ਹਾਂ ਬਹਿੰਦੇ ਹਾਂ ਅਸੀਂ ਤੋਤੇ ਵਾਂਗੂ ਰੱਟਾ ਲਾਉਂਦੇ ਹਾਂ ਰੱਟਾ ਲਾਏ ਰੱਖਣਾ ਅਤੇ ਓਨੇ ਹੀ ਸਾਡੇ ਇੱਕ ਦੂਜੇ ਦੇ ਖਿਲਾਫ ਕੀ ਹੋਏ ਹੁੰਦੇ ਨੇ ਤੋਪਾਂ ਦੇ ਰੁੱਖ ਹੋਏ ਹੁੰਦੇ ਨੇ ਠੀਕ ਹੈ ਓਨੇ ਹੀ ਅਸੀਂ ਇੱਕ ਦੂਜੇ ਨੂੰ ਅਸੀਂ ਮਾਫ ਨਹੀਂ ਕਰਦੇ ਨਾ ਜੀ ਨਾ ਮੈਂ ਤਾਂ ਉਹਨੂੰ ਮਾਫ ਨਹੀਂ ਕਰ ਸਕਦਾ ਕੋਈ ਕਹਿੰਦਾ ਚਲੋ ਮਾਫ ਕਰ ਦਾਂਗੇ ਲੇਕਿਨ ਭੁੱਲ ਨਹੀਂ ਸਕਦਾ ਜੀ ਆਈ ਫੋਰਗੋਟ ਫੋਰਗਿਵ ਐਂਡ ਫੋਰਗੈਟ ਮਤਲਬ ਦੀਜ਼ ਆਰ ਟੂ ਡਿਫਰੈਂਟ ਐਸਪੈਕਟ ਖੁਦਾ ਦਾ ਬੰਦਾ ਦਾਊਦ ਜਿਹੜਾ ਵੇ ਇਹ ਜ਼ਬੂਰ ਦਾ ਜਿਵੇਂ ਟਾਈਟਲ ਪੜ੍ਹਿਆ ਗਿਆ ਵੇ ਉਹ ਵੇ ਕਿ ਜੀ ਮਾਫੀ ਲਈ ਪ੍ਰਾਰਥਨਾ ਠੀਕ ਹੈ ਸੋ ਅਸੀਂ ਅੱਜ ਵੇਖਾਂਗੇ ਕਿ ਇਹ ਜਿਹੜਾ ਜ਼ਬੂਰ ਹੈ ਇਹਦਾ ਜਿਹੜਾ ਮੇਜਰ ਥੀਮ ਹੈ ਉਹਦੇ ਦੋ ਮੇਜਰ ਥੀਮ ਦੇ ਵਿੱਚ ਕਨਫੈਸ਼ਨ ਇਕਰਾਰ ਕਰਨਾ ਔਰ ਉਹਦੇ ਬਾਅਦ ਕੀ ਹੈ ਆਪਣੇ ਗੁਨਾਹ ਦਾ ਇਕਰਾਰ ਕਰਕੇ ਤੇ ਫਿਰ ਖੁਦਾ ਕੋਲੋਂ ਕੀ ਮੰਗਣੀ ਮਾਫੀ ਮੰਗਣੀ ਠੀਕ ਹੈ ਸੋ ਥੀਜ਼ ਆਰ ਟੂ ਮੇਜਰ ਐਸਪੈਕਟ ਜਿਹਦੇ ਅਸੀਂ ਇਹਦੇ ਵਿੱਚ ਵੇਖਾਂਗੇ ਕਿ ਦਾਊਦ ਸਾਡੀ ਮਦਦ ਕਿਵੇਂ ਕਰਦੇ ਨੇ ਠੀਕ ਹੈ ਸੋ ਇਹਦਾ ਹਿਸਟੋਰੀਕਲ ਬੈਕਗਰਾਉਂਡ ਜਿਹੜਾ ਵੇ ਨਾ ਉਹ ਸਾਨੂੰ ਲੱਭਣਾ ਬੜਾ ਮੁਸ਼ਕਲ ਹੈ 2 ਜਾਂ 3 ਖਿਆਲਾਤ ਨੇ ਔਰ ਉਹ ਕੀ ਹੈ ਪਹਿਲੀ ਗੱਲ ਤਾਂ ਆਵੇ ਕਿ ਦਾਊਦ ਦਾ ਜ਼ਬੂਰ ਹੈ ਠੀਕ ਹੈ ਦਾਊਦ ਦਾ ਮਜ਼ਮੂਰ ਔਰ ਮਸ਼ਕੀਲ ਅੱਛਾ ਜੀ ਮਸ਼ਕੀਲ ਸਾਨੂੰ ਅੱਗੇ ਵੀ ਮਿਲੇਗਾ ਤੇ ਮਸ਼ਕੀਲ ਦਾ ਮਤਲਬ ਇਹ ਵੇ ਕਿ ਐਸੀ ਪੋਇਟਰੀ ਜਿਹਦੇ ਵਿੱਚ ਵਿਜ਼ਡਮ ਹੋਏ ਇਨਸਟਰਕਸ਼ਨ ਹੋਏ ਔਰ ਜਿਹਦੇ ਵਿੱਚ ਮੈਡੀਟੇਸ਼ਨ ਦਾ ਐਸਪੈਕਟ ਹੋਏ ਦੈਟਸ ਨਾਟ ਲੈਮੈਂਟੇਸ਼ਨ ਨੋਹਾ ਮਾਤਮ ਐਹਤਜਾਜ ਨਹੀਂ ਹੈ ਦੈਟਸ ਨਾਟ ਈਵਨ ਪ੍ਰੇਜ਼ ਓਕੇ ਵਾਟ ਇਜ਼ ਦ ਡਿਫਰੈਂਸ ਬਿਟਵੀਨ ਮਸ਼ਕੀਲ ਦਾ ਮਤਲਬ ਹੈ ਕਿ ਐਸਾ ਗੀਤ ਜਾਂ ਐਸੀ ਸ਼ਾਇਰੀ ਜਿਹਦੇ ਵਿੱਚ ਹਿਕਮਤ ਔਰ ਦਾਨਾਈ ਦੀ ਕੀ ਹੋਏ ਗੱਲ ਹੋਏ ਕਿ ਤੁਹਾਂ ਵਰਤਾਓ ਕਿਵੇਂ ਕਰਨਾ ਲਾਈਫ ਕਿਵੇਂ ਗੁਜ਼ਾਰਨੀ ਤੁਹਾਡਾ ਸੋਸ਼ਲ ਵਿਜ਼ਡਮ ਉਹਦੇ ਵਿੱਚ ਜਿਹੜੀ ਹੈ ਨਾ ਉਹ ਕੀ ਹੋਣੀ ਚਾਹੀਦੀ ਹੈ ਠੀਕ ਹੈ ਸੋ ਇਸ ਲਈ ਮਸ਼ਕੀਲ ਦਾ ਮਤਲਬ ਤੁਹਾਨੂੰ ਸਮਝ ਆ ਗਿਆ ਜੀ ਠੀਕ ਹੈ ਦਾਊਦ ਦਾ ਜ਼ਬੂਰ ਹੈ ਨਾ ਦਾਊਦ ਤੇ ਗੱਲ ਕਰਨੇ ਆ ਵੀ ਆਲ ਵੈਰੀ ਵੈਲ ਨੋਨ ਦਾਊਦ ਕਿ ਜੀ ਕਿੰਗ ਡੇਵਿਡ ਉਹਦੇ 2 ਵਜ੍ਹਾ ਤੋਂ ਅਸੀਂ ਬੜੇ ਮਸ਼ਹੂਰ ਤੌਰ ਤੇ ਜਾਣਦੇ ਆ ਜਿਹਨਾਂ ਨੂੰ ਨੱਚਣ ਦਾ ਸ਼ੌਕ ਹੈ ਕਲਾਮ ਗੀਤਾਂ ਜ਼ਬੂਰਾਂ ਦੇ ਉੱਤੇ ਉਹ ਕਹਿੰਦਾ ਜੀ ਦਾਊਦ ਵੀ ਨੱਚਿਆ ਸੀ ਤਾਂ ਹਾਂ ਵੀ ਨੱਚਣਾ ਹੈ ਦੈਟਸ ਨੰਬਰ 1 ਇੱਕ ਉਹਨਾਂ ਨੂੰ ਯਾਦ ਦਾਊਦ ਨੱਚਿਆ ਸੀ ਜੀ ਦੂਜੇ ਨੰਬਰ 'ਤੇ ਦਾਊਦ ਮਸ਼ਹੂਰ ਹੈ ਕਿ ਜੀ ਜ਼ਬੂਰਾਂ ਦੇ ਹਵਾਲੇ ਨਾਲ ਮਜ਼ਾਮੀਰ ਉਹਨੇ ਲਿਖੇ ਹਾਲਾਂਕਿ ਸਾਨੂੰ ਪਤਾ ਵੈਸੀ ਚੂੰਕਿ ਜ਼ਬੂਰ ਦੀ ਕਿਤਾਬ ਪੜ੍ਹਨ ਵੀ ਡਏ ਹਾਂ ਕਿ ਦਾਊਦ ਦੇ ਸਿਰਫ 70 ਦੇ ਕਰੀਬ ਜ਼ਬੂਰ ਨੇ 150 ਦੇ ਵਿੱਚੋਂ ਬਾਕੀ 50 ਔਰਫਨ ਨੇ ਔਰ ਬਾਕੀ 50 ਜਿਹੜੇ ਨੇ ਬਨੀ ਕੋਰਾ ਔਰ ਆਸਫ ਔਰ ਯਦੂਤੂਨ ਦੇ ਜ਼ਬੂਰ ਨੇ ਸੋ ਦੈਟਸ ਥਰਡ ਥਿੰਗ ਤੀਸਰਾ ਇੱਕ ਬੜਾ ਮਸ਼ਹੂਰ ਵਾਕਿਆ ਜਿਹੜਾ ਦਾਊਦ ਦਾ ਅਕਸਰ ਕੋਟ ਕੀਤਾ ਜਾਂਦਾ ਵੇ ਉਹ ਵੇ ਜੀ ਦਾਊਦ ਦਾ ਬਤਸਬਾ ਦੇ ਨਾਲ ਇਸ਼ਕ ਤੇ ਉਹਦੇ ਬਾਅਦ ਉਹਦੇ ਸ਼ੌਹਰ ਨੂੰ ਕਤਲ ਕਰਾ ਕੇ ਹਿੱਤੀ ਹੋਰੀਆਂ ਨੂੰ ਤੇ ਬਤਸਬਾ ਨੂੰ ਆਪਣੇ ਘਰ ਲੈ ਆਇਆ ਓਕੇ ਨਾਓ ਸਕਾਲਰਸ ਆਰ ਫਰੈਗਮੈਂਟਡ ਕਿ ਜੀ ਇਹ ਜਿਹੜਾ ਜ਼ਬੂਰ 32 ਹੈ ਤੇ ਜਿਹੜਾ ਜ਼ਬੂਰ 51 ਹੈ ਇਹ ਦੋਵੇਂ ਜ਼ਬੂਰ ਇਕੱਠੇ ਕਨਫੈਸ਼ਨ ਨੇ 51 ਬੜਾ ਮਸ਼ਹੂਰ ਜ਼ਬੂਰ ਹੈ ਫਜ਼ਲ ਨਾਲ ਹੈ ਰੱਬ ਬਖਸ਼ ਗੁਨਾਹ ਸਭ ਮੇਰੇ ਵਾਂਗੂ ਫਜ਼ਲ ਰਹਿਮ ਕਰ ਉਹਦੇ ਟਾਈਟਲ ਤੇ ਸਾਫ਼ ਲਿਖਿਆ ਹੋਇਆ ਵੇ ਕਿ ਦਾਊਦ ਨੇ ਜ਼ਬੂਰ ਉਦੋਂ ਲਿਖਿਆ ਜਦੋਂ ਨਾਤਨ ਨਬੀ ਨੇ ਉਹਨੂੰ ਜਾ ਕੇ ਤੇ ਬਤਸਬਾ ਔਰ ਹਿੱਤੀ ਓਰੀਆ ਦੇ ਕਤਲ ਦੇ ਗੁਨਾਹ ਦਾ ਉਹਨੂੰ ਜਾ ਕੇ ਕਨਫਰੰਟ ਕੀਤਾ ਤੇ ਉਹਦੇ ਬਾਅਦ ਜਿਹੜਾ ਵੇ ਦਾਊਦ ਨੇ ਕਨਫੈਸ਼ਨ ਕੀਤਾ ਸੋ ਉਹ ਤਾਂ ਸਰਨਾਮਾ ਕਲੀਅਰ ਹੈ ਅੱਛਾ ਹੁਣ ਜਿਹੜਾ ਜ਼ਬੂਰ 32 ਹੈ ਇਹ ਹੈ ਵੀ ਕਨਫੈਸ਼ਨ ਹੈ ਇਹ ਵੀ ਇਕਰਾਰ ਹੈ ਗੁਨਾਹ ਦਾ ਲੇਕਿਨ ਇਹਦਾ ਹਿਸਟੋਰੀਕਲ ਬੈਕਗਰਾਉਂਡ ਕੀ ਹੈ ਵੀ ਡਜ਼ਨਟ ਨੋ ਓਕੇ ਲੇਕਿਨ ਤੁਹਾਨੂੰ ਪਤਾ ਵੇ ਕਿ ਦਾਊਦ ਦਾ ਇੱਕ ਹੋਰ ਗੁਨਾਹ ਸੀ ਜਿਹੜਾ ਕਿ ਬਾਈਬਲ ਦੇ ਵਿੱਚ ਲਿਖਿਆ ਹੋਇਆ ਲੇਕਿਨ ਉਹਨੂੰ ਬੜਾ ਘੱਟ ਹਾਈਲਾਈਟ ਕੀਤਾ ਜਾਂਦਾ ਵੇ ਉਹਨੂੰ ਬੜਾ ਮਤਲਬ ਉਹ ਆਲਵੇਜ਼ ਮੋਸਟਲੀ ਉਹਦੇ 'ਤੇ ਗੱਲਬਾਤ ਨਹੀਂ ਹੁੰਦੀ ਠੀਕ ਹੈ ਨਾ ਲੇਕਿਨ ਅੱਜ ਅਸੀਂ ਚੂੰਕਿ ਜ਼ਬੂਰ 32 ਇਕਰਾਰ ਕਨਫੈਸ਼ਨ ਔਰ ਦਾਊਦ 'ਤੇ ਗੱਲ ਕਰਨ ਰਹੇ ਹਾਂ ਸੋ ਵਿਲ ਗੋ ਔਨ ਦੈਟ ਸਿਨ ਜਿਹੜੀ ਖੁਦਾ ਨੇ ਦਾਊਦ ਨੂੰ ਬੜੀ ਕਰਖਤ ਸਜ਼ਾ ਦਿੱਤੀ ਇੱਕ ਹੋਰ ਉਹ ਕੀ ਹੈ ਜ਼ਰਾ ਮੇਰੇ ਨਾਲ ਖੋਲੋ ਜੀ ਕੀ ਉਹਨੂੰ ਕਹਿੰਦੇ ਨੇ ਆਪਣਾ ਦਾਊਦ ਦਾ ਗੁਨਾਹ ਸੀ ਸੋ ਪਹਿਲਾ ਗੁਨਾਹ ਤੁਹਾਨੂੰ ਸਮਝ ਆ ਗਿਆ ਨਾ ਪਹਿਲਾ ਗੁਨਾਹ ਉਹਦਾ ਕੀ ਸੀ ਕਤਲ ਔਰ ਆਪਣੇ ਬਤਸਬਾ ਦੇ ਨਾਲ ਆਪਣੇ ਰਿਲੇਸ਼ਨਸ਼ਿਪ ਨੂੰ ਉਹਨੇ ਛੁਪਾ ਕੇ ਰੱਖਿਆ ਠੀਕ ਹੈ ਜਿਹਦੀ ਵਜ੍ਹਾ ਨਾਲ ਖੁਦਾ ਦੇ ਨਾਂ ਨੂੰ ਲੋਕਾਂ ਨੂੰ ਤਕਫੀਰ ਕਰਨ ਦਾ ਮੌਕਾ ਮਿਲਿਆ ਐਂਡ ਦੈਟ ਵਾਸ ਦ ਮੇਨ ਰੀਜ਼ਨ ਜਿਹਦੀ ਵਜ੍ਹਾ ਨਾਲ ਖੁਦਾ ਨੇ ਉਹਨੂੰ ਕਿਹਾ ਜੀ ਕਿ ਬੱਚਾ ਜਿਹੜਾ ਪਹਿਲਾਂ ਪੈਦਾ ਹੋਇਆ ਮਰ ਜਾਏਗਾ ਸੋ ਦੈਟਸ ਫੇਮਸ ਸਟੋਰੀ ਓਕੇ ਲੇਕਿਨ ਇਹ ਤੋਂ ਪਹਿਲਾਂ ਜ਼ਰਾ ਦਾਊਦ ਦੇ ਬਾਰੇ ਅਸੀਂ ਪਹਿਲਾਂ ਇਹ ਵੇਖ ਲਈਏ ਕਿ ਜਿਹੜੇ ਲੋਕੀ ਦਾਊਦ ਦੇ ਗੁਨਾਹ ਨੂੰ ਬੜਾ ਹਾਈਲਾਈਟ ਕਰਦੇ ਨੇ
ਉਹਨਾਂ ਵਾਸਤੇ ਪਹਿਲਾਂ ਇਹ ਸਮਝ ਲਈ ਕਿ ਦਾਊਦ ਦਾ ਸਟੇਟਸ ਖੁਦਾ ਦਾ ਕਲਾਮ ਕੀ ਦੱਸਦਾ ਵੇ ਕਿ ਉਹਦਾ ਰਿਲੇਸ਼ਨਸ਼ਿਪ ਖੁਦਾ ਦੇ ਨਾਲ ਕੀ ਸੀ ਔਰ ਉਹਦਾ ਸਟੇਟਸ ਈਵਨ ਨਵੇਂ ਐਦਨਾਮੇ ਦੇ ਵਿੱਚ ਜਿਹੜਾ ਵੇ ਉਹਨੂੰ ਕੀ ਮਕਾਮ ਔਰ ਉਹਦਾ ਮਰਤਬਾ ਕੀ ਸੀ। ਠੀਕ ਹੈ, ਸੋ 2 ਹਵਾਲੇ ਜਦ ਅਸੀਂ ਵੇਖਾਂਗੇ। ਪਹਿਲਾ ਹਵਾਲਾ ਅਗਰ ਤੁਸੀਂ ਖੋਲੋ ਜੀ ਮੇਰੇ ਨਾਲ, ਪਹਿਲਾ ਸੈਮੂਅਲ 13 ਬਾਬ ਤੇ ਉਹਦੀ 14ਵੀਂ ਆਇਤ। ਅੰਕਲ ਜੋਸ਼ੂਆ ਤੁਸੀਂ ਫਸਟ ਸੈਮੂਅਲ ਖੋਲ ਲਵੋ ਤੇ ਆਪਣਾ ਸਿਸਟਰ ਜੋਤੀ ਤੁਸੀਂ ਰਸੂਲਾਂ ਦੇ ਕਰਤਾਓ 13 ਬਾਬ ਉਹਦੀ 22 ਆਇਤ। ਕਰਤਾਓ ਹੀ ਕਹਿੰਦੇ ਨਾ ਰਸੂਲਾਂ ਦੇ, ਕੀ ਕਹਿੰਦੇ ਨੇ? ਮਾਈਕ ਖੋਲ ਲਓ ਆਪਣੇ ਆਪਣੇ। ਇਹ ਦੋਵੇਂ ਰੈਫਰੈਂਸ ਜਰਾ ਵਾਰੀ ਪੜ੍ਹ ਦਿਓ ਜੀ। ਪਹਿਲਾ ਸੈਮੂਅਲ ਤੇ ਦੂਸਰਾ ਪਹਿਲਾ ਸੈਮੂਅਲ 13 ਬਾਬ 14 ਆਇਤ ਤੇ ਸਿਸਟਰ ਹਾਂਜੀ। ਜੋਤੀ ਨੇ ਰਸੂਲਾਂ ਦੇ ਮਾਲ 13 22 ਪੜ੍ਹਨਾ ਹੈ। ਤੁਹਾਂ 13 14 ਪਹਿਲਾ ਸੈਮੂਅਲ। ਅੱਛਾ, ਮੈਂ ਪੜਾਂਗਾ ਪਹਿਲਾ ਸੈਮੂਅਲ ਉਹਦਾ 13 ਬਾਬ ਤੇ ਉਹਦੀ 14ਵੀਂ ਆਇਤ। ਪਰ ਹੁਣ ਤਾਂ ਤੇਰਾ ਰਾਜ ਨਾ ਠਹਿਰੇਗਾ, ਕਿਉਂ ਜੋ ਯਹੋਵਾ ਨੇ ਇੱਕ ਆਪਣੇ ਮਨ ਦੇ ਅਨੁਸਾਰੀ ਮਨੁੱਖ ਨੂੰ ਪਾਲਿਆ ਅਤੇ ਯਹੋਵਾ ਨੇ ਆਪਣੇ ਲੋਕਾਂ ਦੇ ਪ੍ਰਧਾਨ ਬਣਨ ਲਈ ਉਹਨੂੰ ਆਗਿਆ ਕੀਤੀ, ਕਿਉਂਕਿ ਜੋ ਤੈਂ ਯਹੋਵਾ ਦੀ ਆਗਿਆ ਨੂੰ ਜੋ ਉਸਨੇ ਤੈਨੂੰ ਦਿੱਤੀ ਸੀ ਨਹੀਂ ਮੰਨਿਆ। ਹਾਂਜੀ ਠੀਕ ਹੈ। ਪਹਿਲਾ ਸੈਮੂਅਲ 13 14 ਪੜ੍ਹਿਆ ਜੇ? ਹਾਂਜੀ, ਓਕੇ ਸਿਸਟਰ ਜੋਤੀ ਤੁਸੀਂ ਅੱਗੇ ਪੜ੍ਹੋ ਜ਼ਰਾ। ਚੇਲਿਆਂ ਦੇ ਕਰਤੱਵ ਉਹਦਾ 13 ਬਾਬ ਮੈਂ 22 ਆਇਤ ਪੜਾਂਗੀ। ਐਕਟਸ 13:22 ਆਇਤ। ਫਿਰ ਉਸਨੂੰ ਹਟਾ ਕੇ ਦਾਊਦ ਨੂੰ ਉਹਨਾਂ ਦਾ ਰਾਜਾ ਨਿਯੁਕਤ ਕੀਤਾ। ਇਸ ਦੇ ਬਾਰੇ ਪਰਮੇਸ਼ਵਰ ਨੇ ਇਸ ਤਰ੍ਹਾਂ ਕਿਹਾ, ਮੈਨੂੰ ਇੱਕ ਮਨੁੱਖ ਯੱਸੀ ਦਾ ਪੁੱਤਰ ਦਾਊਦ ਮਿਲ ਗਿਆ ਹੈ, ਉਹ ਮੇਰੇ ਮਨ ਦੇ ਅਨੁਸਾਰ ਹੈ, ਉਹ ਮੇਰੀਆਂ ਸਭ ਇਛਾਵਾਂ ਪੂਰੀਆਂ ਕਰੇਗਾ। ਓਕੇ ਜੀ, ਸੋ ਅਸੀਂ ਵੇਖਦੇ ਹਾਂ ਜੀ ਕਿ ਖੁਦਾ ਦਾ ਕਲਾਮ ਜਿਹੜਾ ਵੇ ਪਹਿਲਾ ਸੈਮੂਅਲ 13 ਜਿਹੜਾ ਵੇ ਨਾ ਇਹ ਹਵਾਲਾ ਗਲਤ ਹੈ ਔਰ ਇਹ ਮੇਰਾ ਖਿਆਲ ਹੈ ਕਿ ਜਿਹੜਾ ਰੈਫਰੈਂਸ ਨਾ ਅਮਾਲ ਵਾਲਾ ਉਹ ਸਟੀਫਨ ਨੇ ਕੋਡ ਕੀਤਾ ਵੇ, ਸਟੀਫਨਸ ਨੇ ਸੌਰੀ ਕੋਡ ਕੀਤਾ। ਇਹ ਯਰੂਸ਼ਲਮ ਦੀ ਜਦੋਂ ਕੌਂਸਲ ਬੈਠੀ ਹੈ ਨਾ ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਦਾਊਦ ਦੇ ਬਾਰੇ 'ਚ ਕਿ ਖੁਦਾ ਦਾ ਕਲਾਮ ਕਹਿੰਦਾ ਵੇ ਕਿ ਖੁਦਾ ਫਰਮਾਉਂਦਾ ਕਿ ਦਾਊਦ ਜਿਹੜਾ ਵੇ ਇਸਰਾਇਲ ਦਾ ਸ਼ੀਰੀ ਨਗਮਾ ਸਾਜ਼ ਤੇ ਜਿਹੜਾ ਮੇਰੇ ਦਿਲ ਦੇ ਮੁਆਫਿਕ ਮੈਨੂੰ ਕੀ ਮਿਲ ਗਿਆ? ਬੰਦਾ ਮਿਲ ਗਿਆ। ਓਕੇ ਜੀ, ਸੋ that was introduction of King David by God himself ਕਿ ਮੇਰੇ ਦਿਲ ਦੇ ਮੁਆਫਿਕ ਮੈਨੂੰ ਬੰਦਾ ਮਿਲ ਗਿਆ ਵੇ। ਠੀਕ ਹੈ ਨਾ? ਓਕੇ, ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਬੰਦੇ 'ਚ ਕਮੀਆਂ ਕੋਈ ਨਹੀਂ, ਬੰਦੇ 'ਚ ਕਮਜ਼ੋਰੀਆਂ ਕੋਈ ਨਹੀਂ, ਜਾਂ ਬੰਦਾ ਬਲੰਡਰ ਨਹੀਂ ਕਰ ਸਕਦਾ। ਠੀਕ ਹੈ ਜੀ, ਅਸੀਂ ਇੱਥੇ ਬੜੇ ਲੋਕਾਂ ਨੂੰ ਅਸੀਂ ਆਈਕਨ ਬਣਾ ਦਿੰਦੇ ਹਾਂ, ਉਹਨਾਂ ਨੂੰ ਖੁਦਾ ਸਮਝ ਬਿਨਾਂ ਥੱਲੇ ਬੰਦਿਆਂ ਨੂੰ ਪਾਦਰੀਆਂ ਨੂੰ ਇੰਝ ਲੋਕੀ ਪੂਜਦੇ ਨੇ, ਇੰਝ ਉਹਨਾਂ ਦੇ ਮਗਰ ਪੈਂਦੇ ਨੇ ਜਿਵੇਂ ਬੰਦੇ ਨਹੀਂ ਕੋਈ ਉਤੋਂ ਕੋਈ ਸ਼ੈ ਉਤਰੀ ਹੋਈ ਹੈ। ਲੇਕਿਨ ਦੇ ਆਰ ਹਿਊਮਨ ਬੀਇੰਗਸ ਐਂਡ ਦੇ ਹੈਵ ਫਲॉज ਐਂਡ ਦੇ ਹੈਵ ਵੀਕਨੈਸਿਸ। ਸੋ ਇਸ ਲਈ ਸਾਨੂੰ ਇੰਝ ਲੈਣਾ ਚਾਹੀਦਾ। ਐਂਡ ਦਾਊਦ ਵਾਜ਼, ਕਿੰਗ ਡੇਵਿਡ ਵਾਜ਼ ਆਲਸੋ ਹੈਜ਼ ਦ ਸੇਮ ਪ੍ਰੋਬਲਮ। He was a human being, he has desires, he has sins ਔਰ ਬੜੇ ਉਹਦੇ ਇੱਕ ਦੋ ਗੁਨਾਹ ਜਿਹੜੇ ਅਸੀਂ ਅੱਗੇ ਵੇਖਾਂਗੇ ਹੁਣ। ਇੱਕ ਜਿਹੜਾ ਗੁਨਾਹ ਅਸੀਂ ਆਪ ਕੀਤਾ ਵੇ, ਲੇਕਿਨ ਸਟੇਟਸ ਉਹਦਾ ਕੀ ਹੈ? ਖੁਦਾ ਨੇ ਫੇਵਰ ਕੀਤੀ, ਖੁਦਾ ਨੇ ਉਹਨੂੰ ਆਪਣੇ ਦਿਲ ਦੇ ਮੁਆਫਿਕ ਬੰਦਾ ਅਨਾਉਂਸ ਕੀਤਾ। ਓਕੇ ਜੀ, ਪਹਿਲਾ ਗੁਨਾਹ ਅਸੀਂ ਵੇਚ ਚੁੱਕੇ ਹਾਂ ਹਿੱਤੀ ਓਰੀਆ ਔਰ ਉਹਦਾ ਦੂਜਾ ਸੈਮੂਅਲ 12 ਬਾਬ ਦੇ ਵਿੱਚ ਹੈ ਕਹਾਣੀ ਔਰ ਪਹਿਲਾ ਸਲਾਤੀਨ 15 ਬਾਬ ਹੈ ਔਰ ਸੈਕੰਡ ਸੈਮੂਅਲ 11 ਬਾਬ ਔਰ ਸੈਕੰਡ ਸੈਮੂਅਲ 11 12 ਇਹ ਦੋਵੇਂ ਚੈਪਟਰ ਨੇ ਜਿਹੜੀ ਬਤਸਬਾ ਦੀ ਸਟੋਰੀ ਬਿਆਨ ਕਰਦੇ। ਨਾਓ ਲੈਟਸ ਕਮ ਟੂ ਦਾ ਸੈਕੰਡ ਸਿਨ। ਦੂਸਰਾ ਗੁਨਾਹ ਜਿਹੜਾ ਵੇ ਜ਼ਰਾ ਖੋਲਿਓ ਮੇਰੇ ਨਾਲ ਜੀ, ਸੈਕੰਡ ਸੈਮੂਅਲ 24 ਬਾਬ ਤੇ ਫਸਟ ਇਤਿਹਾਸ 21 ਬਾਬ। ਠੀਕ ਹੈ ਜੀ, ਦੂਸਰਾ ਸੈਮੂਅਲ 24 ਤੇ ਪਹਿਲਾ ਇਤਿਹਾਸ 21। ਸੋ ਪਹਿਲਾਂ ਅਸੀਂ ਵੇਖਦੇ ਹਾਂ ਜੀ ਦੂਸਰਾ ਸੈਮੂਅਲ 24 ਬਾਬ। ਮੈਂ ਪੜਾਂਗਾ ਦੂਸਰਾ ਸੈਮੂਅਲ ਉਹਦਾ 24 ਬਾਬ 1 ਤੋਂ ਲੈ ਕੇ 17 ਆਇਤ ਤੱਕ। ਇਹਦੇ ਪਿੱਛੋਂ ਯਹੋਵਾ ਦਾ ਕ੍ਰੋਧ ਇਸਰਾਈਲ ਉੱਤੇ ਫਿਰ ਜਾਗਿਆ ਅਤੇ ਉਸਨੇ ਦਾਊਦ ਦੇ ਮਨ ਨੂੰ ਉਹਨਾਂ ਦੇ ਵਿਰੋਧ ਵਿੱਚ ਪ੍ਰੇਰਿਆ, ਭਈ ਜਾ ਇਸਰਾਈਲ ਅਤੇ ਯਹੂਦਾ ਦੀ ਗਿਣਤੀ ਕਰ। ਕਿਉਂ ਜੋ ਪਾਤਸ਼ਾਹ ਨੇ ਯੋਆਬ ਸੈਨਾਪਤੀ ਨੂੰ ਜੋ ਉਹਦੇ ਨਾਲ ਸੀ ਆਖਿਆ, ਭਈ ਇਸਰਾਈਲ ਦੇ ਸਾਰੇ ਗੋਤਾਂ ਵਿੱਚ ਦਾਨ ਤੋਂ ਲੈ ਕੇ ਬਾਹਰ ਸਭਾ ਤੋੜੀ ਲੰਘ ਜਾ ਅਤੇ ਲੋਕਾਂ ਨੂੰ ਗਿਣ ਲੈ, ਭਈ ਮੈਨੂੰ ਲੋਕਾਂ ਦੀ ਗਿਣਤੀ ਮਾਲੂਮ ਹੋਵੇ। ਤਦ ਯੋਆਬ ਨੇ ਪਾਤਸ਼ਾਹ ਨੂੰ ਆਖਿਆ, ਯਹੋਵਾ ਤੁਹਾਡਾ ਪਰਮੇਸ਼ਵਰ ਲੋਕਾਂ ਨੂੰ ਉਸ ਨਾਲੋਂ ਜਿੰਨੇ ਉਹ ਹਨ 100 ਗੁਣਾ ਵਧੇਕ ਕਰੇ ਅਤੇ ਮੇਰੇ ਮਹਾਰਾਜ ਪਾਤਸ਼ਾਹ ਦੀਆਂ ਅੱਖੀਆਂ ਵੀ ਇਹ ਗੱਲ ਵੇਖਣ। ਪਰ ਇਸ ਗੱਲ ਦੇ ਕਾਰਨ ਮੇਰੇ ਮਹਾਰਾਜ ਪਾਤਸ਼ਾਹ ਦਾ ਮਨ ਕਾਹਨੂੰ ਖੁਸ਼ ਹੁੰਦਾ ਹੈ। ਪਰ ਪਾਤਸ਼ਾਹ ਦੀ ਗੱਲ ਯੋਆਬ ਦੇ ਉੱਤੇ ਅਤੇ ਦਲ ਦੇ ਸਰਦਾਰਾਂ ਉੱਤੇ ਪ੍ਰਬਲ ਪੈ ਗਈ ਅਤੇ ਯੋਆਬ ਦਲ ਦੇ ਥੈਂਕ ਯੂ। ਅੱਗੇ ਚੱਲਾਂਗੇ 10ਵੀਂ ਆਇਤ ਤੋਂ ਪੜੋ ਹੁਣ।
ਲੋਕਾਂ ਦੀ ਗਿਣਤੀ ਕਰਨ ਦੇ ਪਿੱਛੋਂ ਦਾਊਦ ਦੇ ਮਨ ਨੇ ਉਹਨੂੰ ਸਤਾਇਆ ਅਤੇ ਦਾਊਦ ਨੇ ਯਹੋਵਾ ਨੂੰ ਆਖਿਆ, ਭਈ ਇਹ ਜੋ ਮੈਂ ਕੀਤਾ ਹੈ ਵੱਡਾ ਪਾਪ ਹੈ। ਹੁਣ ਹੇ ਯਹੋਵਾ ਦਇਆ ਕਰ ਕਿ ਆਪਣੇ ਦਾਸ ਦੀ ਬਦੀ ਦੂਰ ਕਰ, ਕਿਉਂ ਜੋ ਮੈਂ ਵੱਡੀ ਮੂਰਖਤਾਈ ਦਾ ਕੰਮ ਕੀਤਾ ਹੈ। ਸੋ ਜਦ ਦਾਊਦ ਸਵੇਰ ਨੂੰ ਉੱਠਿਆ ਤਾਂ ਯਹੋਵਾ ਦੀ ਬਾਣੀ ਗਾਦ ਨਬੀ ਨੂੰ, ਜੋ ਦਾਊਦ ਦਾ ਗੈਬੀਨ ਸੀ, ਆਈ ਅਤੇ ਉਹਨੇ ਆਖਿਆ, ਜਾ ਕੇ ਦਾਊਦ ਨੂੰ ਬੋਲ, ਭਾਈ ਯਹੋਵਾ ਆਉਂ ਫਰਮਾਉਂਦਾ ਹੈ, ਜੋ ਮੈਂ ਤੇਰੇ ਅੱਗੇ 3 ਬਿਪਤਾ ਧਰਦਾ ਹਾਂ, ਸੋ ਤੂੰ ਇੱਕ ਉਹਨਾਂ ਵਿੱਚੋਂ ਚੁਣ ਲੈ ਜੋ ਮੈਂ ਤੇਰੇ ਉੱਤੇ ਪਾਵਾਂ। ਸੋ ਗਾਦ ਨੇ ਦਾਊਦ ਕੋਲ ਆ ਕੇ ਦੱਸਿਆ, ਪਰ ਉਹਨੇ ਉਹਨੂੰ ਪੁੱਛਿਆ, ਭਾਈ ਤੂੰ ਕੀ ਚਾਹੁੰਦਾ ਹੈ ਜੋ ਤੇਰੇ ਦੇਸ਼ ਵਿੱਚ ਤੇਰੇ ਉੱਤੇ 7 ਵਰਿਆਂ ਦਾ ਅਨਕਾਲ ਪਵੇ, ਜਾਂ 3 ਮਹੀਨਿਆਂ ਤੋੜੀ ਤੂੰ ਆਪਣੇ ਵੈਰੀਆਂ ਦੇ ਅੱਗੇ ਭੱਜੇ ਅਤੇ ਉਹ ਤੇਰੇ ਮਗਰ ਲੱਭਣ, ਜਾਂ ਤੇਰੇ ਦੇਸ਼ ਵਿੱਚ 3 ਦਿਨਾਂ ਤੋੜੀ ਮਰੀ ਪਾਵੇ। ਹੁਣ ਸਲਾਹ ਕਰ ਅਤੇ ਠਹਿਰਾ ਦੇ, ਜੋ ਮੈਂ ਉਸ ਨੂੰ ਜਿਸ ਨੇ ਮੈਨੂੰ ਕੱਲਿਆ ਹੈ ਕੀ ਉੱਤਰ ਦੇਵਾਂ। ਤਾਂ ਦਾਊਦ ਨੇ ਗਾਦ ਨੂੰ ਆਖਿਆ, ਮੈਂ ਵੱਡੇ ਪਵਾੜੇ ਵਿੱਚ ਫਾਥਾ ਹੋਇਆ ਹਾਂ। ਹੁਣ ਅਸੀਂ ਯਹੋਵਾ ਦੇ ਹੱਥ ਵਿੱਚ ਪਈਏ, ਕਿਉਂ ਜੋ ਉਸ ਦੀ ਵੱਡੀ ਕਿਰਪਾ ਹੈ, ਪਰ ਮਨੁੱਖ ਦੇ ਹੱਥ ਵਿੱਚ ਨਾ ਪਈਏ। ਓਕੇ, ਥੈਂਕ ਯੂ। ਹਾਂਜੀ, ਫਸਟ ਇਤਿਹਾਸ, ਹਾਂਜੀ ਸੇਮ ਸਟੋਰੀ ਲੇਕਿਨ ਡਿਫਰੈਂਟ ਪਰਸਪੈਕਟਿਵ। ਫਿਰ ਤੁਹਾਨੂੰ ਦੱਸਾਂਗਾ ਦੋਵਾਂ 'ਚ ਕੰਟਰਾਸਟ ਕੀ ਹੈ। ਮੈਂ ਪੜਾਂਗੀ ਪਹਿਲਾ ਇਤਿਹਾਸ, ਉਹਦਾ 21 ਬਾਬ ਉਹਦੀ 9 ਆਇਤ। ਤਦ ਪਰਮੇਸ਼ਵਰ ਨੇ ਦਾਊਦ ਦੇ ਨਬੀ ਗਾਦ ਨੂੰ ਕਿਹਾ, ਤੂੰ ਜਾ ਕੇ ਦਾਊਦ ਨੂੰ ਕਹਿ ਕਿ ਮੈਂ ਤੇਰੇ ਅੱਗੇ 3 ਗੱਲਾਂ ਰੱਖਦਾ ਹਾਂ, ਤੂੰ ਉਹਨਾਂ ਵਿੱਚੋਂ ਇੱਕ ਚੁਣ ਅਤੇ ਮੈਂ ਉਸ ਅਨੁਸਾਰ ਤੇਰੇ ਨਾਲ ਵਰਤਾਓ ਕਰਾਂਗਾ। ਅੱਗੇ ਪੜ੍ਹ। ਹਾਂਜੀ, 21 ਤੋਂ 21 ਦੀ ਪਹਿਲੀ ਆਇਤ ਪੜ੍ਹੋ ਦੁਬਾਰਾ। ਸ਼ੈਤਾਨ ਇਜ਼ਰਾਈਲੀਆਂ ਦੇ ਵਿਰੋਧ ਉੱਠਿਆ ਅਤੇ ਉਸਨੇ ਰਾਜਾ ਦਾਊਦ ਨੂੰ ਇਜ਼ਰਾਈਲ ਦੀ ਜਨਗਣਨਾ ਕਰਨ ਲਈ ਪ੍ਰੇਰਿਆ। ਓਕੇ, ਥੈਂਕ ਯੂ। ਤੁਸੀਂ ਜੀ ਇਹਨਾਂ ਦੋਵਾਂ ਹਵਾਲਿਆਂ 'ਚ ਇੱਕ ਚੀਜ਼ ਨੋਟ ਕਰੋਗੇ, ਦੈਟ ਵਾਸ ਅ ਕੁਐਸਚਨ, ਦੈਟਸ ਅ ਡੀਪ ਥਿਓਲੋਜੀਕਲ ਕੁਐਸਚਨ ਐਨੀਵੇ। 24 ਆਇਤ ਕਹਿੰਦੀ ਹੈ ਜੀ ਕਿ ਜੰਗ ਹੋਈ ਹੈ। ਕੌਨਟੈਕਸਟ ਕੀ ਹੈ ਹਵਾਲੇ ਦਾ, ਕਿ ਇਸਰਾਈਲ ਦੀ ਲੜਾਈ ਹੋਈ ਹੈ ਆਪਣੇ ਪੜੋਸੀਆਂ ਦੇ ਨਾਲ ਔਰ ਦਾਊਦ ਜੰਗ ਜਿੱਤ ਗਿਆ। ਠੀਕ ਹੈ, ਤੁਹਾਨੂੰ ਪਤਾ ਹੈ ਹੀ ਵਾਜ਼ ਅ ਵੈਰੀ ਵੈਲ ਟ੍ਰੇਨਡ, ਇਕੁਇਪਡ ਐਂਡ ਐਕਸਪੀਰੀਅੰਸਡ ਵਾਰੀਅਰ। ਜੰਗ ਜਦੋਂ ਜਿੱਤ ਗਿਆ ਵੇ ਨਾ, ਤੇ ਇਹਨੇ ਕਿਹਾ ਜੀ ਕਿ ਜ਼ਰਾ ਗਿਣੀਏ ਰਹੀ ਮੇਰੀ ਫੌਜ ਕਿੰਨੀ ਹੈ। ਠੀਕ ਹੈ, 24 आयत अपना 2 सैमुएल और 24 बाब की पहली आयत कहने लगी, इसके बाद खुदावंद का गुस्सा इसराइल पर भड़का। अच्छा, गुस्सा खुदा दा बनी इसराइल कौम ते भड़के आवे और उसने दाऊद के दिल को उनके खिलाफ ये कह कर उभारा। ओके, हियर यू गो। सैमुएल की किताब का मुसन्नफ कहंदा जी कि खुदा ने दाऊद दे दिल नूं की कीता, उभारिया। ओके, क्योंकि खुदा दा गुस्सा होया। लेकिन ਅਸੀਂ ਜਦੋਂ ਪਹਿਲਾ ਇਤਿਹਾਸ ਤੇ अपना 21 बाब पढ़ने हैं पहली आयत, उथे लिखा वे और शैतान ने इसराइल के खिलाफ उठकर दाऊद को भारा। वो भी कंफ्यूज ने थे, मैंने बड़े लोग सवाल यार ऐ की गुत्थी है कि भाई उथे कहंदे खुदा ने दिल नूं भारिया, इत्थे कहंदे जी शैतान ने उन्होंने भारिया। ठीक है ना, ਇਹ ਕਹਾਣੀ ਕੀ ਹੈ? ਮੈਨੂੰ ਜਿਹੜੀ ਸਮਝ ਆਈ ਜੀ, आई हैवंट गॉन डीपर, आई डोंट नो मच अबाउट इट, लेकिन मैं अपना थॉट प्रोसैस करके दे सकना वा। ਉਹ ਕੀ ਹੈ? ਤੁਹਾਨੂੰ ਯਾਦ ਹੋਏਗਾ ਕਿ ਸੇਮ ਲੈਂਗੁਏਜ ਯੂਜ਼ ਹੋਈ ਹੈ ਫਿਰੌਨ ਦੇ ਖਿਲਾਫ। ਜਦੋਂ ਫਿਰੌਨ ਨਹੀਂ ਨਾ ਜਾਣ ਦਿੰਦਾ ਬਨੀ ਇਸਰਾਇਲ ਕੌਮ ਨੂੰ, ਹਰ ਵਾਰੀ ਮੂਸਾ ਜਾਂਦਾ ਹੀ ਜਾਣ ਦੇ, ਕਲਾਮ ਮਿਲਿਆ ਕਿ ਖੁਦਾ ਔਰ ਦਿਲ ਨੂੰ ਕੀ ਕਰ ਦਿੰਦਾ ਸੀ? ਸਖਤ ਕਰ ਦਿੰਦਾ ਸੀ। ਠੀਕ ਹੈ ਨਾ, ਸੋ ਸਵਾਲ ਕਰਨ ਵਾਲੇ ਇਹ ਵੀ ਉਠਾਉਂਦੇ ਨੇ ਕਿ ਜੀ ਅਗਰ ਖੁਦਾ ਹੀ ਸਾਰੇ ਕੰਮ ਦੇ ਪਿੱਛੇ ਪਿਆ ਹੋਇਆ ਸੀ ਤਾਂ ਫਿਰ ਆਪਣਾ ਵਾਈ ਵੀ ਅਸੀਂ ਜਨਾਬ ਉਹਨੂੰ ਕਿਉਂ ਇਲਜ਼ਾਮ ਦਈਏ ਫਿਰੌਨ ਵਿਚਾਰਿਆਂ ਨੂੰ ਫਿਰ? ਠੀਕ ਹੈ ਨਾ, ਓਕੇ। ਲੇਕਿਨ ਜਿਹੜੀ ਮੈਨੂੰ ਗੱਲ ਸਮਝ ਆਉਂਦੀ ਹੈ ਨਾ, ਉਹ ਹੈ ਵੀ God always follow the intention of the human heart। ਚੁਣਾਓ ਜਿਵੇਂ ਦਾ ਆਪਣਾ ਹੋਏਗਾ ਨਾ ਇਨਸਾਨ ਦਾ, ਜਿਵੇਂ ਦਾ ਇਨਸਾਨ ਦੇ ਖਿਆਲ ਹੋਣਗੇ, ਜਿਵੇਂ ਦੇ ਇਨਸਾਨ ਦੇ ਵਰਤਾਓ ਹੋਏਗਾ, ਵਾਈਬਸ ਜਿਹੋ ਜਿਹੀਆਂ ਉਹਦੇ ਅੰਦਰ ਹੋਣਗੀਆਂ, ਠੀਕ ਹੈ, ਉਹੋ ਜਿਹੀ ਸਪਿਰਿਟਸ ਜਿਹੜੀਆਂ ਨੇ ਉਹ ਉਹਦੇ ਨਾਲ ਅਟੈਚ ਹੁੰਦੀਆਂ ਨੇ। ਠੀਕ ਹੈ, ਜਿਵੇਂ ਦਾ ਤੁਹਾਡਾ ਕਰੈਕਟਰ ਹੋਏਗਾ, ਉਹ ਸਪਿਰਿਟਸ ਤੁਹਾਨੂੰ ਉਂਝ ਹੀ ਤੁਹਾਡੇ ਕਰੈਕਟਰ ਦੇ ਮੁਤਾਬਿਕ ਯੂਜ਼ ਕਰਨਗੀਆਂ। ਉਹ ਤੁਹਾਡੇ ਅੰਦਰ ਕਰੈਕਟਰ ਜਾਂ ਤੁਹਾਡੀਆਂ ਵਾਈਬਸ ਕ੍ਰੀਏਟ ਨਹੀਂ ਕਰ ਸਕਦੀਆਂ। ਠੀਕ ਹੈ, ਦਾਊਦ ਦੇ ਖਿਲਾਫ ਇੱਥੇ ਜਿਹੜੇ ਸਕਾਲਰਸ ਨੇ ਉਹ ਕਹਿੰਦੇ ਨੇ ਜੀ, ਕਿਉਂਕਿ ਅੱਗੇ ਅਸਾਂ ਪੜ੍ਹਿਆ ਵੇ, ਸੋ ਇਹਦਾ ਜਵਾਬ ਜਿਹੜਾ ਵੇ ਕਲੀਅਰ ਨਹੀਂ ਹੈ
ਵਾਈ देयर वाज अ डिफरेंस बिटवीन शैतान। लेकिन ਮੈਨੂੰ ਜਿਹੜੀ ਗੱਲ ਸਮਝ ਆਈ ਹੋਵੇ ਕਿ ਖੁਦਾ ਨੇ ਉਭਾਰਿਆ ਤਾਂ ਸਹੀ ਗੁਨਾਹ, ਲੇਕਿਨ ਉਹਦੇ ਪਹਿਲਾਂ ਅਸੀਂ ਜਾਵਾਂਗੇ ਰੀਜ਼ਨ ਕੀ ਸੀ। ਮੈਂ ਤੁਹਾਨੂੰ ਇੱਕ ਕਮੈਂਟ ਕਰਾਂਗਾ ਸਰ ਮੋਰ ਦੈਨ ਵੀ ਵਿਲ ਮੂਵ ਫਾਰਵਰਡ। ਉਹ ਐਵੇਂ ਕਿ ਦਾਊਦ ਦੇ ਦਿਲ 'ਚ ਘਮੰਡ ਸਮਾ ਗਿਆ, ਕਿਉਂਕਿ ਇੱਕ ਸਕਾਲਰ ਕਮੈਂਟ ਕਰਦਾ ਵੇ, ਉਹ ਕਹਿੰਦਾ ਵੇ ਕਿ ਜੀ ਐਕਚੁਅਲੀ ਖੁਦਾ ਨੇ ਜਦੋਂ ਦਾਊਦ ਨੂੰ 3 ਆਪਸ਼ਨ ਦਿੱਤੇ ਨਾ ਸਜ਼ਾ ਦੇਣ ਲਈ, ਕਿਉਂਕਿ ਖੁਦਾ ਦਾ ਕਲਾਮ, ਖੁਦਾ ਦਾ ਪ੍ਰੋਮਿਸ ਹੈ ਸੀ ਇਬਰਾਹਿਮ ਦੇ ਨਾਲ ਕਿ ਜਦੋਂ ਖੁਦਾ ਨੇ ਇਬਰਾਹਿਮ ਨੂੰ ਬਰਕਤ ਦਿੱਤੀ, ਖੁਦਾ ਨੇ ਕਿਹਾ ਸੀ ਅਸਮਾਨ ਦੇ ਤਾਰੇ ਜੇ ਗਿਣ ਸਕਣਾ ਤੇ ਕੀ ਕਰ, ਗਿਣ ਲੈ, ਤੇਰੀ ਤੇਰੀ ਔਲਾਦ ਹੋਏਗੀ ਜਿਹਦਾ ਸ਼ੁਮਾਰ ਹੀ ਕੋਈ ਨਹੀਂ ਹੋਏਗਾ। ਠੀਕ ਹੈ ਨਾ। ਜਦ ਕਿ ਦਾਊਦ ਨੇ ਮਰਦਮਸ਼ੁਮਾਰੀ ਕਰਕੇ, ਔਰ ਮਰਦਮਸ਼ੁਮਾਰੀ ਵੀ ਕਿੰਨਾ ਦੀ ਕੀਤੀ ਉਹਨੇ, ਅਗਰ ਅਸੀਂ ਪੜਾਂਗੇ ਤਾਂ ਲਿਖਿਆ ਹੋਇਆ ਕਿ 5 ਲੱਖ ਦੇ ਕਰੀਬ ਲੜਨ ਵਾਲੇ ਲੋਕ ਨਿਕਲ ਆਏ, 60,000 ਇੰਨੇ ਫਲਾਣਾ ਪੂਰੀ ਮਰਦਮਸ਼ੁਮਾਰੀ ਕੀਤੀ। ਠੀਕ ਹੈ। ਤੇ ਐਕਚੁਅਲੀ ਦੈਟ ਵਾਜ਼ ਅ ਸਿਨ ਆਫ ਪ੍ਰਾਈਡ, number 1. Number 2, that was a sin of relying on human sources rather than on God's providence. So ਇਹਦਾ ਗੁਨਾਹ ਸੀ, ਇੱਕ ਤੇ ਘਮੰਡ ਦਾ ਗੁਨਾਹ ਸੀ ਕਿ ਜੀ ਸਾਡੇ ਇੰਨੇ ਮਰਦ, ਸਾਡੀ ਏਡੀ ਵੱਡੀ ਫੌਜ ਤੇ ਸਾਡੀ ਇਹ ਤੇ ਸਾਡਾ ਉਹ ਤੇ ਸਾਡੀ ਏਡੀ ਵੱਡੀ ਸੈਨਾ ਤੇ ਮਾਰ ਆਪਣਾ ਹੀ ਟਿਕਣ ਨਹੀਂ ਦਿੰਦੇ ਤੇ ਜਨਾਬ ਸਾਡੇ ਕੋਲ ਇਹ ਟੈਕਨੋਲੋਜੀ ਤੇ ਉਹ ਟੈਕਨੋਲੋਜੀ। ਠੀਕ ਹੈ। ਔਰ ਦੂਜਾ ਗੁਨਾਹ ਕੀ ਸੀ ਕਿ ਜਦੋਂ ਤੁਸੀਂ ਕਾਊਂਟਿੰਗ ਕਰਦੇ ਹੋ, ਕਿਸੇ ਚੀਜ਼ ਨੂੰ ਸਿਸਟਮਾਈਜ਼ ਕਰਦੇ ਹੋ, ਇਟ ਮੀਨਸ ਯੂ ਆਰ ਡਿਪੈਂਡਿੰਗ ਔਨ ਯੋਰ ਸਿਸਟਮ ਰਾਦਰ ਦੈਨ ਯੂ ਆਰ ਡਿਪੈਂਡਿੰਗ ਔਨ ਗॉड्स ਪ੍ਰੋਮਿਸਿਸ, ਖੁਦਾ ਦੇ ਵਾਅਦਿਆਂ ਤੇ। ਔਰ ਖੁਦਾ ਤੇ ਡਿਪੈਂਡੈਂਸ ਸਾਡੀ ਖਤਮ ਹੋ ਜਾਂਦੀ ਹੈ, ਕਿਉਂਕਿ ਅਸੀਂ ਆਪਣੇ ਰਿਸੋਰਸਿਸ ਤੇ ਗੌਰ, ਮੇਰਾ ਬੈਂਕ ਬੈਲੈਂਸ ਕਿੰਨਾ ਜੀ, ਮੇਰੀ ਸੈਲਰੀ ਕਿੰਨੀ ਹੈ ਜੀ ਮੇਰੇ ਕੋਲ ਬੈਨੀਫਿਟਸ ਕੀ ਹੋਣਗੇ ਜੀ, ਮੇਰੇ ਕੋਲ ਕੀ ਹੋਏਗਾ। ਮਤਲਬ ਵੀ ਆਰ ਟੋਟਲੀ ਰਿਲਾਇੰਗ ਅਪਨ ਵੇਅਰ, ਆਪਣੇ ਇਨਸਾਨੀ ਸੋਰਸਿਸ ਦੇ ਉੱਤੇ। ਦੈਟ ਵਾਜ਼ ਸਿਨ। ਖੁਦਾ ਦੇ ਨਜ਼ਦੀਕ ਇਨਸਾਨ, ਕਿਉਂਕਿ ਉਹਦੇ ਬਾਅਦ ਕੀ ਹੁੰਦਾ ਵੇ, ਇਨਸਾਨ ਖੁਦਾ ਤੇ ਭਰੋਸਾ ਕਰਨਾ, ਖੁਦਾ ਦੇ ਨਾਲ ਚੱਲਣਾ ਇਨਸਾਨ ਭੁੱਲ ਜਾਂਦਾ, ਕਿਉਂਕਿ ਉਹ ਆਪਣੇ ਬਣਾਏ ਹੋਏ ਸਿਸਟਮ ਨੂੰ ਫੋਲੋ ਕਰਦਾ। ਫਿਰ ਦੈਟ ਵਾਜ਼ ਮੇਜਰ ਸਿਨ। ਇਸ ਲਈ ਖੁਦਾ ਨੇ ਕਿਹਾ, ਔਰ ਦਾਊਦ ਨੂੰ ਪਤਾ ਸੀ ਮੈਂ ਕੀ ਕੀਤਾ ਵੇ, ਕਲਾਮ ਵਿੱਚ ਕੀ ਲਿਖਿਆ ਵੇ ਕਿ ਉਹਦਾ ਦਿਲ ਬੇਚੈਨ ਹੋ ਗਿਆ, ਉਹਨੂੰ ਪਤਾ ਲੱਗ ਗਿਆ ਮੈਂ ਕੀ ਬਲੰਡਰ ਕਰ ਦਿੱਤਾ। ਠੀਕ ਹੈ ਨਾ। ਉਹਦੇ ਬਾਅਦ ਮਾਫੀ ਤਲਾਫੀ ਬੜੀ ਮੰਗਣ ਡਿਆ ਵੇ, ਯਾਦ ਗਿਆ ਵੇ ਗੈਬ ਬਿਨ ਜਿਹੜਾ ਸੀ ਪ੍ਰੋਫਿਟ ਸੀ, ਉਹਨੇ ਕਿਹਾ ਜੀ ਖੁਦਾ ਫਰਮਾਂਦਾ 3 ਆਫਤਾਂ ਤੇਰੇ ਸਾਹਮਣੇ ਰੱਖਣਾ, 7 ਸਾਲ ਦਾ ਅਦਰ ਦੇ, ਆਪਣਾ 3 ਮਹੀਨੇ ਦਾ ਅਦਰ ਹੈ ਤੇ 3 ਦਿਨਾਂ ਦਾ ਵੇ। ਔਰ ਜਿੰਨੇ ਜ਼ਿਆਦਾ ਸਾਲ ਨੇ, ਜਿੰਨੇ ਜ਼ਿਆਦਾ ਥੋੜੇ ਘੱਟ ਦਿਨ ਨੇ, ਉਨੀ ਵੱਡੀ ਆਫਤ ਹੈ। ਯਾਨੀ ਖੁਦਾ ਨੇ ਉਹਨੂੰ ਕੰਪਰੈਸ ਕਰਕੇ ਦਿੱਤੇ ਨੇ 3 ਆਪਸ਼ਨ। ਖੁਦਾ ਨੇ ਕਿਹਾ ਚੁਣੇਗਾ ਤੂੰ ਆਪ ਹੀ, ਤੇਰੇ ਸਾਹਮਣੇ 3 ਆਪਸ਼ਨ ਰੱਖਣਾ ਵਾ। 7 ਸਾਲ ਤੱਕ ਵਬਾ, ਕਹਿਤ, ਰੋਟੀ ਪਾਣੀ ਕੋਈ ਨਹੀਂ, ਪੂਰੀ ਕੌਮ। ਠੀਕ ਹੈ। 3 ਮਹੀਨੇ ਤੱਕ ਦੁਸ਼ਮਣਾਂ ਦੇ ਅੱਗੇ ਨੱਠੇਗਾ। ਠੀਕ ਹੈ। ਤੇ ਜਾਂ ਫਿਰ 3 ਦਿਨ ਤੱਕ ਮਰੀ, ਜਿੰਨੇ ਬੰਦੇ ਖੁਦਾ ਦਾ ਫਰਿਸ਼ਤਾ ਮਾਰ ਸਕਿਆ। ਠੀਕ ਹੈ। ਦਾਊਦ ਨੇ ਕੀ ਚੁਣਿਆ ਜੀ, ਕਲਾਮ ਵਿੱਚ ਕੀ ਲਿਆ, ਆਂਦਾ ਜਾਦ ਨੂੰ ਕਹਿੰਦਾ ਭਾਈ ਗਲਤੀ ਤਾਂ ਮੈਂ ਕਰ ਬੈਠਾ ਵਾਂ, ਤੂੰ ਇੰਝ ਕੰਮ ਕਰ, ਬੰਦਿਆਂ ਦੇ ਹੱਥ ਨਾਲ ਸਾਨੂੰ ਪਾਈ, ਇਹਨਾਂ ਮਾਰਨਾ ਘੱਟ ਤੇ ਰਗੇਦਣਾ ਜ਼ਿਆਦਾ ਸਾਨੂੰ ਇਹਨਾਂ। ਠੀਕ ਹੈ ਨਾ। ਦੇ ਵਿਲ ਐਡ ਇਨਸਲਟ ਓਵਰ ਇੰਜਰੀਜ਼। ਬੰਦਿਆਂ ਦੇ ਵੱਲੇ ਨਾ ਪਾਈ, ਖੁਦਾ ਦੇ ਹੱਥ ਪਾ ਦੇ, ਕਿਉਂਕਿ ਖੁਦਾ ਦੀਆਂ ਰਹਿਮਤਾਂ ਅਜ਼ੀਮ ਨੇ। ਆਹ ਮਤਲਬ ਕੈਸੀ ਉਹਨੇ ਗੱਲ ਕੀਤੀ ਹੈ। ਆਂਦਾ ਜੀ ਭਾਵੇਂ ਖੁਦਾ ਸਜ਼ਾ ਹੀ ਦੇ ਰਿਹਾ ਵੇ, ਪਰ ਰੱਖੀ ਸਾਨੂੰ ਖੁਦਾ ਦੇ ਹੱਥ ਦੇ ਵਿੱਚ, ਬੰਦਿਆਂ ਦੇ ਹੱਥ ਨਾ ਦੇਣੀ। ਠੀਕ ਹੈ ਨਾ। ਉਹਨਾਂ ਸਾਡੀ ਮਿੱਟੀ ਬੜੀ ਪਲੀਤ ਕਰਨੀ, ਉਹਨਾਂ ਸਾਨੂੰ ਘਸੀਟਣਾ ਬੜਾ। So don't do that. Ultimately ਅੱਗੇ ਤੁਸੀਂ ਸਟੋਰੀ ਪੜ੍ਹ ਸਕਦੇ ਹੋ, I'm not going in that detail. Anyway, so ਜੀ ਅਸੀਂ ਵੇਖਦੇ ਹਾਂ ਜੀ ਕਿ ਜਿਹੜਾ ਇਹ ਜ਼ਬੂਰ 32 ਹੈ ਨਾ, ਮੈਨੂੰ ਇਹ ਲੱਗਦਾ ਵੇ, ਮਤਲਬ ਮੇਰਾ ਆਪਣਾ ਪਰਸਨਲ ਪਰਸਪੈਕਟਿਵ, ਯੂ ਕੈਨ ਡਿਫਰ ਟੂ ਦੈਟ, ਔਰ ਤੁਸੀਂ ਕੋਈ ਹੋਰ ਤੁਸੀਂ ਬਦਸਬ ਵਾਲੀ ਸਟੋਰੀ ਨਾਲ ਜੁੜੇ ਰਹੋ ਜਿਹਨੂੰ ਪਸੰਦ ਹੈ ਕਿ ਉਹਨੂੰ ਸਜ਼ਾ ਉਹ ਮਿਲੀ। ਸੋ ਫॉर ਜ਼ਬੂਰ 32 ਆਈ ਵਿਲ ਗੋ ਫॉर ਦਿਸ ਸਿਨ ਜਿਹੜਾ ਦਾਊਦ ਨੇ ਮਰਦਮਸ਼ੁਮਾਰੀ ਕਰਕੇ ਕੀਤਾ। ਉਹਦੀ ਰੀਜ਼ਨ ਕੀ ਹੈ? ਮੇਰੇ ਕੋਲ ਉਹਦੀ ਰੀਜ਼ਨ ਹੈ ਵੇ ਕਿ ਜ਼ਬੂਰ 51 ਦੇ ਸਰਨਾਮੇ ਦੇ ਵਿੱਚ ਉਹਦਾ ਹਿਸਟੋਰੀਕਲ ਬੈਕਗਰਾਉਂਡ ਕਲੀਅਰ ਹੈ, ਸੋ ਦੇਰ ਇਜ਼ ਨੋ ਡਾਊਟ ਅਬਾਊਟ ਦੈਟ। ਠੀਕ ਹੈ। ਲੇਕਿਨ ਚੂੰਕਿ ਦਿਸ ਇਜ਼ ਅਨਕਲੀਅਰ ਹੈ, ਲੇਕਿਨ ਚੂੰਕਿ ਸਾਡੇ ਕੋਲ ਦਾਊਦ ਦਾ ਇੱਕ ਹੋਰ ਗੁਨਾਹ ਹੈ ਵੇ, ਜਿਹੜਾ ਮੈਂ ਆਸਾਨ ਪੜ੍ਹਿਆ ਵੇ, ਸੈਂਸਸ ਕਰਨ ਦਾ, ਗ੍ਰੇਟ ਸਿਨ ਜਿਹਨੂੰ ਕਿਹਾ ਗਿਆ ਵੇ। ਸੋ ਉਹਦੀ ਮਾਫੀ ਜਿਹੜੀ ਹੈ ਨਾ, ਉਹ ਦਾਊਦ ਇੱਥੇ ਮੰਗਣ ਡਿਆ ਵੇ। ਦਿਸ ਇਜ਼ ਮਾਈ ਪਰਸਪੈਕਟਿਵ ਪਰਸਨਲ। ਠੀਕ ਹੈ ਜੀ। ਤੁਹਾਨੂੰ ਜਿਹੜਾ ਚੰਗਾ ਲੱਗਦਾ ਤੁਸੀਂ ਉਹਦੇ ਨਾਲ ਸਟਿਕ ਕਰੋ। ਠੀਕ ਹੈ। ਮੇਰੇ ਤੋਂ ਨਾ ਰਹੋ। ਓਕੇ। ਜਿਵੇਂ ਨਾ ਜਾਗਦੇ ਰਹੋ, ਮੇਰੇ ਤੋਂ ਨਾ ਰਹੋ। ਠੀਕ ਹੈ। ਓਕੇ। ਮੈਂ ਤੁਹਾਨੂੰ ਆਪਣਾ ਪਰਸਪੈਕਟਿਵ ਦੱਸਿਆ ਵੇ, ਬਾਕੀ ਤੁਸੀਂ ਆਪਣਾ ਲੈ ਲਓ। ਓਕੇ ਜੀ, ਲੈਟਸ ਗੋ ਟੂ ਦ ਸਾਮ। ਅੱਛਾ, ਤੁਹਾਨੂੰ ਮੈਂ ਦੱਸ ਚੁੱਕਿਆ ਵਾਂ ਕਿ ਜਿੰਨੇ ਵੈਸਟਰਨ ਸਕਾਲਰ ਨੇ ਨਾ, ਉਹ ਜਦੋਂ ਆਊਟਲਾਈਨ ਬਣਾਉਂਦੇ ਨੇ, ਜਾਂ ਜਦੋਂ ਹੋਰ ਵੀ ਲੋਕ ਨੇ ਜਦੋਂ ਖੁਦਾ ਦੇ ਕਲਾਮ ਦੀ ਤਸ਼ਰੀਹ ਕਰਦੇ ਨੇ, ਜਦੋਂ ਉਹਦਾ ਖਾਕਾ ਬਣਾਉਂਦੇ ਨੇ, ਆਊਟਲਾਈਨ ਜਦੋਂ ਬਣਾਉਂਦੇ ਨੇ, ਹਰ ਬੰਦਾ ਆਪਣੀ ਟ੍ਰੇਨਿੰਗ ਔਰ ਆਪਣੇ ਟੂਲ ਨੂੰ ਯੂਜ਼ ਕਰਦਾ ਵੇ ਕਿ ਜੀ ਮੈਂ ਕਲਾਮ ਨੂੰ ਅਪਰੋਚ ਕਿਵੇਂ ਕਰਨਾ ਵੇ। ਠੀਕ ਹੈ। ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਵਾਂ, ਕੁਛ ਲੋਕ ਨੇ ਜਿਹੜੇ ਥੀਮੈਟਿਕ ਵਾਈਜ਼ ਜਾਂਦੇ ਨੇ, ਕੁਛ ਲੋਕ ਨੇ ਟੌਪਿਕ ਵਾਈਜ਼ ਜਾਂਦੇ ਨੇ,
ਔਰ ਕੁਝ ਲੋਕ ਨੇ ਜਿਹੜੇ ਕਲਾਮ ਦੇ ਫਲੋ ਦੇ ਮੁਤਾਬਕ ਜਾਂਦੇ ਨੇ। ਚੂੰਕਿ ਸਾਨੂੰ ਇਹ ਪਤਾ ਵੇ ਕਿ ਜ਼ਬੂਰਾਂ ਦੇ ਵਿੱਚ ਜਿਹੜਾ ਟਰਮ ਸਲਾਹ ਇਸਤੇਮਾਲ ਹੋਈ ਹੈ ਉਹਦਾ ਮਤਲਬ ਹੈ ਵਕਫਾ ਜਾਂ ਪੌਜ਼, ਕਿ ਉੱਥੇ ਇੰਟਰਲੂਡ ਹੈ। ਜਿਵੇਂ ਗੀਤਾਂ ਜ਼ਬੂਰਾਂ ਦੇ ਵਿੱਚ ਜਦੋਂ ਮਿਊਜ਼ਿਕ ਵੱਜਦਾ ਵੇ, ਇੱਕ ਹੁੰਦਾ ਵੇ ਪ੍ਰੀਲੂਡ, ਵੌਇਸਲੈਸ ਪ੍ਰੀਲੂਡ, ਮਿਊਜ਼ਿਕ ਸ਼ੁਰੂ ਹੁੰਦਾ ਵੇ, ਫਿਰ ਸਿੰਗਰ ਦੀ ਵੌਇਸ ਐਡ ਹੁੰਦੀ ਹੈ, ਉਹਦੇ ਬਾਅਦ ਫਿਰ ਇੱਕ ਵਿੱਚ ਜਿਹੜਾ ਵੇ ਨਾ ਇੱਕ ਵੌਇਸ ਇੰਟਰਲੂਡ ਹੁੰਦਾ ਵੇ ਜਿਹਨੂੰ ਅਸੀਂ ਕਹਿੰਦੇ ਸਿਰਫ ਸਾਜ਼ ਵੱਜਦੇ ਨੇ। ਦੈਟ ਇਜ਼ ਕਾਲਡ ਸਲਾਹ, ਪੌਜ਼। ਔਰ ਪੋਪ ਫ੍ਰਾਂਸਿਸ ਦਾ ਮੈਂ ਇੱਕ ਕੋਟੇਸ਼ਨ ਮੈਨੂੰ ਮਿਲੀ ਔਰ ਮੈਂ ਉਹਨੂੰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਵਾਂ। ਪੋਪ ਫ੍ਰਾਂਸਿਸ ਕੀ ਕਹਿੰਦੇ ਨੇ? ਆਂਦੇ ਨੇ ਜੀ, ਅ ਗੁੱਡ ਮਿਊਜ਼ੀਸ਼ੀਅਨ knows the value of silence, the value of pause। ਅੱਛਾ ਮੌਸੀਕਾਰ ਹੋਵੇ ਜਿਹਨੂੰ ਪਤਾ ਵੇ ਕਿ ਸਾਇਲੈਂਸ, ਖਾਮੋਸ਼ੀ ਦੀ ਅਹਿਮੀਅਤ ਕੀ ਹੈ, ਔਰ ਵਕਫਾ ਜਾਂ ਇੰਟਰਲੂਡ ਜਿਹੜਾ ਵੇ ਉਹਦੀ ਕੀ ਅਹਿਮੀਅਤ ਹੈ। ਠੀਕ ਹੈ ਜੀ। ਦੈਟਸ ਵਾਈ ਜਦੋਂ ਅਸੀਂ ਬਹਿੰਦੇ ਹਾਂ, ਅਸੀਂ ਪੌਜ਼ ਕਰਨੇ ਆ ਆਪਣੇ ਦਿਨ ਭਰ ਦੀ ਨੱਠ ਭੱਜ ਤੋਂ, ਫੜ ਤੜ ਤੋਂ, ਜ਼ਿਹਨੀ ਦਬਾਅ ਤੋਂ, ਸਟ੍ਰੈਸ ਤੋਂ ਫਾਰਗ ਹੋ ਕੇ ਅਸੀਂ ਆਪਣੇ ਆਪ ਨੂੰ ਪੌਜ਼ ਕਰਨੇ ਆ ਔਰ ਅਸੀਂ ਖੁਦਾ ਦੇ ਕਲਾਮ ਤੇ ਫੋਕਸ ਕਰਨੇ ਆ। ਦਿਸ ਇਜ਼ ਪੌਜ਼। ਠੀਕ ਹੈ ਜੀ। ਜਿੰਨੇ ਲੋਕ ਸਾਡੇ ਨਾਲ ਜੁੜੇ ਨੇ, ਯੂ ਆਰ ਆਲਸੋ ਔਨ ਅ ਪੌਜ਼, ਯੂ ਆਰ ਸਾਇਲੈਂਸ ਫਰੋਮ ਯੂਰ ਡੇਲੀ ਰਨਿੰਗ ਐਂਡ ਹੇਅਰ ਐਂਡ ਦੇਅਰ। ਠੀਕ ਹੈ ਨਾ। ਔਰ ਤੁਸੀਂ ਉਹ ਟੋਇਲ ਤੋਂ ਨਿਕਲ ਕੇ ਤੁਸੀਂ ਇੱਕ ਘੰਟਾ ਬਹਿੰਦੇ ਹੋ ਕਿ ਨਹੀਂ ਯਾਰ ਇਹ ਕਲਾਮ ਸੁਣਨਾ ਵੇ ਔਰ ਇਹ ਰਿਫਲੈਕਸ਼ਨ ਸੁਣਨਾ ਵੇ। ਠੀਕ ਹੈ ਜੀ। ਓਕੇ, ਸੋ ਇਹਦੇ ਵਿੱਚ ਨੈਚੁਰਲੀ ਤੁਸੀਂ ਵੇਖੋ ਕਿ 10 ਆਇਤਾਂ ਨੇ ਤੇ 10 ਆਇਤਾਂ ਦੇ ਵਿੱਚ 3 ਵਾਰੀ ਪੌਜ਼ ਆਇਆ, 3 ਸਲਾਹ ਆਏ ਨੇ। ਠੀਕ ਹੈ ਨਾ। ਸੋ ਮੈਨੂੰ ਇਹ ਲੱਗਦਾ ਵੇ ਕਿ ਦਾਊਦ ਨੇ ਜਦੋਂ ਜ਼ਬੂਰ ਲਿਖਾਉਣਾ ਨਾ, ਤੇ ਜਿਵੇਂ ਬੰਦਾ ਹੌਕੇ ਭਰ ਕੇ ਰੋਂਦਾ ਹੈ ਨਾ ਖੁਦਾ ਦੇ ਅੱਗੇ, ਜਾਂ ਕਿਸੇ ਗਮ ਦੇ ਅੰਦਰ ਜਾਂ ਕਿਸੇ ਸਟ੍ਰੈਸ ਜਾਂ ਬੋਝ ਦੇ ਥੱਲੇ ਦੱਬ ਕੇ, ਗਿਲਟ ਦਾ ਸ਼ਿਕਾਰ ਹੋ ਕੇ, ਇਹ ਸਲਾਹ ਮਿਊਜ਼ਿਕ ਕੰਪੋਜ਼ ਕਰਨ ਵਾਲਾ ਵੀ ਦਿੱਤਾ ਵੇ, ਲੇਕਿਨ ਉਹਨਾਂ ਵਕਫਾ ਐਸੀ ਜਗ੍ਹਾ ਰੱਖਿਆ ਵੇ ਕਿ ਜਿੱਥੇ ਟ੍ਰਾਂਜੀਸ਼ਨ ਹੁੰਦੀ ਹੈ ਜ਼ਬੂਰ ਦੇ ਫਲੋ ਦੇ ਵਿੱਚ। ਔਰ ਮੈਂ ਪਰਸਨਲੀ ਜਦੋਂ ਮੈਂ ਜ਼ਬੂਰ ਦੀ ਆਊਟਲਾਈਨ ਬਣਾਉਣਾ ਵਾ, ਆਈ ਟਰਾਈ ਮਾਈ ਲੈਵਲ ਬੈਸਟ ਕਿ ਜਿੱਥੇ ਮੈਨੂੰ ਸਲਾਹ ਲੱਗੇਗਾ ਨਾ, ਉਹ ਪਹਿਲਾ ਵਕਫਾ ਹੋਏਗਾ, ਉਹਦੇ ਬਾਅਦ ਦੂਜਾ ਪਾਰਟ ਤੇ ਫਿਰ ਤੀਜਾ ਪਾਰਟ। ਠੀਕ ਹੈ। ਸੋ ਲੈਟਸ ਗੋ ਓਵਰ ਦੇਅਰ। ਓਕੇ ਜੀ। ਸੋ ਪਹਿਲਾ ਜਿਹੜਾ ਵੇ ਨਾ ਉਹ ਵੇ ਪਹਿਲੀਆਂ 4 ਆਇਤਾਂ। ਪਹਿਲੀਆਂ 4 ਆਇਤਾਂ ਦੇ ਵਿੱਚ ਮੁਬਾਰਕਬਾਦੀ ਦੇ ਰਿਹਾ ਜੀ। ਮੁਬਾਰਕ ਹੈ ਉਹ ਜਿਸ ਕੀ ਖਤਾ ਕੀ ਕਰ ਦਿੱਤੀ ਗਈ ਜੀ, ਬਖਸ਼ੀ ਗਈ, ਤੇ ਜਿਸ ਦਾ ਗੁਨਾਹ ਢਾਂਕਾ ਗਿਆ। 2 ਚੀਜ਼ਾਂ ਨੇ, ਗੁਨਾਹ ਕਵਰ ਹੋ ਗਿਆ, ਠੀਕ ਹੈ, ਤੇ ਖਤਾ ਜਿਹੜੀ ਉਹ ਕੀ ਕਰ ਦਿੱਤੀ ਗਈ ਹੈ, ਬਖਸ਼ੀ ਗਈ। ਦੇਰ ਆਰ 2 ਟਰਮਸ ਇਸਤੇਮਾਲ ਹੋਈਆਂ ਨੇ ਸਿਨ ਵਾਸਤੇ। ਪੰਜਾਬੀ 'ਚ ਕੀ ਹੈ ਜੀ, ਜ਼ਰਾ ਪੜ੍ਹੋ ਹਾਂ ਪਹਿਲੀ ਆਇਤ। ਧਨ ਹੈ ਉਹ ਜਿਹਦਾ ਅਪਰਾਧ ਖਿਮਾ ਹੋ ਗਿਆ, ਅਪਰਾਧ, ਜਿਹਦਾ ਪਾਪ ਢੱਕਿਆ ਹੋਇਆ ਹੈ। ਪਾਪ। ਤੇ ਜੇ ਦੂਜੀ ਆਇਤ ਅੱਗੇ ਕੀ ਹੈ? ਧਨ ਹੈ ਉਹ ਆਦਮੀ ਜਿਸ ਦੀ ਬਦੀ ਯਹੋਵਾ ਉਹਦੇ ਬਦੀ। ਲੇਖੇ ਨਹੀਂ ਲਾਉਂਦਾ। ਅਪਰਾਧ, ਪਾਪ ਤੇ ਬਦੀ। ਸਾਡੇ ਕੋਲ 3 ਲਫ਼ਜ਼ ਨੇ। ਹਿਬਰੂ ਪੋਇਟਰੀ ਮੈਂ ਤੁਹਾਨੂੰ ਦੱਸ ਚੁੱਕਿਆ ਵਾਂ ਕਿ ਉਹਦੇ ਵਿੱਚ ਇੱਕ ਹੀ ਗੱਲ ਨੂੰ ਜਦੋਂ 3 ਵਾਰੀ ਕਿਹਾ ਜਾਏ, ਇੱਕ ਸਬਜੈਕਟ ਨੂੰ 3 ਮੁਖਤਲਿਫ ਅੰਦਾਜ਼ ਦੇ ਨਾਲ। ਠੀਕ ਹੈ ਨਾ। ਦੈਟਸ ਅਸ਼ੋਰੈਂਸ। ਖਤਾ, ਗੁਨਾਹ ਤੇ ਬਦੀ। ਠੀਕ ਹੈ ਜੀ। ਬਖਸ਼ੀ ਗਈ। ਔਰ ਖੁਦਾ ਕਾਊਂਟ ਨਹੀਂ ਕਰਦਾ, ਹਿਸਾਬ ਹੀ ਨਹੀਂ ਲਿਆਉਂਦਾ। ਮੁਬਾਰਕ ਹੈ, ਧਨ ਹੈ ਉਹ ਆਦਮੀ, ਮਤਲਬ ਧੰਨਵਾਦ ਹੈ ਜੀ। ਠੀਕ ਹੈ ਨਾ। ਮੈਂ ਇੱਕ ਮੂਵੀ, ਇੱਕ ਬਾਇਓਗ੍ਰਾਫੀ ਵੇਖਣ ਡਿਆ ਸਾਂ ਅੱਜ ਇੱਕ ਬੰਦੇ ਦੀ। ਹਿਜ਼ ਨੇਮ ਵਾਜ਼ ਲੈਂਸਕੀ। ਹੀ ਵਾਜ਼ ਦ ਫਾਦਰ ਆਫ ਇਨ ਅਮਰੀਕਨ ਸੋਇਲ, ਔਰ ਪੂਰੀ ਦੁਨੀਆ ਜਿਹੜੇ ਕਸੀਨੋ ਨੇ ਨਾ, ਇਹ ਕਸੀਨੋ ਜਿਹੜੇ ਨੇ ਲਾਸ ਵੇਗਸ ਜਿਹੜਾ ਵਸਿਆ ਵਿੱਚ ਸਾਡੇ ਗੁਆਂਢ ਦੇ ਵਿੱਚ, ਇਹ ਉਹਨਾਂ ਲੋਕਾਂ ਨੇ ਵਸਾਇਆ ਸੀ। ਦੇ ਹੈਵ ਅ ਗਲੋਬਲ ਮਾਫੀਆ ਸਿੰਡੀਕੇਟ ਸੀ ਜਿਨ੍ਹਾਂ ਨੇ ਪੈਸੇ ਪਹੁੰਚਾ ਦਿੱਤੇ। ਉਹਦੀ ਬਾਇਓਗ੍ਰਾਫੀ ਤੇ ਮੂਵੀ ਇੱਕ ਬਣੀ ਹੈ। ਸੋ ਆਈ ਵਾਜ਼ ਜਸਟ ਵਾਚਿੰਗ ਦੈਟ। ਔਰ ਉਹਦੇ ਵਿੱਚ ਉਹ ਆਪਣੇ ਇੰਟਰਵਿਊਅਰ ਨੂੰ ਨਾ ਇੱਕ ਗੱਲ ਕਹਿੰਦਾ, ਇਫ ਯੂ ਲੂਜ਼ ਮਨੀ ਯੂ ਲੂਜ਼ ਨਥਿੰਗ, ਇਫ ਯੂ ਲੂਜ਼ ਫਰੈਂਡਸ ਯੂ ਲੂਜ਼ ਸਮਥਿੰਗ, ਬਟ ਇਫ ਯੂ ਲੂਜ਼ ਕਰੈਕਟਰ ਯੂ ਲੂਜ਼ ਐਵਰੀਥਿੰਗ। ਕਿੰਨੀਆਂ ਚੀਜ਼ਾਂ ਨੇ ਕਹੀਆਂ ਨੇ। ਆਨਾ ਹੈਗਾ ਜੀ, ਪੈਸਾ ਗਿਆ ਤਾਂ ਕੁਛ ਨਹੀਂ ਗਿਆ, ਫਿਕਰ ਨਾ ਕਰ, ਆ ਜਾਏਗਾ। ਠੀਕ ਹੈ। ਯਾਰ ਦੋਸਤ ਗਏ ਅਗਰ, ਮਤਲਬ ਥੋੜਾ ਬਹੁਤ ਨੁਕਸਾਨ, ਥੋੜਾ ਜਿਹਾ ਗਿਆ, ਹਾਂ, ਲੇਕਿਨ ਅਗਰ ਤੇਰਾ ਕਰੈਕਟਰ ਚਲਾ ਗਿਆ ਵੇ ਸਭ ਕੁਛ, ਫਿਰ ਤੇਰੇ ਪੱਲੇ ਕੁਛ ਨਹੀਂ। ਠੀਕ ਹੈ ਨਾ। ਸੋ ਇਸ ਲਈ ਜਿੰਨੇ ਲੋਕੀ ਪੈਸਾ ਮਗਰ ਨੱਠਦੇ ਫਿਰਦੇ ਨਾ, ਡੋਂਟ ਵਰੀ। ਖੁਦਾ ਦੇ ਕਲਾਮ ਦਾ ਵਾਅਦਾ ਆਵੇ ਕਿ ਪੈਸਾ ਤੁਹਾਡੇ ਮਗਰ ਨੱਠੇਗਾ। ਡੋਂਟ ਵਰੀ ਅਬਾਊਟ ਇਟ। ਇਹ ਪੈਕੇਜ ਹੈ ਖੁਦਾ ਦੇ ਕਲਾਮ ਦਾ, ਖੁਦਾ ਦੀ ਵਫਾਦਾਰੀ ਦਾ। ਠੀਕ ਹੈ ਨਾ। ਲੋਕ ਚੱਲਦੇ ਨੇ। ਓਕੇ ਜੀ। ਮੁਬਾਰਕਬਾਦੀ ਦਿੱਤੀ ਗਈ ਹੈ ਜੀ। ਠੀਕ ਹੈ। ਔਰ ਐਸੇ ਗੱਲ ਨੂੰ ਕਿਹਾ ਗਿਆ ਜਿਸ ਕੇ ਦਿਲ ਮੇ ਮਕਰ ਨਹੀਂ। ਆਂਦਾ ਜੀ ਓਨੈਸਟ ਕਨਫੈਸ਼ਨ ਕਰਦਾ ਜਿਹੜਾ ਦਿਲ ਅੰਦਰੋਂ ਸਾਫ਼ ਹੈ। ਠੀਕ ਹੈ ਨਾ। ਸੋ ਇਸ ਲਈ ਤੁਹਾਨੂੰ ਵੇਖਿਆ ਹੈਗਾ ਬੜੇ ਬੜੇ ਖੋਚਲ ਲੋਕ ਦੁਨੀਆ 'ਚ ਮੌਜੂਦ ਨੇ ਤੁਹਾਡੇ ਆਲੇ ਦੁਆਲੇ, ਔਰ ਐਸੇ ਲੋਕ ਨੇ ਕਿ ਜਨਾਬ ਤੁਸੀਂ ਯਕੀਨ ਨਹੀਂ ਕਰ ਸਕਦੇ ਕਿ ਬਗਲ ਮੇਂ ਛੁਰੀ ਔਰ ਮੂੰਹ ਮੇਂ ਰਾਮ ਰਾਮ। ਜਿੱਥੇ ਉਹਨਾਂ ਦਾ ਵਸ ਨਹੀਂ ਚੱਲਦਾ ਉੱਥੇ ਕੱਟ ਵੱਢ ਕੇ ਬਾਹਰ ਮਾਰਦੇ ਨੇ।
सो अंदर ही जिसके दिल में मकर नहीं है, मतलब जिमें अंदरों में ना उंज की है उंज ही बाहरों है, ठीक है ना। ਉਹਦੇ ਅੰਦਰ ਡਬਲ ਕ੍ਰਾਸਿੰਗ ਦੀ ਕੋਈ ਉਹ ਨਹੀਂ ਹੈ। ਅਗਰ ਦੋਸਤੀ ਕੀਤੀ ਹੈ ਤੇ ਕੀਤੀ ਹੈ, ਅਗਰ ਰਲ ਗਿਆ ਨਾਲ ਤੇ ਰਲ ਗਿਆ, ਜੇ ਖਲੋ ਗਿਆ ਤੇ ਖਲੋ ਗਿਆ, ਫਿਰ there is no other option, there is no backdoor policy, there is no plan B, then that's it, finish, period, ਠੀਕ ਹੈ ਨਾ। ਓਕੇ ਜੀ, ਨਾਓ ਇਹ ਗੱਲ ਕਰਨ ਤੋਂ ਬਾਅਦ, ਮੁਬਾਰਕਬਾਦੀ ਦੇਣ ਤੋਂ ਬਾਅਦ, ਉਹ ਹਲੇ ਸੀ ਪਹਿਲੇ ਸੇ ਜਾਂ ਸਲਾਹ ਨਹੀਂ ਆਇਆ ਪਹਿਲਾਂ, ਉਹਦੇ ਬਾਅਦ ਕਹਿੰਦਾ ਜੀ ਹੁਣ ਆਪਣਾ ਪਰਸਨਲ ਆ ਗਿਆ, ਜਬ ਮੈਂ ਖਾਮੋਸ਼ ਰਹਾ। ਓਹ ਹੋ ਆਂਦਾ ਜੀ ਕਈ ਲੋਕਾਂ ਨੇ ਨਾ ਵੇਖੋ, ਅਸੀਂ ਜਦੋਂ ਰਾਤ ਨੂੰ ਸੌਂਦੇ ਹਾਂ ਜਾਂ ਕਦੀ ਅਸੀਂ ਇਕੱਲਿਆਂ ਹੋਈਏ, ਔਰ ਜਦੋਂ ਅਸੀਂ ਕਦੀ ਡਰਾਈਵ ਕਰਦੇ ਹੋਈਏ ਇਕੱਲਿਆਂ ਲੰਬੇ ਹੋਈਏ, ਜਾਂ ਅਸੀਂ ਕਿਤੇ ਜਾ ਰਹੀ ਹੋਈਏ, ਜਾਂ ਸਾਡਾ ਆਪਣਾ ਪਰਸਨਲ ਟਾਈਮ ਹੋਏ, ਤੇ ਤੁਹਾਨੂੰ ਐਕਸਪੀਰੀਅੰਸ ਕੀਤਾ ਹੋਏਗਾ, ਤੁਹਾਡਾ ਦਿਮਾਗ ਤੁਹਾਨੂੰ ਲਾਈਫ ਦਾ ਰਿਵਿਊ ਦਿੰਦਾ ਕਈ ਵਾਰੀ, ਠੀਕ ਹੈ। ਬੰਦਾ ਸੋਚਦਾ ਹੈ, ਪਿੱਛੇ ਚਲਾ ਜਾਂਦਾ ਵੇ, ਮੈਮਰੀ ਦੁਬਾਰਾ ਤੋਂ ਰੀਕਿੰਡਲ ਹੁੰਦੀ ਹੈ। ਔਰ ਅਗਰ ਕਿਤਲੇ ਅਸਾਂ ਕਿਸੇ ਨਾਲ ਜ਼ਿਆਦਤੀ ਕੀਤੀ ਹੋਏਗੀ, ਜਾਂ ਸਾਡੇ ਨਾਲ ਹੋਈ ਹੋਏਗੀ, ਜਾਂ ਕੋਈ ਕੰਮ ਰਹਿ ਗਿਆ ਹੋਏਗਾ, ਕੋਈ ਵਿਸ਼ ਰਹਿ ਗਈ ਹੋਏਗੀ, ਕੋਈ ਖਾਹਿਸ਼ ਜਿਹੜੀ ਜੀ ਨਾ, ਇੱਥੋਂ ਮੈਨੂੰ ਇੱਕ ਸ਼ੇਰ ਯਾਦ ਆ ਗਿਆ, ਆਂਦਾ ਜੀ ਕੋਈ रोती रहती है, चौहान साहब, यानी कोई ख्वाहिश रोती रहती है, मेरे अंदर बारिश होती रहती है। सो आंदा जी कि जब मैं खामोश रहा, चुप रहा ना, जो मैं अपने अंदर दियां गल्लां, अपने अंदर दी डिजायर, अपने ज़हन दी हलचल, अपने अंदर दी बरसात नूं जो मैं घुट के रखा ना, आंदा जी, तो दिन भर के कराहने से मेरी हड्डियां घुल गईं। कि वेखो ਜਿਹੜੇ ਲੋਕੀ ਕੌਨਸ਼ੀਅਸ ਹੋ ਜਾਂਦੇ, ਜਿਨ੍ਹਾਂ ਦਾ ਅੰਦਰੋਂ ਜ਼ਮੀਰ ਉਹਨਾਂ ਨੂੰ ਜਦੋਂ ਕਚੋਕੇ ਲਗਾਉਂਦਾ, ਖੰਜਰ ਮਾਰਦਾ, ਯਾਦ ਕਰਦਾ ਤੂੰ ਇੱਥੇ ਗਲਤੀ ਕੀਤੀ ਹੈ, ਤੂੰ ਇੱਥੇ ਬਲੰਡਰ ਕੀਤਾ ਹੈ, ਤੂੰ ਫਲਾਣੇ ਨਾਲ ਜ਼ਿਆਦਤੀ ਕਰ ਦਿੱਤੀ ਹੈ, ਤੂੰ ਇਸ ਜਗ੍ਹਾ ਤੇ ਇੰਜ ਕੀਤਾ ਹੈ, ਤੂੰ ਇੰਜ ਕਰ ਸਕਣਾ ਹੈ ਲੇਕਿਨ ਤੂੰ ਨਹੀਂ ਕੀਤਾ, ਮਤਲਬ ਥੀਸ ਆਰ ਲੋਟਸ ਆਫ ਆਪਸ਼ਨਸ ਐਂਡ ਥਿੰਗਸ। ਜਿਹੜਾ ਕਰਨਾ ਆਂਦਾ ਹੈ ਕਿ ਮੇਰੀਆਂ ਹੱਡੀਆਂ ਘੁਲ ਗਈਆਂ, ਕਿਉਂਕਿ ਤੇਰਾ ਹੱਥ ਰਾਤ ਦਿਨ ਮੁਝ ਪਰ ਭਾਰੀ ਥਾ। ਰਿਜ਼ਲਟ ਕੀ ਨਿਕਲਿਆ ਕਿ ਜਿੰਨੀ ਡੈਂਡਰਫ ਸੀ, ਜਿੰਨੀ ਜਿਸਮ ਦੀ ਖੁਸ਼ਕੀ ਸੀ ਨਾ, ਆਂਦਾ ਮੇਰੀ ਸਾਰੀ ਗੂਦੇ ਸ਼ੂਦੇ ਅੰਦਰ ਦੀ ਮੇਰੀ ਸਾਰੀ चिकनाई गायब हो गई। ते आंदा जी मेरी तरावत गर्मियों की खुश्की से बदल गई। नाउ दैट इज हिज पर्सनल आउटलुक कि अंदर दे वबाल ने, अंदर दे लावे ने बाहर की पुंचाल खड़े कर देते हैं। फिजिकल अपीयरेंस बंदे की हो गई है, ठीक है जी। इत्थे वक्फा देंदा हुण अपनी प्रेजेंट कंडीशन नूं बयान करके, अपने अंदरूनी और बैरूनी ਉਹ ਸਿਚੁਏਸ਼ਨ ਨੂੰ ਪੇਸ਼ ਕਰਕੇ ਵਕਫਾ ਲੈਂਦਾ ਇੱਥੇ। ਹੁਣ 5ਵੀਂ ਆਇਤ, ਅੱਛਾ ਦਿਲਚਸਪ ਗੱਲ ਹੈ ਵੇ ਕਿ 5ਵੀਂ ਆਇਤ ਕੱਲੀ ਇੱਕ ਵਕਫਾ ਵੇ, ਔਰ ਉਹ ਕੀ ਹੈ, ਦ ਰੀਜ਼ਨ ਕੀ, ਕਿਉਂਕਿ ਦੈਟਸ ਅ ਮੇਜਰ ਪੁਆਇੰਟ ਜਿਹਦੇ ਬਾਅਦ ਉਹ ਪੌਜ਼ ਲੈ ਰਿਹਾ ਵੇ, ਕਿਉਂਕਿ ਉਹ ਆਪਣੇ ਵਜ਼ਨ ਨੂੰ ਕੀ ਕਰ ਲਗਾ। ਤੁਹਾਨੂੰ ਵੇਖਿਆ ਹੋਏਗਾ ਜਿਨ੍ਹਾਂ ਲੋਕਾਂ ਐਕਸਪੀਰੀਅੰਸ ਕੀਤਾ ਨਾ ਵਜ਼ਨ ਚੁੱਕਣ ਦਾ, ਭਾਰੀਆਂ ਸ਼ਾਵਾਂ ਚੁੱਕਣ ਦਾ, ਜਾਂ ਗਠਰੀਆਂ ਚੁੱਕਣ ਦਾ ਪਿੰਡਾਂ ਦੇ ਵਿੱਚ, ਜਾਂ ਜਨਾਬ ਵਜ਼ਨ ਚੁੱਕਣ ਦਾ, ਵੱਡੇ ਵੱਡੇ ਮਟਕੇ ਚੁੱਕਣ ਦਾ, ਜਾਂ ਪੰਡ ਪੱਠਿਆਂ ਦੀ ਚੁੱਕਣ ਦਾ, ਠੀਕ ਹੈ ਨਾ। ਸੋ ਦੇ ਹੈਵ ਆਈਡੀਆ ਕਿ ਜਦੋਂ ਤੁਸੀਂ ਕੋਈ ਵਜ਼ਨ ਲਾਉਣ ਤੋਂ ਬਾਅਦ ਜਦੋਂ ਤੁਸੀਂ ਰਿਲੀਜ਼ ਹੁੰਦੇ ਹੋ ਨਾ, ਜਦੋਂ ਫਿਰ ਤੁਸੀਂ ਸਾਹ ਲੈਂਦੇ ਹੋ, ਆਪਣੀ ਬਾਡੀ ਨੂੰ ਚੈੱਕ ਕਰਦੇ ਹੋ ਕਿ ਯਾਰ ਠੀਕ ਹੈ ਕੰਮ, ਠੀਕ ਹੈ ਨਾ, ਯੂ ਟੇਕ ਅ ਪੌਜ਼। ਇੱਥੇ 5ਵੀਂ ਆ ਜਿਹੜਾ ਨਾ, ਇਹ ਕਨਫੈਸ਼ਨ ਹੈ ਨਾ, ਦੈਟਸ ਵਾਈ ਹੀ ਇਜ਼ ਟੇਕਿੰਗ ਪੌਜ਼। ਔਰ ਕੀ ਹੈ, मैंने तेरे हजूर अपने गुनाह को मान लिया और अपनी बदकारी को ना छुपाया। मैंने कहा कि मैं खुदावंद के हजूर अपनी खताओं का इकरार करूंगा, और उसने मेरे गुनाह की बदी को की कर देता, माफ कर देता। वाह वाह, मतलब दैट्स एश्योरेंस। ਇਸੇ ਲਈ ਜਦੋਂ ਅਸੀਂ ਖੁਦਾਵੰਦ ਦੀ ਮੇਜ਼ ਦੇ ਸਾਹਮਣੇ ਹੁੰਦੇ ਹਾਂ, ਹੋਲੀ ਕਮਿਊਨੀਅਨ ਲੈਂਦੇ ਹਾਂ, ਜਦੋਂ ਅਸੀਂ ਹੋਲੀ ਕਮਿਊਨੀਅਨ ਕੀ ਹੈ ਅਸਲ ਵਿੱਚ, ਐਕਚੁਅਲੀ ਹੋਲੀ ਕਮਿਊਨੀਅਨ ਇਜ਼ ਨਾਟ ਫॉर द ਸੇਂਟਸ। ਇਹ ਬੜਾ ਲੋਕਾਂ ਨੂੰ ਗਲਤ ਫਹਿਮੀ ਹੈ ਕਿ ਜੀ ਜਿਹੜੀ ਹੈ ਨਾ ਅਸ਼ਾਇਰ ਬਾਣੀ ਜਿਹੜੀ ਹੈ ਨਾ, ਇਹ ਤੇ ਸੰਤਾਂ ਵਾਸਤੇ ਵੇ, ਇਹ ਤੇ ਸੇਂਟ ਵਾਸਤੇ ਵੇ, ਤੇ ਜੀ ਇਹ ਤੇ ਨੋ ਦੈਟਸ ਨਾਟ ਫॉर ਸੇਂਟਸ, ਐਕਚੁਅਲੀ ਦੈਟਸ ਫॉर ਸਿਨਰਸ, ਦੈਟਸ ਇਨਵੀਟੇਸ਼ਨ ਟੂ ਸਿਨਰਸ। ਔਰ ਉਹਨਾਂ ਨੂੰ ਖੁਸ਼ਖਬਰੀ ਦਿੱਤੀ ਜਾਂਦੀ ਹੈ ਜਿਹੜੇ ਖੁਦਾਵੰਦ ਦੀ ਮੇਜ਼ ਤੇ ਆਉਣ ਤੋਂ ਪਹਿਲਾਂ ਆਪਣੇ ਗੁਨਾਹਾਂ ਦਾ ਕੀ ਕਰਦੇ ਨੇ, ਇਕਰਾਰ ਕਰਦੇ ਨੇ, ਖਤਾਵਾਂ ਮੰਨਦੇ ਨੇ, ਤੇ ਫਿਰ ਜਿਹੜਾ ਪ੍ਰੀਸਟ ਹੈ ਉਹ ਫਿਰ ਅਨਾਉਂਸ ਕਰਦਾ ਵੇ ਕਿ ਜੀ ਤੁਹਾਡੇ ਗੁਨਾਹ ਯਿਸੂ ਮਸੀਹ ਦੀ ਸਲੀਬ ਦੇ ਵਸੀਲੇ ਕੀ ਹੋ ਗਏ ਨੇ, ਮਾਫ ਕੀਤੇ ਗਏ ਨੇ, ਆਓ ਤੇ ਖੁਦਾਵੰਦ ਦੀ ਮੇਜ਼ ਤੇ ਕੀ ਹੋਵੋ, ਸ਼ਾਮਲ ਹੋਵੋ। ਸੋ ਹੋਲੀ ਕਮਿਊਨੀਅਨ ਇਨਵੀਟੇਸ਼ਨ ਇਜ਼ ਨਾਟ ਫॉर ਸੇਂਟਸ, ਇਟਸ ਫॉर ਸਿਨਰ, ਜਿਹੜੇ ਮੰਨ ਲੈਂਦੇ ਨੇ ਕਿ ਹਾਂ ਖੁਦਾਵੰਦ ਮੈਂ ਗਲਤੀ ਕੀਤੀ, ਮੈਂ ਗੁਨਾਹ ਕੀਤਾ ਵੇ, ਠੀਕ ਹੈ ਨਾ। ਸੋ ਇਸੇ ਲਈ ਇੱਥੇ ਅਸੀਂ ਵੇਖਦੇ ਹਾਂ ਉਹਦਾ ਜ਼ਮੀਰ ਜਿਹੜਾ ਵੇ ਉਹਨੂੰ ਪਹਿਲਾਂ ਉਹਨੇ ਦੱਸਦਾ ਵੇ ਆਊਟਲੁੱਕ ਹੈ, ਦੈਨ ਉਹ ਜਦੋਂ ਖੁਦਾ ਦੇ ਕੋਲ ਆਉਂਦਾ ਵੇ ਔਰ ਖੁਦਾ ਦੇ ਕੋਲ ਆਪਣਾ ਗੁਨਾਹਾਂ ਦਾ ਇਕਰਾਰ ਕਰ ਲੈਂਦਾ ਵੇ, ਉਹਨੂੰ ਅਸ਼ੋਰੈਂਸ ਮਿਲਦੀ ਹੈ ਕਿ ਉਸਨੇ ਮੇਰੇ ਗੁਨਾਹ ਕੀ ਬਦੀ ਕੋ ਕੀ ਕਰ ਦਿੱਤਾ, ਮਾਫ ਕਰ ਦਿੱਤਾ।
6ਵੀਂ ਆਇਤ ਨਾਓ ਇਹ ਹੁਣ ਅਸੀਂ ਆ ਗਏ ਹਾਂ ਦੂਸਰੇ ਪੌਜ਼ ਤੋਂ ਬਾਅਦ ਤੀਸਰੇ ਪੌਜ਼ ਦੇ ਦਰਮਿਆਨ ਦੇ ਵਿੱਚ ਆ। ਅੱਗੇ ਜਨਾਬ ਜਿਹੜਾ ਦੀ ਅਸ਼ੋਰੈਂਸ ਹੈ ਨਾ ਉਹ ਵੇ ਕਿ ਖੁਦਾ ਜਿਹੜਾ ਵੇ ਉਹ ਮੇਰਾ ਕਲਾ, ਮੇਰੀ ਚਟਾਨ ਤੇ ਮੇਰੀ ਹੈਜ ਹੈ। ਠੀਕ ਹੈ, ਉਹ ਕਿਵੇਂ ਮਸ਼ਵਰਾ ਕੀ ਦੇ ਰਿਹਾ ਹੁਣ, ਕਿਉਂਕਿ ਯਾਦ ਆ ਗਿਆ ਨਾ ਐਕਚੁਅਲੀ ਜ਼ਬੂਰ ਕੀ ਹੈ, ਮਸ਼ਕੀਲ ਹੈ। ਓਕੇ, ਇਹਦੇ ਵਿੱਚ ਹੁਣ ਉਹ ਲੋਕਾਂ ਨੂੰ ਮਸ਼ਵਰਾ ਕੀ ਦਿੰਦਾ। ਪਹਿਲਾਂ ਤੇ ਉਹ ਜਨਰਲ ਸਟੇਟਮੈਂਟ ਦਿੰਦਾ ਵੀ ਮੁਬਾਰਕ ਹੈ ਉਹ ਸ਼ਖਸ, ਗੁਨਾਹ ਥੱਕੇ ਗਏ, ਬਦਕਾਰੀ ਮਾਫ ਹੋ ਗਈ, ਆਪਣੀ ਸਿਚੁਏਸ਼ਨ ਦੱਸਦਾ ਵੇ, ਪਰਸਨਲ ਸਟੋਰੀ, ਪਰਸਨਲ ਐਕਸਪੀਰੀਅੰਸ। ਐਂਡ ਦੈਨ ਨਾਓ ਹੀ ਇਜ਼ ਗਿਵਿੰਗ ਐਡਵਾਈਸ, ਮਸ਼ਵਰਾ ਦੇ ਰਿਹਾ, ਹੁਣ ਐਡਵਾਈਸ ਦੇ ਰਿਹਾ ਕੀ ਹੈ। इसीलिए हर दीनदार जरा को खुदा डरदा वे की करे, ऐसे वक्त में दुआ करे जब तू मिल सकता है। मतलब है वे कि ਇਹਦਾ मतलब है नहीं कि पहला वक्त का इंतजार करो, ਇਹਦਾ मतलब है वे कि ग्रैब अपॉर्चुनिटी राइट वे। मतलब ਤੁਹਾਨੂੰ ਜਿੱਥੇ ਮੌਕਾ ਮਿਲਣਾ ਹੈ ਨਾ ਉੱਥੇ ਖੁਦਾ ਕੋਲੋਂ ਕੀ ਮੰਨ ਲਵੋ, ਮਾਫੀ ਮੰਗ ਲਓ, ਫਟਾਫਟ ਰਲ ਜਾਓ ਖੁਦਾ ਨਾਲ। ਠੀਕ ਹੈ, ਦਾਊਦ ਦੇ ਕਰੈਕਟਰ ਦੀ ਗੱਲ ਹੋਣ ਡਈ ਸੀ, ਚੁੱਕੇ ਦਾਊਦ ਦੀ ਦੁਆ ਵੇ। ਵੇਖੋ ਦਾਊਦ ਔਰ ਹਰ ਬੰਦਾ, ਮੈਂ ਜਿਹੜਾ ਇੱਕ ਸਪਿਰਿਚੁਅਲ ਲੈਸਨ ਸਿੱਖਿਆ ਵੇ ਨਾ, ਵੇਖੋ ਅਸੀਂ ਜ਼ਮੀਨ ਤੇ ਰਹਿੰਦੇ ਆ, ਭਾਵੇਂ ਕੋਈ ਪਾਦਰੀ ਹੈ, ਭਾਵੇਂ ਕੋਈ ਪੋਪ ਹੈ, ਤੇ ਭਾਵੇਂ ਕੋਈ ਬਿਸ਼ਪ ਹੈ, ਤੇ ਭਾਵੇਂ ਕੋਈ ਆਮ ਬੰਦਾ ਵੇ ਜਾਂ ਕੋਈ ਚੇਅਰਮੈਨ ਹੈ, CEO, ਵਾਟ ਐਵਰ ਹੀ ਔਰ ਸ਼ੀ ਇਜ਼। ਅਸੀਂ ਜਦੋਂ ਗੁਨਾਹ ਕਰਨੇ ਆ, ਗਲਤੀ ਕਰਨੇ, ਖਤਾ ਕਰਨੇ ਨਾ, ਦਾਊਦ ਦਾ ਪ੍ਰਿੰਸੀਪਲ ਸਪਿਰਿਚੁਅਲ ਹੈ ਵੇ, ਖੁਦਾ ਦਾ ਕਰੈਕਟਰ ਹੈ ਵੇ ਕਿ ਖੁਦਾ ਨੇ ਮਾਫ ਕਰਨਾ ਹੀ ਕਰਨਾ ਹੈ। ਲੇਕਿਨ ਕਿਹਨੂੰ? ਜਿਹੜਾ ਕੀ ਕਰੇਗਾ, ਜਿਹੜਾ ਆ ਕੇ ਗੁਨਾਹਾਂ ਦਾ ਕੀ ਕਰੇਗਾ, ਮੰਨ ਲੇਗਾ, ਸਰਕਸ਼ੀ ਕਰੇਗਾ, ਜਿਹੜਾ ਸਮਝੇਗਾ ਕਿ ਮੈਂ ਬੜਾ ਤੁਰਮ ਖਾਨ ਤੋਂ ਅੰਦਰ ਬਦੀ ਔਰ ਈਵਲ ਕੁੱਟ-ਕੁੱਟ ਕੇ ਭਰੀ ਹੋਏਗੀ ਨਾ, ਔਰ ਉਹ ਗਰਦਨ ਕਸ਼ ਰਹੇਗਾ ਨਾ, ਉਹਨੂੰ ਉਹਦਾ ਫਿਰ ਖੁਦਾ ਜੋ ਹਸ਼ਰ ਕਰਦਾ ਨਾ, ਫਿਰ ਦੁਨੀਆ ਵਹਿੰਦੀ ਹੈ। ਸੋ ਇਸ ਲਈ ਕਹਿਣ ਡਿਆ ਵੇ ਹਰ ਦੀਨਦਾਰ ਤੁਝਸੇ ਜਿਵੇਂ ਮੌਕਾ ਮਿਲੇ ਨਾ ਉਹਨੂੰ, ਜਿੱਥੇ ਹੀ ਉੱਥੇ ਖੁਦਾ ਕੋਲੋਂ ਕੀ ਮੰਗ ਲਵੇ, ਮਾਫੀ ਖੁਦਾ ਨੂੰ ਮਿਲ ਲਵੇ। ਅੱਗੇ ਕੀ ਕਹਿੰਦਾ, ਯਕੀਨਨ ਜਬ ਸੈਲਾਬ ਆਏ ਤਾਂ ਮੈਂ ਉਸ ਤੱਕ ਨਹੀਂ ਪਹੁੰਚੇਗਾ। ਫਿਰ ਅੱਗੇ 7ਵੀਂ ਆਇਤ, ਹੁਣ ਡਾਇਰੈਕਟ ਖੁਦਾ ਨੂੰ ਕਹਿ ਰਿਹਾ, ਪਹਿਲਾਂ ਲੋਕਾਂ ਨੂੰ ਕਹਿ ਰਿਹਾ हर दीनदार ਨੂੰ, ਹੁਣ खुदा ਨੂੰ ਕਹਿਣ ਡਿਆ तू मेरे छिपने की जगह है, इसलिए तू मुझे क्या करेगा, दुख से बचाए रहेगा। अच्छा, ਹੁਣ ਇੱਥੇ ਵੇਖੋ ਜ਼ਬੂਰ ਗਾਣ ਦਾ ਔਰ ਗੀਤ ਗਾਣ ਦਾ ਐਡਵਾਂਟੇਜ ਕੀ ਹੈ, ਫਾਇਦਾ ਕੀ ਹੈ ਔਰ ਉਹਦਾ ਹੁੰਦਾ ਕੀ ਹੈ। तू मुझे रिहाई के नगमों से घेर लेगा, दैट्स पावरफुल। ਇੱਥੇ ਪੰਜਾਬੀ ਜਰਾ ਪੜ੍ਹੋ ਤੁਹਾਡੇ ਕੋਲ ਕੀ ਹੈ 7ਵੀਂ ਆਇਤ। ਤੂੰ ਮੇਰੇ ਲੁਕਣ ਦੀ ਥਾਂ ਹੈ, ਤੂੰ ਮੈਨੂੰ ਤੰਗੀ ਤੋਂ ਬਚਾ ਰੱਖੇਗਾ, ਤੂੰ ਮੈਨੂੰ ਛੁਟਕਾਰੇ ਦੇ ਲਲਕਾਰਿਆਂ ਨਾਲ ਘੇਰੇਂਗਾ। ਓਹੋ, ਕਿਤੇ ਆਂਦਾ ਇੱਕ ਪਾਸੇ ਸਲਾਬ ਹੈ, ਸਲਾਬ ਕੌਮਾਂ ਨੂੰ ਪੇਸ਼ ਕਰਦਾ, ਲੋਕਾਂ ਨੂੰ, ਮੁਸੀਬਤਾਂ ਨੂੰ, ਪਰੇਸ਼ਾਨੀਆਂ ਨੂੰ, ਤੂਫਾਨਾਂ ਨੂੰ ਪੇਸ਼ ਕਰਦਾ ਵੇ। ਠੀਕ ਹੈ ਨਾ, ਆਂਦਾ ਇੱਕ ਪਾਸੇ ਮੈਂ ਘਿਰਿਆ ਵਾਂ ਸਿਚੁਏਸ਼ਨ ਦੇ ਵਿੱਚ, ਇੰਝ ਦੀ ਆ ਗਈ ਏ ਕਿ ਮੈਨੂੰ ਸਮਝ ਨਹੀਂ ਆਉਣ ਡਈ। ਆਂਦਾ ਲੇਕਿਨ ਤੂੰ ਚੁੱਕੇ ਖੁਦਾ ਮੇਰੇ ਛੁਪਨੇ ਦੀ ਜਗ੍ਹਾ ਵੇਂ, ਬਜਾਏ ਇਹਦੇ ਕਿ ਮੁਸੀਬਤਾਂ, ਪਰੇਸ਼ਾਨੀਆਂ, ਤਕਲੀਫਾਂ ਮੈਨੂੰ ਘੇਰਨ, ਮੈਂ ਜਿਹੜੇ ਗੀਤ ਗਾਵਾਂਗਾ, ਮੈਂ ਜਿਹੜੀ ਤੇਰੀ ਹਮਦੋ ਸਨਾ ਕਰਾਂਗਾ, ਮੈਂ ਜਿਹੜੀ ਸੰਗਤ ਵਿੱਚ ਬਵਾਂਗਾ ਤੇਰੇ ਲੋਕਾਂ ਦੀ, ਮੈਨੂੰ ਤੇਰੀ ਰਿਹਾਈ ਦੇ ਨਗਮੇ ਘੇਰ ਲੈਣਗੇ। ਦਿਸ ਇਜ਼ ਅ ਕੰਟਰਾਸਟ, ਕਿ ਤੁਹਾਡੇ ਕੰਟਰਾਸਟ ਕੀ, ਇੱਕ ਪਾਸੇ ਕ੍ਰਾਈਸਿਸ, ਇੱਕ ਪਾਸੇ ਸਟ੍ਰੈਸ ਔਰ ਦੂਜੇ ਪਾਸੇ ਸੌਂਗਸ। ਸੋ ਮਸ਼ਵਰਾ ਮੈਂ ਤੁਹਾਨੂੰ ਮਸ਼ਵਰਾ ਦੇਣ ਲੱਗਾ। ਮਸ਼ਵਰਾ ਮੈਂ ਤੁਹਾਨੂੰ ਕੀ ਦੇਣ ਲੱਗਾ, ਤੁਹਾਨੂੰ ਜਦੋਂ ਲੱਗੇ ਨਾ ਕਿ ਤੁਸੀਂ ਮੈਂਟਲੀ, ਫਿਜ਼ੀਕਲੀ, ਇਮੋਸ਼ਨਲੀ, ਸਾਈਕੋਲੋਜੀਕਲੀ, ਰਿਲੇਸ਼ਨਲੀ, ਸਪਿਰਿਚੁਅਲੀ ਤੁਹਾਡੇ ਆਲੇ ਦੁਆਲੇ ਤੂਫਾਨ ਖੜੇ ਹੋ ਗਏ ਨੇ ਔਰ ਡਾਰਕਨੈਸ ਤੁਹਾਨੂੰ ਸਮਝ ਨਹੀਂ ਆਉਣ ਡਈ। ਚੌਹਾਨ ਸਾਹਿਬ ਤੁਹਾਡੇ ਚੈਨਲ ਦਾ ਨਾਂ ਕੀ ਹੈ? ਗੀਤ ਔਰ ਜ਼ਬੂਰ। ਹਾਂ, ਗੀਤ ਔਰ ਜ਼ਬੂਰ ਜੀ। ਮੈਂ ਤਾਂ ਚੌਹਾਨ ਸਾਹਿਬ ਨੂੰ ਰੈਫਰੈਂਸ ਕਰਾਂਗਾ, ਚੌਹਾਨ ਸਾਹਿਬ ਦੇ ਚੈਨਲ ਤੇ ਜਾਓ ਤੇ ਉੱਥੇ ਤੁਹਾਨੂੰ ਗੀਤ ਔਰ ਜ਼ਬੂਰ ਇੰਨੇ ਕੁ ਮਿਲਣਗੇ ਨਾ, ਐਡੇ ਅੱਛੇ ਮਿਲਣਗੇ। ਉਹਨੂੰ ਲਾ ਕੇ ਭਾਵੇਂ ਗੱਡੀ 'ਚੋਂ ਜਾਂ ਘਰ ਹੋ, ਕਿਚਨ ਵਿੱਚ, ਜਿੱਥੇ ਵੀ ਹੋ ਨਾ, ਉਹਨੂੰ ਫੁੱਲ ਵੋਲੀਅਮ ਕਰਕੇ ਖੋਲ ਲਓ। ਠੀਕ ਹੈ, ਸੋ ਪਹਿਲਾ ਰੈਫਰੈਂਸ ਮੈਂ ਤੁਹਾਨੂੰ ਦੇਵਾਂਗਾ ਚੌਹਾਨ ਸਾਹਿਬ ਦਾ, ਕਿਉਂਕਿ ਸਾਰੇ ਟੀਮ ਮੈਂਬਰ ਨੇ। ਲੇਕਿਨ ਇਹਦੇ ਬਾਵਜੂਦ ਅਗਰ ਕੋਈ ਤੁਹਾਡਾ ਕੋਈ ਫੇਵਰੇਟ ਸਿੰਗਰ, ਕੋਈ ਹੋਰ ਗੋਸਪਲ ਸਿੰਗਰ ਕੋਈ ਹੈ ਵੇ, ਕੋਈ ਜ਼ਬੂਰ ਨਵੀਸ ਹੈ, ਕੋਈ ਵੀ ਹੈ, ਤੁਸੀਂ ਉਹਦੇ ਗੀਤ ਔਰ ਜ਼ਬੂਰ ਕੀ ਕਰੋ, ਉਹ ਲਗਾ ਲਓ ਆਪਣੀ ਗੱਡੀ 'ਚ, ਆਪਣੇ ਘਰਾਂ 'ਚ ਲਗਾਓ, ਉੱਚੀ ਆਵਾਜ਼ ਨਾਲ, ਕੰਧਾਂ, ਆਂਢ ਗੁਆਂਢ, ਖਿੜਕੀਆਂ, ਛੱਤ, ਸ਼ਤੀਰ, ਕੰਧਾਂ, ਉਹਨਾਂ ਦੇ ਵਿੱਚੋਂ ਵੀ ਆਵਾਜ਼ ਜਿਹੜੀ ਨਾ ਉਹ ਹੀ ਗੂੰਜੇ। ਕਿਉਂ? ਦੈਟਸ ਹਾਊ ਯੂ ਸਰਾਊਂਡਡ ਬਾਈ ਦ ਸੌਂਗਸ ਆਫ ਸੈਲਵੇਸ਼ਨ। That's how you expel stress. That's how you kick out disasters and distress from your surroundings. ਇੰਝ ਜਾਏਗੀ। ਠੀਕ ਹੈ ਜੀ, ਵਕਫਾ। ਫਿਰ ਅੱਗੇ ਸਲਾਹ ਆ ਗਿਆ, ਵਕਫਾ। ਠੀਕ ਹੈ, ਅੱਗੇ ਹੁਣ ਖੁਦਾ ਬਣਨ ਲੱਗਾ ਜੀ। ਹੁਣ ਖੁਦਾ ਦਾ ਨੁਮਾਇੰਦਾ ਗੱਲ ਕਰਨ ਲੱਗਾ। ਪਹਿਲਾਂ ਉਹਨੇ ਜਨਰਲ ਸਟੇਟਮੈਂਟ ਦਿੱਤੀ ਹੈ, ਫਿਰ ਉਸ ਬਾਅਦ ਆਪਣੀ ਪਰਸਨਲ ਸਿਚੁਏਸ਼ਨ ਦੱਸੀ ਹੈ, ਫਿਰ ਉਹਨੇ ਪਬਲਿਕ ਨੂੰ ਮਸ਼ਵਰਾ ਦਿੱਤਾ ਵੇ, ਫਿਰ ਉਹਨੇ ਖੁਦਾ ਨੂੰ ਡਾਇਰੈਕਟ ਮੁਖਾਤਬ ਕੀਤਾ ਵੇ, ਔਰ ਹੁਣ ਖੁਦਾ ਉਹਦੇ ਵੱਲੋਂ ਬੋਲਣ ਡਿਆ ਵੇ। ਨਾਓ ਹੀ ਇਜ਼ ਰਿਪਰੈਜ਼ੈਂਟਿੰਗ ਗਾਡ। ਔਰ ਖੁਦਾ ਕੀ ਕਹਿ ਰਿਹਾ ਵੇ? ਖੁਦਾ ਕਹਿ ਰਿਹਾ ਜੀ, ਮੈਂ ਤੁਝੇ ਤਾਲੀਮ ਦੂੰਗਾ। ਓਹੋ, ਇੱਕ ਤਾਂ ਤਾਲੀਮ ਹਰ ਜਗ੍ਹਾ ਮੈਨੂੰ ਨਜ਼ਰ ਆਉਂਦੀ ਹੈ, ਪਤਾ ਨਹੀਂ ਮੈਨੂੰ ਟਿਕਣ ਨਹੀਂ ਦਿੰਦੀ।
ਠੀਕ ਹੈ ਨਾ। ਸਾਡੇ ਆਂਢ ਗੁਆਂਢ ਵੇਖੀਏ ਤੇ ਹੀਲਿੰਗ ਤੇ ਸ਼ਿਫਾਈਆ ਤੇ ਦਵਾਈਆਂ ਤੇ ਮਾਰ ਆਪਣਾ ਲੋਕਾਂ ਫੱਟੇ ਚੁੱਕ ਕੰਮ ਰੱਖਿਆ ਹੁੰਦਾ ਹੈ, ਠੀਕ ਹੈ। ਕੋ ਭਵਿਸ਼ਵਾਣੀਆਂ ਤੇ ਜਨਾਬ ਫਲਾਣਾ ਟਮਕਾਣਾ, ਜਦ ਕਿ ਕਲਾਮ ਕੜੀ ਮੁੜੀ ਖਰੂਜ ਆਪਣਾ ਬਨੀ ਇਸਰਾਇਲ ਕੌਮ ਨੂੰ ਮੁਲਕੇ ਮਿਸਰ ਤੋਂ ਕੱਢਣ ਤੋਂ ਲੈ ਕੇ ਖੁਦਾ ਬਨੀ ਇਸਰਾਇਲ ਨੂੰ ਹੁਕਮ ਦਿੰਦਾ ਵੇ ਕਿ ਤੂੰ ਆਪਣੇ ਬੱਚੋं को आइन और अहकाम जहन नशीन करना, लेटते उठते राह चलते मेरे हुक्मों को की करना, उन्होंने सिखाई, तालीम दई ਉਹਨਾਂ ਨੂੰ ਐਜੂਕੇਟ ਕਰੀ ਖੁਦਾ ਦੇ ਕਲਾਮ ਦੇ ਬਾਰੇ 'ਚ। ਇੱਥੇ ਵੀ ਖੁਦਾ ਕਹਿਣ ਡਿਆ ਵੇ ਕਿ ਮੈਂ ਤੁਹਾਨੂੰ ਡਾਇਰੈਕਟ ਕੀ ਦੇਵਾਂਗਾ, ਤਾਲੀਮ ਦੇਵਾਂਗਾ, ਮੈਂ ਤੁਹਾਡੇ ਵਾਸਤੇ ਵਸਾਇਲ ਪੈਦਾ ਕਰ ਦਾਂਗਾ, ਮੈਂ ਤੁਹਾਨੂੰ ਐਸੇ ਲੋਕਾਂ ਤੱਕ ਕਨੈਕਟ ਕਰ ਦਾਂਗਾ, ਮੈਂ ਤੁਹਾਡੇ ਵਾਸਤੇ ਇੰਟਰਨੈਟ ਦੇ ਦਰਵਾਜ਼ੇ ਖੋਲ ਦਾਂਗਾ, ਤੁਸੀਂ ਜਿੱਥੇ ਮਰਜ਼ੀ ਬਹਿ ਕੇ ਖੁਦਾ ਦਾ ਕਲਾਮ ਸੁਣ ਸਕੋਗੇ। मैं तुझे तालीम दूंगा और जिस राह पर तुझे चलना होगा यकीनन तुझे बताऊंगा। राह मतलब तुहानू दस्सिया ना, राह किनू कहा गया वे, खुदा दे कलाम नू, खुदा दे अहकाम नू कहा गया। आई विल डायरेक्ट यू, मैं तुहानू लीड करके लैके जावांगा, ठीक है। साडे जो कराची च ना MQM बड़े मेरे दौर मेरा टीनेज दौर सी स्कूल कॉलेज दे विच, महाजर कौमी मूवमेंट APMSO, और मेरी चूंकि ज़्यादा मेरे दोस्त भी सारे उर्दू स्पीकिंग महाजर सन, ਤੇ ਕਾਲਜ ਦੇ ਵਿੱਚ ਨਾ ਮੇਰੀ APMSO ਨਾਲ ਬੜੀ ਬਣਦੀ ਸੀ ਦੋਸਤਾਂ ਯਾਰਾਂ ਨਾਲ। ਕੁਛ ਮੇਰਾ ਮੌਸੀਕੀ ਦਾ ਕੰਮ ਸੀ, ਮਿਊਜ਼ਿਕ ਮੌਸਮ ਪਤਾ ਹੁੰਦਾ ਸੀ, ਅਤੇ ਨਾ ਬੜੇ ਨਾਲ ਬਣਦੀ ਹੁੰਦੀ ਸੀ। ਅਤੇ ਉਹ ਨਾ ਹਰ ਕਾਲਜ ਦੇ ਵਿੱਚ ਜਿੱਥੇ ਇੱਥੇ ਪੂਰਾ ਕਰਾਚੀ ਉਹਨਾਂ ਦਾ ਤੁਹਾਨੂੰ ਪਤਾ MQM ਦੇ ਹੱਥ 'ਚ ਹੁੰਦਾ ਸੀ ਪੂਰਾ, ਅਤੇ ਅਲਤਾਫ ਬਾਈ ਹਰ ਪਾਸੇ ਹੁੰਦਾ ਸੀ। ਅਤੇ ਉਹਨਾਂ ਕੰਧਾਂ 'ਤੇ ਨਾਅਰੇ ਲਿਖੇ ਹੁੰਦੇ ਹਨ, ਔਰ ਨਾਅਰੇ ਕੀ ਲਿਖੇ ਹੁੰਦੇ ਹਨ, ਹਮੇਂ ਮੰਜ਼ਿਲ ਨਹੀਂ ਰਾਹਨੁਮਾ ਚਾਹੀਏ, ਠੀਕ ਹੈ। ਉਹਨਾਂ ਪੂਰੀ ਕਰਾਚੀ ਇੰਜ ਦੇ ਨਾਅਰਿਆਂ ਨਾਲ ਭਰੀ ਹੋਈ ਸੀ। ਤੇ ਉਹ ਲਹਿਰਾ ਗੱਲ ਦੈਟ ਵਾਸ ਪੋਲੀਟਿਸਾਈਜ਼, ਲੇਕਿਨ ਮੈਂ ਕਨਸੈਪਟ ਦੀ ਗੱਲ ਕਰਨ ਡਿਆ, ਫਿਲੋਸਫੀ ਦੀ ਗੱਲ ਕਰਨ ਡਿਆ ਵਾਂ ਕਿ ਹਮੇ ਮੰਜ਼ਿਲ ਨਹੀਂ ਕੀ ਚਾਹੀਦਾ, ਰਾਹਨੁਮਾ ਚਾਹੀਏ, ਕਿਉਂਕਿ ਜਦੋਂ ਲੀਡਰ ਮਿਲ ਜਾਏਗਾ ਨਾ ਤੇ ਮੰਜ਼ਿਲ ਕੀ ਹੋ ਜਾਏਗੀ, ਆਪ ਹੀ ਲੱਭ ਲਈ। ਜੇ ਅੰਨੇ ਦੇ ਮਗਰ ਲੱਗ ਗਏ ਨਾ ਤੇ ਯਿਸੂ ਮਸੀਹ ਕੀ ਕਿਹਾ ਸੀ, ਅੰਨੇ ਨੂੰ ਰਾਹ ਵਿਖਾਏਗਾ ਤੇ ਦੋਵੇਂ ਕੀ ਹੋਣਗੇ ਫਿਰ, ਹੈਂ, ਦੋਵੇਂ ਜਾ ਖੂਹ 'ਚ ਜਾ ਪੈਣਗੇ, ਠੀਕ ਹੈ ਨਾ। सो खुदा क्या करता है कि तुम लीड करता है, लैके जाता, मैं तुझे तालीम दूंगा, जिस राह पर तुझे चलना है तुझे बताऊंगा। फिर आंदा है मैं तुझे सलाह दूंगा, एडवाइस भी देवांगा। ओह दैट्स इंटरेस्टिंग। वेखो तीन चीज़ां, फिर एक ही कॉन्सैप्ट है लेकिन तीन तरह बयान होया, तालीम दूंगा, लीड करूंगा और फिर मैं तेनों एडवाइस भी करांगा, ठीक है, सलाह भी देवांगा। अगे खुदा कह रहा है मेरी नज़र तेरे ते होएगी। वेखो ना, खुदा नूं तुहानूं पता है नज़र खुदा ਦੀ ਜਿਹੜੀ ਨਾ, ਖੁਦਾ ਦੇ ਚਿਹਰੇ ਦਾ ਨੂਰ, ਖੁਦਾ ਦੀ ਅੱਖਾਂ ਜਿਹੜੀਆਂ ਨੇ ਮਤਲਬ ਜ਼ਮੀਨ ਦੀਆਂ ਸੈਰ ਕਰਦੀਆਂ, ਖੁਦਾ ਦੀ ਨਜ਼ਰ ਖੁਦਾ ਦੇ ਲੋਕਾਂ 'ਤੇ ਰਹਿੰਦੀ ਹੈ, ਠੀਕ ਹੈ। ਆਂਦਾ ਮੇਰੀ ਨਜ਼ਰ ਤੇਰੇ 'ਤੇ ਹੋਈ। ਜਿਵੇਂ ਮਾਂ ਪਿਓ ਨੂੰ ਟਰੈਕਰ ਨਹੀਂ ਲੈ ਜਾਂਦੇ ਬੱਚਿਆਂ ਨੂੰ ਫੋਨ ਦੇ ਕੇ, ਜੀ ਇਹ ਕੀ ਕਰੀ ਹੁੰਦੇ ਨੇ, ਕਿੱਧਰ ਨੂੰ ਜਾਣ ਡਏ ਨੇ, ਅਤੇ ਜਨਾਬ ਇੰਟਰਨੈਟ 'ਤੇ ਕੀ ਚੱਲ ਰਿਹਾ, ਅਤੇ ਮਤਲਬ ਪੈਰੈਂਟਸ ਤੁਹਾਨੂੰ ਪਤਾ ਵਾਚ ਕਰਦੇ ਨੇ, ਆਈਸ ਰੱਖਦੇ ਨੇ ਕਿ ਜੀ। ਮੈਂ ਪਰਸੋਂ ਗਿਆ ਬੱਚਿਆਂ ਨੂੰ ਲੈ ਕੇ ਇੱਥੇ ਲਾਇਬ੍ਰੇਰੀ ਤੋਂ, ਜਿਹਨਾਂ ਉਹਨਾਂ ਦੇ ਕਾਰਡ ਬਣਾਏ ਨਾ, ਅਤੇ ਲਾਇਬ੍ਰੇਰੀਅਨ ਨੇ ਮੇਰੇ ਕੋਲ 2 ਫਾਰਮ ਭਰਾਏ। ਮੈਨੂੰ ਕਹਿੰਦੀ ਹੈ ਕਿ ਜੀ ਬੱਚੇ ਨੂੰ ਇੰਟਰਨੈਟ ਐਕਸੈਸ ਦੇਣੀ ਹੈ, ਫ੍ਰੀ ਇੰਟਰਨੈਟ ਐਕਸੈਸ। ਉਹਦੇ ਬਾਅਦ ਸੀ ਕਿ ਚਿਲਡਰਨ ਵਰਜਨ ਐਕਸੈਸ, ਕਿ ਜਾਂ ਉਹਨਾਂ ਨੂੰ ਰਿਸਟ੍ਰਿਕਟਡ ਐਕਸੈਸ ਦੇਣੀ ਹੈ, ਠੀਕ ਹੈ ਨਾ। ਮੈਨੂੰ ਕਿਹਾ ਇਹਨਾਂ ਨੂੰ ਬੱਚਿਆਂ ਲਈ ਐਕਸੈਸ ਦਿਓ ਫਿਲਹਾਲ, ਤਾਂ ਕਿ 7-8 ਸਾਲ 12-12 ਸਾਲ ਦੇ ਹੈ ਤੇ ਹਲੇ ਇਹਨਾਂ ਨੂੰ ਬੱਚਿਆਂ ਲਈ ਐਕਸੈਸ ਦਿਓ ਸਿਰਫ ਇੰਟਰਨੈਟ ਤੱਕ, ਤਾਂ ਕਿ ਉਹ ਸਿਰਫ ਉਹਨਾਂ ਕੋਲ ਮਵਾਦ ਹੈ ਜਿੰਨਾ ਕੋਈ ਹੈਂਡਲ ਕਰ ਸਕਦੇ ਨੇ। ਸੋ ਮਤਲਬ ਇਹ ਵੇ ਕਿ ਖੁਦਾ ਕਹਿੰਦਾ ਕਿ ਮੈਂ ਤੈਨੂੰ ਡਾਇਰੈਕਟ ਕਰਾਂਗਾ, ਮੈਂ ਤੈਨੂੰ ਐਡਵਾਈਸ ਕਰਾਂਗਾ, ਮੈਂ ਤੈਨੂੰ ਗਾਈਡ ਕਰਾਂਗਾ, ਇਟ ਵਿਲ ਬੀ ਗਾਈਡਡ। ਅੱਗੇ ਹੁਣ ਕੰਟਰਾਸਟ ਦੇ ਰਿਹਾ, ਕਿਉਂ ਖੁਦਾ ਦੇਵੇਗਾ, ਉਹਦੀ ਵਜ੍ਹਾ ਕੀ ਹੈ। ਤੁਸੀਂ ਘੋੜਿਆਂ ਅਤੇ ਖੱਚਰਾਂ ਵਾਂਗੂ ਨਾ ਬਣੋ। ਹੁਣ ਜਾਨਵਰ ਵੇਖੋ, ਹਾਲਾਂਕਿ ਵਾਈਲਡ ਐਨੀਮਲ ਜਾਂ ਡੋਮੈਸਟਿਕ ਐਨੀਮਲਸ ਦੇ ਆਰ ਪਾਰਟ ਆਫ ਦ ਗॉड ਸੈਲਵੇਸ਼ਨ ਪਲਾਨ, ਲੇਕਿਨ ਕਹਿ ਰਿਹਾ ਖੋਤੇ ਜਾਂ ਘੋੜੇ ਜਾਂ ਖੱਚਰ ਵਾਂਗੂ ਨਾ ਬਣੋ ਜਿਨ੍ਹਾਂ ਦੇ ਵਿੱਚ ਸਮਝ ਹੀ ਕੋਈ ਨਹੀਂ, ਔਰ ਉਹਨਾਂ ਨੂੰ ਕਾਬੂ ਲਈ ਕੀ ਕਰਨਾ ਪੈਂਦਾ ਵੇ, ਸਾਧ ਦਹਾਨਾ ਔਰ ਲਗਾਮ ਹੈ। ਅਗਰ ਤੁਸੀਂ ਤੁਹਾਡੇ ਕੋਲ ਇਹ ਟੂਲ ਨਾ ਹੋਣ ਇਹਨਾਂ ਜਾਨਵਰਾਂ ਨੂੰ ਸਧਾਰਨ ਲਈ ਜਾਂ ਇਸਤੇਮਾਲ ਕਰਨ ਲਈ, ਆਂਦੇ ਉਹ ਤੇਰੇ ਕੋਲ ਵੀ ਨਹੀਂ ਆਉਣ ਲੱਗੇ, ਤੇਰੇ ਹੱਥ ਨਹੀਂ ਆਉਣਾ ਨਾ। ਅੱਗੇ ਫਿਰ ਜਾਨਵਰਾਂ ਤੋਂ ਬਾਅਦ 10ਵੀਂ ਆਇਤ ਜਿਹੜੀ ਹੈ, ਫਿਰ ਇੱਕ ਹੋਰ ਕੰਟਰਾਸਟ ਹੈ, शरीर पर बहुत सी मुसीबतें आएंगी, ठीक है जी। शरीर पर क्या आएंगी जी, बहुत सी मुसीबतें आएंगी, पर कंट्रास्ट आ गई है फिर, जिसका तवक्कुल खुदावंद पर है की रहेगा जी, रहमत उसे घेरे रहेगी। पहला किन्ना घेरिया वे, रिहाई के नगमात ने, ठीक, ਸਮੁੰਦਰਾਂ ਦੇ ਮੁਕਾਬਲੇ 'ਚ ਨਗਮਾਤ ਨੇ ਘੇਰਿਆ ਵੇ। ਇੱਥੇ ਉਧਰ ਸਰੀਰਾਂ ਨੂੰ ਮੁਸੀਬਤਾਂ ਘੇਰੀਆਂ ਰਹਿਣਗੀਆਂ, ਤੇ ਇੱਧਰ ਕੀ ਹੈ, ਜਿਸ ਕਾ ਤਵੱਕਲ ਖੁਦਾਵੰਦ ਪਰ ਹੈ, ਰਹਿਮਤ ਉਸੇ ਘੇਰੇ ਰਹੇਗੀ, ਠੀਕ ਹੈ। ਇੱਕ ਮੈਂ ਚੀਜ਼ ਤੇ ਕਲੀਅਰ ਕਰ ਦਾਂ ਜੀ, ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਜ਼ਮੀਨ 'ਤੇ ਰਹਿੰਦਿਆਂ ਹੋਇਆ ਤੁਹਾਡੇ 'ਤੇ ਬਿਮਾਰੀਆਂ, ਮੁਸੀਬਤਾਂ, ਪਰੇਸ਼ਾਨੀਆਂ ਨਹੀਂ ਆਉਣਗੀਆਂ। ਇਹ ਬੜੀ ਵੱਡਾ ਮਿਸਕਨਸੈਪਸ਼ਨ ਹੈ ਕਿ ਜੇ ਤੁਸੀਂ ਕ੍ਰਿਸਚਨ ਹੋ ਗਏ ਹੋ ਤੇ ਹੁਣ ਤੇ ਤੁਹਾਡੇ ਕੋਲ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਹੀ ਕੋਈ ਨਹੀਂ, ਹੁਣ ਤੇ ਤੁਸੀਂ ਫ੍ਰੀ ਫਾਲ ਹੋ ਗਏ, ਹੁਣ ਤੁਸੀਂ ਫਰਿਸ਼ਤੇ ਹੋ ਗਏ, ਹੁਣ ਤੁਹਾਡੇ ਕੋਲ ਕੁਛ ਨਹੀਂ ਹੋਣਾ। ਐਸਾ ਨਹੀਂ ਹੈ। ਹੁੰਦਾ ਕੀ ਹੈ, ਹੁੰਦਾ ਐਵੇਂ
ਕਿ ਖੁਦਾ ਦੇ ਵਿੱਚ ਹੁੰਦਿਆਂ ਬਾਕੀ ਲੋਕ ਜਿਹੜੇ ਸ਼ਰੀਰ ਹੁੰਦੇ ਨੇ, ਜਦੋਂ ਉਹਨਾਂ ਤੇ ਕਿਸੇ ਕਿਸਮ ਦੀ ਮੁਸੀਬਤ ਹੁੰਦੀ ਹੈ, ਉਹਨਾਂ ਦਾ ਰਿਐਕਸ਼ਨ ਔਰ ਖੁਦਾ ਦੇ ਲੋਕਾਂ ਦਾ ਪਰਸਪੈਕਟਿਵ ਉਸ ਮੁਸੀਬਤ ਦੇ ਬਾਰੇ 'ਚ ਹਮੇਸ਼ਾ ਕੀ ਹੋ ਜਾਂਦਾ ਵੇ, ਫਰਕ ਹੋ ਜਾਂਦਾ ਵੇ। ਉਹਨਾਂ ਤੇ ਮੁਸੀਬਤ ਪਰੇਸ਼ਾਨੀ ਹੁੰਦੀ ਏ, ਜਿਹੜੇ ਸ਼ਰੀਰ ਨੇ ਖੁਦਾ ਨੂੰ ਨਹੀਂ ਜਾਣਦੇ, ਉਹ ਉਹਦੇ ਮੁਕਾਬਲੇ ਖੜੇ ਨਹੀਂ ਰਹਿ ਸਕਦੇ ਐਂਡ ਦੇ ਫਾਲ। ਜਦ ਕਿ ਮੁਸੀਬਤਾਂ ਸ਼ਰੀਰ ਤੇ ਵੀ, ਵਬਾ ਮੁਸੀਬਤਾਂ ਪਰੇਸ਼ਾਨੀਆਂ ਜਦੋਂ ਹੁੰਦੀਆਂ ਨੇ ਜ਼ਮੀਨ ਤੇ ਰਹਿੰਦਿਆਂ ਹੋਇਆਂ, ਖੁਦਾ ਉਹਨਾਂ ਦੇ ਅੰਦਰ ਪੀਸ ਐਸਾ ਪੈਦਾ ਕਰਦਾ ਵੇ ਕਿ ਉਹਨਾਂ ਨੂੰ ਉਹਨਾਂ ਮੁਸੀਬਤਾਂ ਤਕਲੀਫਾਂ ਨੂੰ ਡੀਲ ਕਰਨ ਦਾ, ਉਹਨਾਂ ਦੇ ਵਿੱਚੋਂ ਲੰਘਣ ਲਈ ਜਿਹੜਾ ਵੇ ਨਾ, ਖੁਦਾ ਕੀ ਕਰਦਾ ਵੇ, ਉਹਨਾਂ ਨੂੰ ਪ੍ਰੋਮਿਸ ਦਿੰਦਾ ਵੇ। दैट्स मेजर डिफरेंस, परस्पेक्टिव खुदा चेंज करता है। आखिरी आयत 11वीं आयत इन्विटेशन है, पब्लिक इन्विटेशन है। और इन्विटेशन की है, ऐ साधको खुदावन की रहो, खुश खुरम रहो, आनंद खुशी मनाओ, ते रास दिलो की करो, खुशी से ललकारो, नारे मारो, ठीक है, तराने गाओ। सो फोकस की है किदे ते वे जी? कन्फेशन तुहाडे अंदर जॉय पैदा करता वे। ਕਨਫੈਸ਼ਨ ਤੁਹਾਡੇ ਖੁਦਾ ਦੇ ਨਾਲ ਔਰ ਇਨਸਾਨਾਂ ਦੇ ਨਾਲ ਜੁੜੇ ਤਾਲੁਕਾਤ ਨੂੰ ਕੀ ਕਰ ਦਿੰਦਾ ਵੇ, ਉਹਨਾਂ ਨੂੰ ਇਕੱਠਿਆਂ ਕਰ ਦਿੰਦਾ ਵੇ। ਯਾਨੀ ਲੇਕਿਨ ਕੋਈ ਵੀ ਰੀਕਨਸੀਲੀਏਸ਼ਨ ਵਿਦਆਊਟ ਕਨਫੈਸ਼ਨ ਜਿਹੜੀ ਹੈ ਨਾ, ਅਗਰ ਕਨਫੈਸ਼ਨ ਨਹੀਂ ਹੈ, ਆਪਣੀ ਗੁਨਾਹ ਗਲਤੀ ਮੰਨੀ ਨਹੀਂ ਹੈ, ਔਰ ਤੁਸੀਂ ਚਾਹੁੰਦੇ ਹੋ ਜੀ ਕਿ ਸਾਰਾ ਕੁਝ ਠੀਕ ਹੋ ਜਾਏ ਔਰ ਜਨਾਬ ਰਾਬਤੇ ਵੀ ਠੀਕ ਹੋ ਜਾਣ, ਰਿਲੇਸ਼ਨਸ਼ਿਪ ਵੀ ਠੀਕ ਹੋ ਜਾਣ, ਸਾਰਾ ਕੁਝ ਠੀਕ ਹੋ ਜਾਏ, ਤੇ ਮੇਰੇ ਜਦੋਂ ਇਹ ਕੰਮ ਨਹੀਂ ਹੁੰਦਾ। ਅੱਛਾ, ਮੈਂ ਕਈ ਵਾਰੀ ਬੜੀ ਚੀਜ਼ ਵੇਖੀ, ਮਾਂ ਪਿਓ ਕਈ ਵਾਰੀ ਨਾ ਆਪਣੀ ਗਲਤੀਆਂ ਨਹੀਂ ਮੰਨਦੇ। ਸਾਡੇ ਦੇਸੀ ਪੇਰੈਂਟ ਤੇ ਕਦੀ ਨਹੀਂ ਮੰਨਦੇ, ਠੀਕ ਹੈ ਨਾ। ਉਹ ਮੰਨਣਗੇ ਨਹੀਂ ਕਿ ਜੀ ਅਸਾਂ ਬੱਚਿਆਂ ਸਾਹਮਣੇ ਕੋਈ ਗਲਤੀ ਕਰ ਦਿੱਤੀ ਹੈ। ਉਹ ਕਹਿਣਗੇ ਜੀ ਹਾਂ ਜੋ ਕੀਤਾ ਨਾ ਠੀਕ ਕੀਤਾ। ਵਾਏ? ਕਿਉਂਕਿ ਅਸੀਂ ਪੈਰੈਂਟ ਆ, ਅਸੀਂ ਤਾਂ ਗਲਤੀ ਕਰ ਨਹੀਂ ਸਕਦੇ। ਇੰਝ ਨਹੀਂ ਹੁੰਦਾ। ਇਫ ਯੂ ਹੈਵ ਡਨ ਸਮਥਿੰਗ ਰੋਂਗ, ਅਗਰ ਤੁਸੀਂ ਬੱਚਿਆਂ ਦੇ ਤਵੱਜੋ ਨਹੀਂ ਦਿੱਤੀ, ਅਗਰ ਤੁਹਾਡੇ ਕੋਲ ਟਾਈਮ ਨਹੀਂ ਸੀ, ਜਾਂ ਤੁਹਾਡੇ ਕੋਲ ਬੱਚਿਆਂ ਨੂੰ ਪਾਲਣ ਰੇਜ਼ ਕਰਨ 'ਚ ਗਲਤੀਆਂ ਹੋਈਆਂ ਨੇ, ਔਰ ਅਗਰ ਤੁਹਾਡੇ ਰਿਲੇਸ਼ਨਸ਼ਿਪ ਖਰਾਬ ਨੇ ਬੱਚਿਆਂ ਦੇ ਨਾਲ, ਔਰ ਅਗਰ ਕਲੀਸੀਆ ਦੇ ਵਿੱਚ ਤੁਹਾਡੇ ਰਿਲੇਸ਼ਨਸ਼ਿਪ ਖਰਾਬ ਨੇ, ਰਿਸ਼ਤੇਦਾਰਾਂ 'ਚ ਖਰਾਬ ਨੇ, ਔਰ ਗਲਤੀ ਅਗਰ ਤੁਹਾਡੀ ਹੈ, ਤੇ ਯਾਦ ਰੱਖੋ ਖੁਦਾ ਮਾਫ ਕਰਨ ਵਾਲਿਆਂ ਨੂੰ ਕੀ ਕਰਦਾ ਹੈ? ਪਸੰਦ ਕਰਦਾ ਹੈ। ਹੰਬਲ ਲੋਕਾਂ ਨੂੰ ਖੁਦਾ ਪਸੰਦ ਕਰਦਾ। ਤੇ ਜਿਹੜੇ ਆਕੜੇ ਰਹਿੰਦੇ ਨੇ ਨਾ ਕਿ ਜੀ ਮੈਂ ਅਸੀਂ ਰੋਟੀ ਖਵਾਉਂਦੇ ਹਾਂ, ਤੇ ਅਸੀਂ ਕੱਪੜੇ ਦੇਣੇ ਆ, ਤੇ ਅਸੀਂ ਇਹ ਕਰਨੇ ਆ, ਤੇ ਉਹ ਕਰਨੇ ਆ, ਤੇ ਤੇ ਮਾਰ ਆਪਣਾ ਬਿਨਾਂ ਨਾ, ਮਤਲਬ ਦੈਟਸ ਨਾਟ ਗੋਣਾ ਵਰਕ। ਠੀਕ ਹੈ, ਬੱਚੇ ਵੀ ਮਾਫੀ ਮੰਗਦੇ ਨੇ, ਭੈਣ ਭਰਾ ਵੀ ਮੰਗਦੇ ਨੇ, ਲੇਕਿਨ ਪਹਿਲ ਕਰਨਾ ਔਰ ਉਹਨੂੰ ਦੁਆ रबानी में फिर दोबारा वापस आवांगे दोबारा, जिस तरह हम दूसरों के गुनाह क्या करते हैं माफ करते हैं, तुम ही की कर बड़े गुनाह माफ। ਇਹਦਾ ਮਤਲਬ ਕਿ ਇਹਨੂੰ ਉਲਟਾ ਪੜ ਲਵੋ। ਜੇ ਮੈਂ ਲੋਕਾਂ ਦੇ ਗੁਨਾਹ ਮਾਫ ਨਹੀਂ ਕਰਦਾ ਖੁਦਾਵੰਦ ਮੇਰੇ ਵੀ ਕਰੀ। ਠੀਕ ਹੈ ਨਾ, ਸਕੇਲ ਅਸੀਂ ਆਪ ਦੇ ਦਿੰਦੇ ਹਾਂ ਖੁਦਾ ਨੂੰ, ਠੀਕ ਹੈ ਨਾ। ਵੀ ਹੈਵ ਗਿਵਨ ਦ ਸਕੇਲ। ਓਕੇ ਜੀ, ਸੋ ਜੀ ਪ੍ਰੋਮਿਸ ਕੀ ਹੈ? ਪ੍ਰੋਮਿਸ ਮੈਂ ਤੁਹਾਡੇ ਸਾਹਮਣੇ ਬਿਆਨ ਕਰਾਂਗਾ ਜੀ। ਆਖਰੀ ਦੋ ਹਵਾਲੇ ਪੜਾਂਗੇ। ਇੱਕ ਹਵਾਲਾ ਕੱਢੋ ਜੀ ਅਮਸਾਲ ਪ੍ਰੋਵਰਬ 28:13, ਔਰ ਉਹਦੇ ਬਾਅਦ ਸੈਕੰਡ ਹਵਾਲਾ ਜਿਹੜਾ ਵੇ ਪਹਿਲਾ ਯਹੋਨਾ ਪਹਿਲਾ ਬਾਬ ਤੇ ਉਹਦੀ 9ਵੀਂ ਆਇਤ। ਇੱਕ ਨਵੇਂ ਅਹਿਦਨਾਮੇ ਦੇ ਵਿੱਚੋਂ ਤੇ ਇੱਕ ਪੁਰਾਣੇ ਅਹਿਦਨਾਮੇ ਦੇ ਵਿੱਚੋਂ। ਪ੍ਰੋਵਰਬ ਅਮਸਾਲ 28:13 and then epistle of first epistle of John chapter 1:9। ਵਾਰੀ ਵਾਰੀ ਪੜ੍ਹ ਲਓ ਜੀ। ਸਿਸਟਰ ਜੋਤੀ ਤੁਹਾਂ ਕੀ ਕੱਢਿਆ? ਮੈਂ ਤੇ ਯਹੋਨਾ ਦਾ ਪੜ੍ਹਨਾ। ਯਹੋਨਾ ਵਾਲਾ। ਓਕੇ, ਤੁਸੀਂ ਪਹਿਲਾਂ ਪੜ੍ਹ ਲਓ ਜੀ ਅਮਸਾਲ ਵਾਲਾ ਪ੍ਰੋਵਰਬ। ਨਾ ਪੜ੍ਹਨਾ 28:13। ਪ੍ਰੋਵਰਬਸ ਕਹੋ ਨਾ, ਮੈਂ ਪੜਾਂਗੀ ਉਹਦੀ 28 ਦੀ 13ਵੀਂ ਹੈ 13। ਓਕੇ। ਆਪਣੇ ਅਪਰਾਧਾਂ ਉੱਤੇ ਪਰਦਾ ਪਾਉਣ ਵਾਲਾ ਮਨੁੱਖ ਵਧੇ ਫੁੱਲੇਗਾ ਨਹੀਂ, ਪਰ ਆਪਣੇ ਅਪਰਾਧਾਂ ਨੂੰ ਮੰਨ ਕੇ ਛੱਡਣ ਵਾਲਾ ਮਾਫੀ ਪ੍ਰਾਪਤ ਕਰੇਗਾ। ਓ ਵੇਖਿਆ ਜੀ ਕਿੱਡੀ ਅੱਛੀ ਗੱਲ ਹੈ। उर्दू पढ़ने लगा मैं। जो अपने गुनाहों को छिपाता है कामयाब ना होगा, लेकिन जो उनका इकरार करके फिर की करता है उनको तर्क करता है। ऐ नहीं कि हर बारी आ गए तो मान लिया तो फिर दूजी बारी फिर उत्थे पहुँचो खोती बोर्ड थले, ठीक है, फिर पहुँचो तो फिर खोती बोर्ड थले, मतलब इंज दा काम नहीं चलता। इसलिए खुदा दा कलाम कहता है कि खुदा लगातार गुनाह करने वाले की बालदार खोपड़ी को चीर डालेगा। खुदा दा कलाम वाज़ह कहता है। सो इकरार करके की करता उनको तर्क छड़ देंदा दे बाद 180 डिग्री रिवर्स टर्न लेंदा वे टोटली, ਉਹਦੇ ਤੇ ਰਹਿਮਤ ਹੋਏਗੀ।
ਐਸੇ ਕਨਸੈਪਟ ਨੂੰ ਹੁਣ ਅਸੀਂ ਵੇਖਦੇ ਹਾਂ ਕਿ ਯਹੋਨਾ ਨੇ ਆਪਣੇ ਖਾਤੇ 'ਚ ਕਿਵੇਂ ਪੇਸ਼ ਕੀਤਾ। ਹਾਂਜੀ, ਯਹੋਨਾ ਦੀ ਪਹਿਲੀ ਪੱਤਰੀ ਉਹਦਾ ਪਹਿਲਾ ਬਾਬ ਤੇ ਉਹਦੀ 9ਵੀਂ ਆਇਤ। ਜੇ ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਵਫਾਦਾਰ ਅਤੇ ਧਰਮੀ ਹੈ, ਭਾਈ ਸਾਡੇ ਪਾਪਾਂ ਨੂੰ ਮਾਫ ਕਰੇ ਅਤੇ ਸਾਨੂੰ ਸਾਰੇ ਕੁਧਰਮ ਤੋਂ ਸ਼ੁੱਧ ਕਰੇ। ਠੀਕ ਹੈ ਜੀ। ਵੇਅਰ ਇਜ਼ ਦਾ ਫੋਕਸ? ਕਨਫੈਸ਼ਨ, ਬਿਕੋਜ਼ ਕਨਫੈਸ਼ਨ ਕਮਸ ਆਊਟ ਆਫ ਹੰਬਲਨੈਸ। ਹਲੀਮੀ ਦੇ ਵਿੱਚੋਂ ਆਜਜ਼ੀ ਇਨਕਸਾਰੀ ਦੇ ਨਾਲ ਬੰਦਾ ਕਨਫੈਸ਼ਨ ਕਰਦਾ ਵੇ, ਉਹਦਾ ਰਿਜ਼ਲਟ ਕੀ ਨਿਕਲਦਾ ਵੇ? ਜਿਹੜਾ ਆਪਣੇ ਆਪ ਨੂੰ ਖੁਦਾ ਸਾਹਮਣੇ ਛੋਟਾ ਕਰ ਦਿੰਦਾ ਵੇ ਨਾ, ਉਹਨੂੰ ਖੁਦਾ ਐਗਜ਼ੋਲਟ ਕਰ ਦਿੰਦਾ ਵੇ, ਉਹਨੂੰ ਖੁਦਾ ਵੱਡਾ ਕਰ ਦਿੰਦਾ ਵੇ। ਦੈਟਸ ਦ ਕੀ। ਅਗਰ ਤੁਸੀਂ ਚਾਹੁੰਦੇ ਹੋ ਕਿ ਖੁਦਾ ਤੁਹਾਨੂੰ ਇਸ ਜ਼ਮੀਨ 'ਤੇ ਰਹਿੰਦਿਆਂ ਬਰਕਤਾਂ, ਬਖਸ਼ਿਸ਼ਾਂ, ਨੇਮਤਾਂ, ਪੈਕੇਜਸ ਦੇਵੇ, ਖੁਦਾ ਸਾਹਮਣੇ ਹੰਬਲ ਹੋਵੋ, आजिज़ होवो, इनकसारी इख्तियार करो। कलाम लिया कि खुदा उनके कभी हाथ के नीचे फरोतनी से रहो, आजिज़ी ना रहो, इनकसारी नाल, और वो तुम्हें वक्त पर की कर देगा, सरबुलंद कर देगा। खुदा सानू सारिਆਂ ਨੂੰ ना सिर्फ खुदा सामने गुनाह इकरार करन दा, बल्कि अपने भैणां भरावां, घर, दोस्त, अजीज, बच्चे, वालदैन, रिश्तेदारां दे नाल भी अगर तुहाडी गलती है तो इकरार करके ते रिकनसाइल करो। खुदा सानू सारिਆਂ ਨੂੰ बरकत दे। आमीन। ਆਮੀਨ। ਥੈਂਕ ਯੂ ਪਾਸਟਰ ਜੀ। ਮੈਂ ਹੁਣ ਇਨਵਾਈਟ ਕਰਦੀ ਹਾਂ ਅੰਕਲ ਜੋਸ਼ua ਨੂੰ ਕਿ ਉਹ ਆਪਣੇ ਸਵਾਲ ਤੇ ਆਪਣੀ ਕਮੈਂਟਰੀ ਸਾਡੇ ਸਾਰਿਆਂ ਨਾਲ ਸ਼ੇਅਰ ਕਰਨ। ਅੱਜ ਦਾ ਜਿਹੜਾ ਚੈਪਟਰ ਆ ਬੜਾ ਹੀ ਅੱਛਾ ਵਾ, ਮਗਰ ਮੈਂ ਕਹਾਂਗਾ ਕਿ ਵੀ ਬੜਾ ਮੁਸ਼ਕਲ ਵੀ ਹੈ। ਉਹ ਇਸ ਕਰਕੇ ਆ ਵੀ ਜਿਸ ਤਰ੍ਹਾਂ ਅਸੀਂ ਕਹਿ ਦਿੰਦੇ ਹਾਂ ਵੀ ਮੈਂ ਉਹਨੂੰ ਮੁਆਫ ਕੀਤਾ, ਪਰ ਕਦੀ ਬੈਠ ਕੇ ਅਸੀਂ ਆਪਣੇ ਆਪ 'ਚ ਸੋਚੀਏ ਕਿ ਵਾਕਿਆ 'ਚ ਮੈਂ ਉਹਨੂੰ ਬੰਦੇ ਨੂੰ ਦਿਲ ਤੋਂ ਮਾਫ ਕੀਤਾ ਜਾਂ ਕਿ ਨਹੀਂ ਕੀਤਾ। ਅਸੀਂ ਲਫ਼ਜ਼ਾਂ ਦੇ ਨਾਲ ਕਰ ਦਿੰਦੇ ਹਾਂ, ਮਗਰ ਇਹ ਆਪਣੇ ਦਿਲ ਤੋਂ ਅਸੀਂ ਕਦੀ ਵੀ ਉਸ ਗੱਲ ਨੂੰ ਨਹੀਂ ਭੁਲਾਉਂਦੇ। ਤੇ ਉਹਦਾ ਮਾਫ ਕੀਤਾ ਜਿਹੜਾ ਨਾ, ਮੈਂ ਸਮਝਦਾ ਕਿ ਉਹਦਾ ਕੋਈ ਮਾਇਨੇ ਨਹੀਂ ਰੱਖਦਾ ਜਦ ਤੱਕ ਅਸੀਂ ਆਪਣੇ ਗੁਨਾਹ ਨੂੰ ਮਸੀਹ ਦੇ ਅੱਗੇ ਰੱਖਦੇ ਹਾਂ, ਜਦ ਕਿ ਹੋਰ ਕੋਈ ਵੀ ਨਹੀਂ ਸੁਣਦਾ, ਸਿਰਫ ਸਾਡਾ ਖੁਦਾ ਤੇ ਜਾਂ ਮੈਂ। ਅਸੀਂ ਆਪਣੇ ਗੁਨਾਹ ਦਾ ਇਕਰਾਰ ਕਰਦੇ ਹਾਂ ਤੇ ਉਹ ਸਾਡੇ ਗੁਨਾਹਾਂ ਨੂੰ ਮੁਆਫ ਕਰਦਾ, ਫਿਰ ਸਾਨੂੰ ਕਦੀ ਵੀ ਉਹ ਯਾਦ ਨਹੀਂ ਦਿਲਾਉਂਦਾ। ਤਾਂ ਮੈਂ ਲਿਖਿਆ ਥੋੜਾ ਜਿਹਾ ਉਹਦਾ, ਫॉरगिवनेस ਬ੍ਰਿੰਗ ਟਰੂ ਜੋਏ। ਜਦੋਂ ਅਸੀਂ ਆਪਣੇ ਦਿਲ ਤੋਂ ਵਾਕਿਆ 'ਚ ਮਾਫੀ ਕਰਦੇ ਹਾਂ ਤੇ ਸਾਡੇ ਦਿਲ ਦੇ ਵਿੱਚ ਬੜੀ ਖੁਸ਼ੀ ਹੁੰਦੀ ਹੈ। ਅਸੀਂ ਆਪਣੇ ਆਪ 'ਚ ਇੱਕ ਅਜੀਬ ਕਿਸਮ ਦਾ ਮਹਿਸੂਸ ਕਰਦੇ। Only when we ask God to forgive our sins will He give us real happiness and relief from guilt. ਪਹਿਲੀ ਤੋਂ ਦੂਸਰੀ ਆਇਤ ਦੇ ਵਿੱਚ ਲਿਆ ਕਿ God wants to forgive sinners. Forgiveness has always been part of His loving nature. He announced this to Moses. Exodus ਦੇ ਵਿੱਚ ਵੀ ਹੈ, ਜਿਸ ਤਰ੍ਹਾਂ 34 ਬਾਬ ਦੀ 7ਵੀਂ ਆਇਤ 'ਚ। He revealed to David, and he dramatically showed it to the world through Jesus Christ. These verses convey several aspects of God's forgiveness. Forgives transgressions, covers sin, doesn't count our sins against us. Paul quoted these verses in Romans chapter 4, 7th to 8th ayat, and showed that we can have this joyous experience of forgiveness through faith in Christ. What is confession? To confess our sin is to agree with God, acknowledging that He is right, to declare what we have done as sinful and that we are wrong to desire or to do it. It is affirm our intention of abandoning that sin in order to follow Him more faithfully. That's it. ਥੈਂਕ ਯੂ ਅੰਕਲ ਜੀ। ਮੈਂ ਹੁਣ ਇਨਵਾਈਟ ਕਰਦੀ ਹਾਂ ਆਂਟੀ ਜੋਤੀ ਨੂੰ ਕਿ ਉਹ ਵੀ ਆਪਣੇ ਸਵਾਲ ਤੇ ਆਪਣੇ ਕਮੈਂਟਰੀ ਸਾਡੇ ਸਾਰੇ ਨਾਲ ਸ਼ੇਅਰ ਕਰਨ। ਇੱਕ ਵਾਰ ਫਿਰ ਸਾਰਿਆਂ ਨੂੰ ਜੈ ਮਸੀਹ ਦੀ। ਅੱਜ ਦਾ ਜਿਹੜਾ ਜ਼ਬੂਰ ਆ ਇਹ ਵਾਕਈ ਬਹੁਤ ਪਾਵਰਫੁਲ ਜ਼ਬੂਰ ਆ। ਸਾਡੇ ਅਪਰਾਧਾਂ, ਸਾਡੇ ਪਾਪਾਂ ਦੀ ਮਾਫੀ ਲਈ ਵੀ ਇਹ ਅਸੀਂ ਅਗਰ ਆਪਣੇ ਉੱਤੇ ਲੈਂਦੇ ਹਾਂ ਤਾਂ ਵਾਕਈ ਸਾਡੇ ਲਈ ਬਹੁਤ ਸਾਨੂੰ ਮਜ਼ਬੂਤ ਕਰਨ ਵਾਲਾ ਜ਼ਬੂਰ ਹੈ। ਜਿਸ ਤਰ੍ਹਾਂ ਪਾਸਟਰ ਜੀ ਨੇ ਸਭ ਕੁਝ ਆਲਰੇਡੀ ਦੱਸ ਦਿੱਤਾ। ਖੁਦਾ ਦੇ ਦਾਸ ਨੂੰ ਜਦ ਅਸੀਂ ਸੁਣਦੇ ਹਾਂ ਔਰ ਸਾਨੂੰ ਇਸ ਦੇ ਵਿੱਚੋਂ ਜਿਹੜੀਆਂ ਮੇਨ ਗੱਲਾਂ ਪਤਾ ਲੱਗਦੀਆਂ ਕਿ ਖੁਦਾਵੰਦ ਕਿਸ ਤਰ੍ਹਾਂ ਖੁਸ਼ ਹੁੰਦਾ ਹੈ, ਪ੍ਰਭੂ ਕਿਸ ਤਰ੍ਹਾਂ ਸਾਨੂੰ ਸਾਡੇ ਗੁਨਾਹਾਂ ਨੂੰ ਮਾਫ ਕਰ ਸਕਦਾ ਹੈ। ਵਾਕਈ ਜਦੋਂ ਅਸੀਂ
ਜਿਹੜੀ ਇਸਦੀ ਪੰਜਵੀਂ ਆਇਤ ਹੈ, ਤਦ ਮੈਂ ਆਪਣਾ ਪਾਪ ਤੇਰੇ ਸਾਹਮਣੇ ਸਵੀਕਾਰ ਕੀਤਾ, ਮੈਂ ਆਪਣਾ ਕੋਈ ਅਪਰਾਧ ਨਾ ਛੁਪਾਇਆ। ਖੁਦਾ ਦੇ ਅੱਗੇ ਜਦੋਂ ਅਸੀਂ ਪ੍ਰਾਰਥਨਾ ਵਿੱਚ ਅਸੀਂ ਇਕੱਲੇ ਬੈਠਦੇ ਹਾਂ, ਜਾਂ ਅਸੀਂ ਜਿਸ ਤਰ੍ਹਾਂ ਪਵਿੱਤਰ ਵਚਨ ਵਿੱਚ ਵੀ ਲਿਖਿਆ ਕਿ ਪ੍ਰਭੂ ਸਾਡੇ ਦਿਲਾਂ ਤੇ ਗੁਰਦਿਆਂ ਨੂੰ ਜਾਂਚਣ ਵਾਲਾ ਸੱਚਾ ਤੇ ਜ਼ਿੰਦਾ ਖੁਦਾ ਬਾਪ ਹੈ। ਅਸੀਂ ਹਮੇਸ਼ਾ ਪ੍ਰਾਰਥਨਾ ਵਿੱਚ ਵੀ ਇਹ ਸੁਣਦੇ ਹਾਂ ਔਰ ਅਸੀਂ ਕਰਦੇ ਵੀ ਹਾਂ। ਵਾਕਈ ਖੁਦਾ ਦੇ ਸਾਹਮਣੇ ਜਦੋਂ ਅਸੀਂ ਆਪਣਾ ਇੱਕ ਬੱਚੇ ਹੋਣ ਦੇ ਨਾਤੇ ਜਾਂ ਉਹ ਸਾਡਾ ਬਾਪ ਹੋਣ ਦੇ ਨਾਤੇ ਜਦੋਂ ਅਸੀਂ ਉਸਦੇ ਅੱਗੇ ਪ੍ਰਾਰਥਨਾ ਕਰਦੇ ਤਾਂ ਅਸੀਂ ਆਪਣੇ ਗਲਤੀਆਂ ਗੁਨਾਹਾਂ ਦੀ ਮਾਫੀ ਤਕਰੀਬਨ ਹਰ ਰੋਜ਼ ਹੀ ਮੰਗਦੇ ਹਾਂ। ਔਰ ਇੱਕ ਇਹ ਹੈ ਕਿ ਅਸੀਂ ਦਿਲੋਂ ਮੰਗਦੇ ਹਾਂ। ਵਾਕਈ ਸਾਨੂੰ ਅਸੀਂ ਕਹਿ ਦਿੰਦੇ ਹਾਂ ਜਿਸ ਤਰ੍ਹਾਂ ਕਿ ਅਸੀਂ ਦੂਸਰਿਆਂ ਨੂੰ ਵੀ ਮਾਫ ਕਰਦੇ ਹਾਂ ਔਰ ਸਾਨੂੰ ਵੀ ਖੁਦਾਵੰਦ ਮਾਫ ਕਰਦਾ। ਬਾਕੀ ਮੁਸ਼ਕਿਲ ਹੁੰਦਾ ਹੈ ਕਿ ਜਦੋਂ ਸਾਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਅਸੀਂ ਦੂਸਰਿਆਂ ਨੂੰ ਮਾਫ ਕਰਨਾ ਸਾਡੇ ਲਈ ਮੁਸ਼ਕਿਲ ਹੁੰਦਾ, ਲੇਕਿਨ ਅਸੀਂ ਇਸ ਚੀਜ਼ ਨੂੰ ਬੜੇ ਆਰਾਮ ਨਾਲ ਕਹਿ ਦਿੰਦੇ ਹਾਂ। ਇਸੇ ਤਰ੍ਹਾਂ ਖੁਦਾਵੰਦ ਸਾਨੂੰ ਬਹੁਤ ਪਿਆਰ ਕਰਦਾ ਹੈ ਜਦੋਂ ਅਸੀਂ ਆਪਣੇ ਦਿਲੋਂ ਪ੍ਰਭੂ ਦੇ ਕੋਲੋਂ ਮਾਫੀ ਮੰਗਦੇ ਹਾਂ ਆਪਣੇ ਗੁਨਾਹਾਂ ਦੀ, ਕਿਉਂਕਿ ਉਸ ਕੋਲੋਂ ਕੁਝ ਵੀ ਛੁਪਿਆ ਨਹੀਂ ਹੈ। ਸਾਨੂੰ ਸਿਰਫ ਦੱਸਣ ਦੀ ਜ਼ਰੂਰਤ ਹੁੰਦੀ ਹੈ। ਅਸੀਂ ਪ੍ਰਭੂ ਦੇ ਨਾਲ ਇਕੱਲੇ ਬੈਠ ਕੇ ਆਪਣੇ ਮਨ ਦਾ ਬੋਝ ਅਸੀਂ ਪ੍ਰਭੂ ਨੂੰ ਦੱਸਦੇ ਹਾਂ। ਪ੍ਰਭੂ ਸਾਡੇ ਸਾਰੇ ਗੁਨਾਹਾਂ ਨੂੰ ਮਾਫ ਕਰਦਾ। ਗੁਨਾਹ ਮਾਫ ਕਰਨ ਦਾ ਮਤਲਬ ਇਹ ਨਹੀਂ ਕਿ ਅਸੀਂ ਇੱਕ ਵਾਰ ਜਦੋਂ ਪ੍ਰਭੂ ਕੋਲੋਂ ਮਾਫੀ ਮੰਗਦੇ ਹਾਂ, ਮੇਰੇ ਕੋਲ ਕਿਸੇ ਨੇ ਮੇਰੇ ਕਸਟਮਰ ਨੇ ਮੈਨੂੰ ਆਨਸਰ ਵੀ ਕੁਐਸਚਨ ਵੀ ਕੀਤਾ ਸੀ ਕਿ ਜਦੋਂ ਤੁਸੀਂ ਇੱਕ ਵਾਰੀ ਮਾਫੀ ਮੰਗ ਲੈਣੇ, ਤੁਸੀਂ ਕਹਿੰਦੇ ਕਿ ਪ੍ਰਭੂ ਤੁਹਾਨੂੰ ਮਾਫ ਕਰ ਦਿੰਦਾ, ਕਿ ਵਾਕਈ ਤੁਹਾਨੂੰ ਪ੍ਰਭੂ ਮਾਫ ਕਰਦਾ ਔਰ ਤੁਸੀਂ ਦੁਬਾਰਾ ਫਿਰ ਉਸ ਤੋਂ ਗੁਨਾਹ ਤੁਸੀਂ ਕਰ ਸਕਦੇ ਹੋ। ਫਿਰ ਪ੍ਰਭੂ ਮੈਂ ਉਸਨੂੰ ਇਹ ਆਨਸਰ ਦਿੱਤਾ ਸੀ ਜਿੰਨਾ ਕੁ ਮੈਨੂੰ ਪਤਾ। ਮੈਂ ਉਹਨੂੰ ਕਿਹਾ ਕਿ ਏਦਾਂ ਨਹੀਂ ਹੁੰਦੀ ਕਿ ਅਸੀਂ ਦਿਲੋਂ ਜਦੋਂ ਪ੍ਰਭੂ ਦੇ ਕੋਲੋਂ ਮਾਫੀ ਮੰਗਦੇ ਹਾਂ ਕਿ ਖੁਦਾਵੰਦ ਅਸੀਂ ਦੁਬਾਰਾ ਇਹ ਚੀਜ਼ ਨਹੀਂ ਕਰਾਂਗੇ, ਅਸੀਂ ਦੁਬਾਰਾ ਇਹ ਗੁਨਾਹ ਨਹੀਂ ਕਰਾਂਗੇ, ਉਦੋਂ ਪ੍ਰਭੂ ਤੁਹਾਨੂੰ ਮਾਫ ਕਰਦਾ ਹੈ। ਏਦਾਂ ਨਹੀਂ ਕਿ ਜਦੋਂ ਮਰਜੀ ਕੋਈ ਵੀ ਗੁਨਾਹ ਕੀਤਾ ਔਰ ਅਸੀਂ ਜਦੋਂ ਮਰਜੀ ਮਾਫੀ ਮੰਗ ਲਈ। ਔਰ ਪ੍ਰਭੂ ਦਾ ਬਾਕੀ ਉਹ ਮਨੁੱਖ ਬਹੁਤ ਖੁਸ਼ਕਿਸਮਤ ਹੁੰਦਾ ਕਿ ਜਿਸਦੇ ਪ੍ਰਭੂ ਗੁਨਾਹ ਮਾਫ ਕਰਦਾ ਹੈ, ਜਦੋਂ ਆਪਣੇ ਦਿਲੋਂ ਪ੍ਰਭੂ ਦੇ ਕੋਲੋਂ ਮਾਫੀ ਮੰਗਦਾ ਹੈ। ਇਸੇ ਤਰ੍ਹਾਂ ਦਾਊਦ ਦੇ ਭਜਨਾਂ ਵਿੱਚ ਅਸੀਂ ਬਹੁਤ ਕੁਝ ਸਿੱਖਣ ਨੂੰ ਸਾਨੂੰ ਮਿਲਦਾ ਹੈ ਔਰ ਮਾਫੀ ਵੀ ਹੈ ਔਰ ਪ੍ਰਾਰਥਨਾ ਵੀ ਹੈ, ਮੁਕਤੀ ਵੀ ਹੈ, ਸਭ ਕੁਝ ਜਦੋਂ ਅਸੀਂ ਪ੍ਰਾਰਥਨਾ ਦੇ ਵਿੱਚ ਜਾਂਦੇ ਹਾਂ। ਔਰ ਇਹ ਸਾਰੀਆਂ ਗੱਲਾਂ ਜਿਹੜਾ ਅੱਧਾ ਜ਼ਬੂਰ 32 ਸਾਨੂੰ ਹਮੇਸ਼ਾ ਅਸੀਂ ਆਪਣੀ ਪ੍ਰਾਰਥਨਾ ਦੇ ਵਿੱਚ ਵੀ ਇਸ ਨੂੰ ਰੱਖਦੇ ਹਾਂ। ਵਾਕਈ ਹੀ ਖੁਦਾਵੰਦ ਸਾਨੂੰ ਸਾਡੇ ਲੁਕਣ ਦੀ ਥਾਂ ਹੈ, ਸਾਨੂੰ ਆਪਣੀ ਪੰਖਾਂ ਦੇ ਹੇਠਾਂ ਰੱਖਦਾ ਹੈ। ਖੁਦਾ ਦੇ ਕੋਲੋਂ ਮਾਫੀ, ਆਪਣੇ ਅਪਰਾਧਾਂ ਗੁਨਾਹ ਦੀ ਮਾਫੀ ਆਪਣੇ ਪ੍ਰਾਰਥਨਾ ਦੇ ਵਿੱਚ ਮੰਗੋ, ਖੁਦਾਵੰਦ ਸਾਨੂੰ ਜ਼ਰੂਰ ਮਾਫ ਕਰਦਾ ਹੈ। ਆਮੀਨ। ਆਮੀਨ। ਥੈਂਕ ਯੂ ਆਂਟੀ ਜੀ। ਮੈਂ ਹੁਣ ਇਨਵਾਈਟ ਕਰਦੇ ਅੰਕਲ ਕਾਸ਼ਿਫ ਨੂੰ ਕਿ ਉਹ ਵੀ ਆਪਣੇ ਰਿਫਲੈਕਸ਼ਨ ਸਾਡੇ ਨਾਲ ਸ਼ੇਅਰ ਕਰਨ ਤੇ ਨਾਲ ਇਸ ਜ਼ਬੂਰ ਦਾ ਸਾਨੂੰ ਦੂਸਰਾ ਹਿੱਸਾ ਗਾ ਕੇ ਸੁਣਾਉਣਗੇ। ਥੈਂਕ ਯੂ ਐਂਜਲ। ਦੋ ਤਿੰਨ ਗੱਲਾਂ ਜਿਹੜੀਆਂ ਅੱਜ ਦੇ ਡਿਸਕਸ਼ਨ 'ਚ ਹਾਈਲਾਈਟ ਹੋਈਆਂ ਨੇ। ਗੁਨਾਹਾਂ ਦੀ ਮਾਫੀ, ਮਸੀਹ 'ਚ ਸਾਡਾ ਈਮਾਨ ਇਹ ਹੈ ਕਿ ਉਹਦੇ ਨਾਂ 'ਚ ਸਾਡੇ ਗੁਨਾਹਾਂ ਦੀ ਮਾਫੀ ਹੈ। ਫਿਰ ਗੁਨਾਹਾਂ ਤੋਂ ਬਚਣਾ ਔਰ ਆਜ਼ਮਾਇਸ਼ 'ਚ ਨਾ ਪੈਣ ਦੇਣਾ, ਇਹ ਦੋ ਗੱਲਾਂ ਨੇ ਜਿਹੜੀਆਂ ਅਸੀਂ ਆਪਣੀ ਦੁਆ 'ਚ ਵੀ ਕਰਨੇ ਆ ਕਿ ਹਮੇ ਆਜ਼ਮਾਇਸ਼ ਮੇਂ ਨਾ ਲਾ। ਜਿਹੜੀ ਮੇਰੀ ਸਮਝ 'ਚ ਗੱਲ ਆਈ ਹੈ ਉਹ ਇਹ ਹੈ ਕਿ ਇਨਸਾਨ ਦੇ ਕੋਲੋਂ ਇਹ ਮੁਮਕਿਨ ਹੀ ਨਹੀਂ ਕਿ ਗੁਨਾਹ ਨਾ ਹੋਵੇ, ਲੇਕਿਨ ਖੁਦਾਵੰਦ ਦਾ ਕਮਾਲ ਇਹ ਹੈ ਕਿ ਜਦੋਂ ਇਨਸਾਨ ਆਪਣੇ ਆਪ ਨੂੰ ਉਹਦੇ ਹੱਥ 'ਚ ਦੇ ਦਿੰਦਾ ਨਾ, ਤੇ ਇਹ ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਤੁਸੀਂ ਕਿਸੇ ਬੱਚੇ ਨੂੰ ਆਪਣੀ ਗੋਦ 'ਚ ਲੈ ਲਓ, ਨਾ ਉਹ ਡਿੱਗ ਸਕਦਾ, ਨਾ ਉਹ ਭੁੱਖਾ ਰਹੇਗਾ, ਨਾ ਉਹਨੂੰ ਠੰਡ ਲੱਗੇਗੀ। ਕਿਉਂਕਿ ਉਹ ਤੁਹਾਡੀ ਗੋਦ 'ਚ ਹੈ। ਖੁਦਾਵੰਦ ਆਪਣੇ ਲੋਕਾਂ ਦੇ ਜ਼ਿੰਦਗੀ ਦੇ ਇਰਦ ਗਿਰਦ ਇਸ ਤਰ੍ਹਾਂ ਦੀ ਬਾੜ ਲਗਾਉਂਦਾ ਹੈ ਕਿ ਉਹਨਾਂ ਕੋਲੋਂ ਗੁਨਾਹ ਹੋ ਹੀ ਨਹੀਂ ਸਕਦਾ। ਫਿਰ ਅਸੀਂ ਉਹਦੇ ਕੋਲੋਂ ਮੰਗਦੇ ਹਾਂ ਕਿ ਜਦੋਂ ਤੂੰ ਸਾਨੂੰ ਬਰਕਤ ਦੇਵੇਂ ਤਾਂ ਇਹ ਨਾ ਹੋਏ ਕਿ ਤੇਰੀ ਇਸ ਨਿਮਤ ਨੂੰ ਵੀ ਅਸੀਂ ਇਹ ਖੁਦਾਵੰਦ ਦੀ ਏਡੀ ਵੱਡੀ ਮਿਹਰਬਾਨੀ ਨੂੰ ਲੈ ਕੇ ਮੈਂ ਫਖਰ ਕਰਾਂ। ਮੇਰਾ ਖੁਦਾਵੰਦ ਜਿਹੜਾ ਉਹ ਸਭ ਤੋਂ ਜ਼ਿਆਦਾ ਮੇਰੀ ਮਿਹਰਬਾਨੀ ਮੇਰੇ ਉੱਤੇ ਹੈ, ਕਿਸੇ ਹੋਰ ਦੇ ਉੱਤੇ ਐਸੀ ਹੀ ਨਹੀਂ। ਇਹ ਗਰੂਰ ਔਰ ਇਸ ਤਰ੍ਹਾਂ ਦੀ ਚੀਜ਼ ਤੋਂ ਵੀ ਬਚਾਉਂਦਾ ਹੈ ਖੁਦਾਵੰਦ। ਔਰ ਅਸੀਂ ਦੁਆ ਕਰਨੇ ਆ ਕਿ ਜਦੋਂ ਖੁਦਾਵੰਦ ਇਸ ਤਰ੍ਹਾਂ ਦੀਆਂ ਬਰਕਤਾਂ ਦੇਵੇ ਤੇ ਸਾਨੂੰ ਆਜ਼ਮਾਇਸ਼ 'ਚ ਨਾ ਪੈਣ ਦੇਵੇ, ਤਾਂ ਕਿ ਅਸੀਂ ਆਪਣੇ ਅੰਦਰ ਹੰਬਲਨੈਸ ਮਹਿਸੂਸ ਕਰੀਏ, ਸਾਡੇ ਅੰਦਰ ਫਰੂਤ ਨਹੀਂ ਹੋਵੇ। ਸੋ ਜਿੱਥੋਂ ਤੱਕ ਤੇ ਗੁਨਾਹ ਦੀ ਗੱਲ ਹੈ, ਖੁਦਾਵੰਦ ਮਸੀਹ ਯਸੂ ਨੇ ਆ ਕੇ ਉਹਦਾ ਸਿਸਟਮ ਚੇਂਜ ਕਰ ਦਿੱਤਾ, ਕਿਉਂਕਿ ਉਹਨੂੰ ਸਮਝ ਆ ਚੁੱਕੀ ਸੀ ਕਿ ਇਹ ਕੌਮ ਇਹ ਸਾਰਾ ਸਿਸਟਮ ਹੀ ਜਿਹੜਾ ਨਾ ਇਹ ਗੁਨਾਹਾਂ ਨਾਲ ਭਰਿਆ ਹੈ। ਸਿਰਫ ਇੱਕ ਚੀਜ਼ ਅਸੀਂ ਕਰ ਸਕਦੇ ਹਾਂ, ਔਰ ਇਹ ਹੈ ਕਿ ਅਸੀਂ ਪੂਰੇ ਦਿਲ ਦੇ ਨਾਲ ਉਹਦੇ ਸਾਹਮਣੇ ਝੁਕੀਏ ਔਰ ਇਹ ਇਕਰਾਰ ਕਰੀਏ ਕਿ ਅਸੀਂ ਕਿਸੇ ਕਾਬਿਲ ਨਹੀਂ, ਅਸੀਂ ਬਦਕਾਰ ਹੀ ਹਾਂ। ਫਿਰ
ਉਹ ਆਪਣੀ ਬਾੜ ਇਸ ਤਰ੍ਹਾਂ ਲਗਾਉਂਦਾ ਕਿ ਇਨਸਾਨ ਗੁਨਾਹ ਕਰ ਸਕਦਾ ਹੀ ਨਹੀਂ, ਉਹ ਉਹਨੂੰ ਉਸ ਰਾਹ ਤੇ ਵੀ ਨਹੀਂ ਪੈਣ ਦਿੰਦਾ, ਉਸ ਚੀਜ਼ ਨੂੰ ਉਹਦੇ ਨੇੜੇ ਨਹੀਂ ਆਉਣ ਦਿੰਦਾ। ਇਹ ਕਿਸ ਤਰ੍ਹਾਂ ਹੁੰਦਾ ਹੈ? ਇਹ ਖੁਦਾਈ ਮਾਮਲੇ ਨੇ। ਇਹ ਜਦੋਂ ਇਹ ਲਫ਼ਜ਼ ਹੈ ਕਿ ਇਹ ਖੁਦਾਈ ਮਾਮਲੇ ਨੇ, how he does it, it's not important because we cannot understand it. Best for us is enough is ਕਿ ਮੇਰੇ लिए तेरा फजल ही काफी है। ਇਹ ਗੱਲਾਂ ਸੋਚ ਕੇ ਲਿਖੀਆਂ ਗਈਆਂ ਸਨ, ਜਿੱਦਾਂ ਲਿਖੀਆਂ ਗਈਆਂ ਸਨ, ਕਹੀਆਂ ਗਈਆਂ ਸਨ। ਦੂਸਰੀ ਚੀਜ਼ ਜਿਹੜੀ ਹੈ ਤਾਲੀਮ। ਜਦੋਂ 5 ਲੱਖ ਫੌਜ ਦਾ ਸ਼ੁਮਾਰ ਕੀਤਾ ਗਿਆ ਤੇ ਉਹ ਸਾਰੀ ਫੌਜ ਨੂੰ ਪਤਾ ਸੀ ਕਿ ਸਾਡਾ ਸ਼ੁਮਾਰ ਹੋ ਰਿਹਾ। ਸੋ ਪ੍ਰੋਬਲਮ ਜਿਹੜੀ ਸੀ ਉਹ ਸਿਰਫ ਇਸ ਹੱਦ ਤੱਕ ਨਹੀਂ ਸੀ ਕਿ ਦਾਊਦ ਨੂੰ ਪਤਾ ਹੈ ਕਿ ਕਿੰਨੀ ਫੌਜ ਹੈ ਤੇ ਉਹਨੇ ਜ਼ਰੂਰ ਕੀਤਾ, ਇਸ ਚ ਕਰ ਸਕਦਾ ਸੀ। ਪ੍ਰੋਬਲਮ ਸੀ ਕਿ ਉਸ ਸ਼ੁਮਾਰ ਕਰਨ ਦੇ ਨਾਲ ਜਿਹੜਾ ਨੌਲੇਜ ਲੋਕਾਂ ਦੇ ਅੰਦਰ ਆਇਆ ਉਸ ਨੰਬਰ ਦਾ, ਉਹਦੇ ਨਾਲ पूरी कौम के अंदर, क्योंकि लीडरशिप है, एक टॉप लीडर है, फिर एक फौज है, और फौज इटसेल्फ हर फौजी लीडर है, क्योंकि पूरी दी पूरी नेशन जिहड़ी है फौज नूं देखती है। ਜਦੋਂ ਘਰ ਜਾਣਾ ਉਹਨਾਂ ਨੇ ਲੜਾਈ ਤੋਂ ਬਾਅਦ ਉਹਨਾਂ ਨੇ ਤੇ ਉਹੀ ਦੱਸਣਾ ਜਿਹੜਾ ਉਹਨਾਂ ਨੇ ਸਿੱਖਿਆ। ਉਹਨਾਂ ਨੇ ਕੀ ਜਾ ਕੇ ਸਿੱਖਣਾ? ਸਾਨੂੰ ਖੁਦਾਵੰਦ ਨੇ ਬਚਾਇਆ? ਨਹੀਂ, ਉਹਨਾਂ ਨੇ ਜਾ ਕੇ ਸਿੱਖਣਾ ਸੀ 5 ਲੱਖ। ਤਾਲੀਮ ਜਿਹੜੀ ਆ ਉਹ ਨਸਲ ਦਰ ਨਸਲ ਟ੍ਰਾਂਸਫਰ ਹੁੰਦੀ ਹੈ, ਤੇ ਜਦੋਂ ਤੁਹਾਡਾ ਲੀਡਰ ਖੁਦਾਵੰਦ ਹੁੰਦਾ ਉਹ ਹੈ ਜਿਹੜਾ ਇਹ ਡਿਸਾਈਡ ਕਰਦਾ ਕਿ ਕੀ ਨੌਲੇਜ ਕਿਸ ਤਰ੍ਹਾਂ ਨਸਲ ਦਰ ਨਸਲ ਟ੍ਰਾਂਸਫਰ ਹੋਏਗਾ। ਇਸ ਲਈ ਖੁਦਾਵੰਦ ਕੰਟਰੋਲ ਕਰਦਾ ਔਰ ਉਹੀ ਤਾਲੀਮ ਦਿੰਦਾ, ਸਿਰਫ ਆਪਣੇ ਦਿਲ ਨੂੰ ਉਹਦੇ ਸਾਹਮਣੇ ਖੋਲਣ ਦੀ ਜ਼ਰੂਰਤ ਹੁੰਦੀ ਹੈ। ਤੇ ਇਸ ਚੀਜ਼ ਨੂੰ ਲੈ ਕੇ ਮੈਂ ਇੱਥੇ ਐਂਡ ਕਰਾਂਗਾ, ताकि सारा एलेक्स भाई ने और बाकी टीम ने बड़ा अच्छा एक्सप्लेन किया। ज़बूर 32 ਦਾ ਦੂਸਰਾ ਹਿੱਸਾ ਹੈ ਸਿਖਾਵਾਂਗਾ ਤੈਨੂੰ ਵਿਖਾਵਾਂਗਾ ਰਾਹ। ਮੈਂ ਤੁਸੀਂ ਇਹਦੇ ਅਲਫਾਜ਼ ਸੁਣੋ ਤੇ ਜੋ ਮੈਂ ਗੱਲ ਕਰ ਰਿਹਾ ਔਰ ਜੋ ਅਸੀਂ ਹੁਣ ਸਿੱਖਿਆ ਉਹਦੇ ਚ ਕਲੀਅਰ ਸਮਝ ਆਉਂਦੀ ਹੈ ਕਿ ਕਿਸ ਤਰ੍ਹਾਂ ਖੁਦਾ ਆਪਣੇ ਲੋਕਾਂ ਦੀ ਤਾਲੀਮ ਕਰਨਾ ਚਾਹੁੰਦਾ ਹੈ। ਇਹਦੀ ਧੁਨ ਜਿਹੜੀ ਹੈ ਅਸੀਂ ਗਰਜਿਆਂ ਚ ਉਹੀ ਗਾਣੇ ਆ ਜਿਹੜੀ ਅਗਲੇ ਜ਼ਬੂਰ ਦੀ ਪਹਿਲੇ ਵਾਲੇ ਦੀ ਸੀ ਹਿੱਸੇ ਦੀ, ਕਿ ਜੀ ਉਹ ਧਨ ਜਿਸ ਦੇ ਬਖਸ਼ੇ ਗਏ ਸਭ ਗੁਨਾਹ, ਉਹੀ ਧੁਨ ਅਸੀਂ ਇਹਦੇ ਵੀ ਗਾਣੇ ਆ। ਤੇ ਲੇਕਿਨ ਜਿਹੜੀ ਪੰਜਾਬੀ ਜ਼ਬੂਰ ਦੇਸੀ ਰਾਗਾਂ ਵਿੱਚ ਹੈ ਉਹ ਅੱਜ ਮੈਂ ਤੁਹਾਨੂੰ ਗਾ ਕੇ ਸੁਣਾਵਾਂਗਾ, ਉਹ ਥੋੜੀ ਫਰਕ ਹੈ। ਵਖਾਂਗਾ ਤੈਨੂੰ ਸਿਖਾਂਗਾ ਤੈਨੂੰ ਵਖਾਂਗਾ ਰਾਹ, ਮੇਰੀ ਅੱਖੀਆਂ ਤੈਨੂੰ ਵੇਖਣ ਸਦਾ, ਮੇਰੀ ਅੱਖੀਆਂ ਤੈਨੂੰ ਵੇਖਣ ਸਦਾ, ਸਿਖਾਂਗਾ ਤੈਨੂੰ ਵਖਾਂਗਾ ਰਾਹ, ਮੇਰੀ ਅੱਖੀਆਂ ਤੈਨੂੰ ਵੇਖਣ ਸਦਾ, ਮੇਰੀ ਅੱਖੀਆਂ ਤੈਨੂੰ ਵੇਖਣ ਸਦਾ। ਨਾ ਹੋ ਘੋੜਿਆਂ ਖੱਚਰਾਂ ਵਾਂਗ ਤੂੰ, ਕਿ ਕੁਝ ਵੀ ਨਹੀਂ ਹੈ ਸਮਝ ਉਹਨਾਂ ਨੂੰ, ਕਿ ਕੁਝ ਵੀ ਨਹੀਂ ਹੈ ਸਮਝ ਉਹਨਾਂ ਨੂੰ, ਸਿਖਾਂਗਾ ਤੈਨੂੰ ਵਖਾਂਗਾ ਰਾਹ, ਮੇਰੀ ਅੱਖੀਆਂ ਤੈਨੂੰ ਵੇਖਣ ਸਦਾ। ਉਹ ਦਿਲ ਦੀ ਖੁਸ਼ੀ ਵਿੱਚ ਹਨ ਰਹਿੰਦੇ ਨਿਹਾਲ, ਉਹ ਦਿਲ ਦੀ ਖੁਸ਼ੀ ਵਿੱਚ ਹਨ ਰਹਿੰਦੇ ਨਿਹਾਲ, ਤੇ ਰੱਬ ਘੇਰਦਾ ਉਹਨਾਂ ਨੂੰ ਰਹਿਮਤ ਨਾਲ, ਤੇ ਰੱਬ ਘੇਰਦਾ ਉਹਨਾਂ ਨੂੰ ਰਹਿਮਤ ਨਾਲ, ਸਿਖਾਂਗਾ ਤੈਨੂੰ ਵਖਾਂਗਾ ਰਾਹ, ਮੇਰੀ ਅੱਖੀਆਂ ਤੈਨੂੰ ਵੇਖਣ ਸਦਾ। Amin. Thank you, Uncle Kashif, and thank you ਤੁਹਾਡੇ ਸਾਰਿਆਂ ਦਾ ਇਸ ਰਿਫਲੈਕਸ਼ਨ ਲਈ। ਮੈਂ ਧੰਨਵਾਦ ਕਰਦੀ ਹਾਂ ਜੋ ਵੀ ਸਾਡੇ ਅੱਜ ਦੇ ਇਸ ਐਪੀਸੋਡ ਵਿੱਚ ਸਾਡੇ ਨਾਲ ਸ਼ਾਮਿਲ ਹੋਇਆ। ਅਸੀਂ ਫਿਰ ਇਸੇ ਤਰ੍ਹਾਂ ਨੈਕਸਟ ਮੰਡੇ ਮਿਲ ਕੇ ਦਾਊਦ ਦੇ ਜ਼ਬੂਰਾਂ ਤੇ ਗੌਰ ਕਰਾਂਗੇ। Thank you.